ਚੈਪਟਰ 13 ਦੇ ਭਾਗ 5 ਵਿੱਚ ਤੁਹਾਡਾ ਸਵਾਗਤ ਹੈ। ਹਲੇ ਤੱਕ ਅਸੀਂ ਇਹ ਜਾਣ ਚੁੱਕੇ ਹਾਂ ਕਿ ਭਾਰਤ ਦੇ ਸੰਸਦੀ ਲੋਕਤੰਤਰ ਵਿੱਚ ਕੌਣ ਹੈ ਜੋ ਵੋਟ ਕਰ ਸਕਦਾ ਹੈ। ਇਹ ਚੋਣਾਂ ਨਿਰਪੱਖ ਰਹਿਣ ਇਸ ਲਈ ਇੱਕ ਸੰਵਿਧਾਨਿਕ ਸੰਸਥਾ ਜਿਸ ਦਾ ਨਾਮ ਚੋਣ ਕਮਿਸ਼ਨ ਹੈ, ਉਸ ਦੀ ਭੂਮਿਕਾ, ਉਸ ਦੇ ਜੋ ਫੰਕਸ਼ਨਸ ਨੇ, ਉਸ ਦੀਆਂ ਜੋ ਪਾਵਰਾਂ ਨੇ, ਸ਼ਕਤੀਆਂ ਨੇ, ਉਹਦੇ ਬਾਰੇ ਡਿਸਕਸ਼ਨ ਹੋ ਚੁੱਕੀ ਹੈ। ਭਾਰਤੀ ਚੋਣ ਪ੍ਰਣਾਲੀ ਦੀ ਜੋ ਵਿਸ਼ੇਸ਼ਤਾਵਾਂ ਨੇ ਉਹਦੇ ਬਾਰੇ ਵੀ ਗੱਲਾਂ ਹੋ ਚੁੱਕੀਆਂ ਨੇ। ਸੋ ਅੱਜ ਜੋ ਮੇਨ ਸਾਡਾ ਵਿਸ਼ਾ ਹੈ ਉਹ ਹੈ ਚੋਣ ਪ੍ਰਕਿਰਿਆ ਬਾਰੇ ਗੱਲ ਕਰਨਾ ਕਿ ਭਾਰਤ ਦੇ ਵਿੱਚ ਚੋਣ ਪ੍ਰਕਿਰਿਆ ਦੇ ਕਿਹੜੇ ਪੜਾਅ ਹਨ। ਵੈਸੇ ਤਾਂ ਮੈਂ ਇਹ ਸਾਰੇ ਪੜਾਅ ਕਿਸੇ ਨਾ ਕਿਸੇ ਰੂਪ 'ਚ ਆਲਰੇਡੀ ਡਿਸਕਸ ਕਰ ਚੁੱਕਿਆ ਵਾਂ, ਪਰ ਮੈਂ ਦੁਬਾਰਾ ਇਹਨੂੰ ਇੱਕ ਦੋ ਹੋਰ ਐਗਜ਼ਾਮਪਲਸ ਦੇ ਨਾਲ, ਰੀਸੈਂਟ ਐਗਜ਼ਾਮਪਲਸ ਦੇ ਨਾਲ ਹੋਰ ਜ਼ਿਆਦਾ ਕਲੀਅਰ ਕਰੂੰਗਾ। ਲੇਕਿਨ ਉਸ ਤੋਂ ਵੀ ਪਹਿਲਾਂ ਮੈਂ ਵਾਅਦੇ ਮੁਤਾਬਕ ਜੋ ਤੁਹਾਨੂੰ ਕੁਐਸਚਨਸ ਜੋ ਮੈਂ ਹਾਲੇ ਤੱਕ ਪਾਰਟ ਕਵਰ ਕਰ ਚੁੱਕਿਆ ਹਾਂ, ਕਿਉਂਕਿ ਅੱਜ ਇਹ 5ਵਾਂ ਪਾਰਟ ਹੈ ਔਰ ਲਾਸਟ ਪਾਰਟ ਹੋਏਗਾ, ਇਹ ਚੈਪਟਰ ਖਤਮ ਹੋ ਜਾਏਗਾ। ਲੇਕਿਨ ਇਸ ਤੋਂ ਪਹਿਲਾਂ ਜੋ ਅਸੀਂ ਕਵਰ ਕਰ ਚੁੱਕੇ ਹਾਂ, ਸੋ ਉਹਨਾਂ ਦੇ ਜੋ ਪ੍ਰਸ਼ਨ ਉਹਨਾਂ ਨਾਲ ਸੰਬੰਧਿਤ ਨੇ ਉਹਨਾਂ ਨੂੰ ਕਲੀਅਰ ਜ਼ਰੂਰ ਕਰ ਲੈਣੇ ਹਾਂ। ਪਹਿਲਾ ਕੁਐਸਚਨ ਮੈਂ ਆਲਰੇਡੀ ਕਰਵਾ ਚੁੱਕਿਆ ਹਾਂ ਕਿ ਭਾਰਤ ਵਿੱਚ ਕੇਂਦਰੀ ਸੰਸਦ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ MP ਕਿਹਾ ਜਾਂਦਾ ਹੈ, ਮੈਂਬਰ ਆਫ ਪਾਰਲੀਮੈਂਟ ਕਿਹਾ ਜਾਂਦਾ ਹੈ। ਦੂਸਰਾ ਜੋ ਖਾਲੀ ਥਾਂ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਮੁੱਖ ਚੋਣ ਕਮਿਸ਼ਨਰ ਅਤੇ ਉਪ ਚੋਣ ਕਮਿਸ਼ਨਰਾਂ ਦੀ ਨਿਯੁਕਤੀ। ਮੈਂ ਦੱਸਿਆ ਸੀ ਕਿ ਚੋਣ ਕਮਿਸ਼ਨ ਜੋ ਹੈ ਉਹ ਇੱਕ ਸੰਵਿਧਾਨਿਕ ਸੰਸਥਾ ਹੈ ਔਰ ਸੰਵਿਧਾਨਿਕ ਸੰਸਥਾ ਦਾ ਜੋ ਹੈੱਡ ਹੁੰਦਾ ਹੈ ਉਸ ਦੀ ਅਪਾਇੰਟਮੈਂਟ, ਉਸ ਦੇ ਚੇਅਰਮੈਨ ਦੀ ਅਪਾਇੰਟਮੈਂਟ ਕਿਹਦੇ ਵੱਲੋਂ ਕੀਤੀ ਜਾਂਦੀ ਹੈ? ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਪਹਿਲੀਆਂ ਲੋਕ ਸਭਾ ਚੋਣਾਂ ਮੈਂ ਦੱਸ ਚੁੱਕਿਆ ਵਾਂ, ਉਹ ਹੋਈਆਂ ਸੀ ਪਹਿਲੀਆਂ ਆਮ ਲੋਕ ਸਭਾ ਚੋਣਾਂ। ਇੱਥੇ ਲਿਖੀਆਂ ਆਮ ਜੋ ਇਲੈਕਸ਼ਨਸ ਨੇ ਜਾਂ ਲੋਕ ਸਭਾ ਇਲੈਕਸ਼ਨਸ ਨੇ, ਜਨਰਲ ਇਲੈਕਸ਼ਨਸ ਨੇ, ਉਹ 1952 ਦੇ ਵਿੱਚ ਹੋਏ ਸੀ। ਰੀਸੈਂਟ ਦੇ ਵਿੱਚ 17ਵੀਂ ਲੋਕ ਸਭਾ ਜੋ ਗਠਿਤ ਹੋਈ ਹੈ ਉਹ 2019 'ਚ ਹੋਈ ਹੈ। ਹੁਣ 18ਵੀਂ ਦੀ ਵਾਰੀ 2024 ਦੇ ਵਿੱਚ ਆਏਗੀ। ਠੀਕ ਹੈ ਜੀ। ਉਸ ਤੋਂ ਬਾਅਦ ਬਹੁ ਵਿਕਲਪੀ ਪ੍ਰਸ਼ਨਾਂ ਦੇ ਵਿੱਚ ਪਹਿਲਾ ਕੁਐਸਚਨ ਅਸੀਂ ਕਰ ਚੁੱਕੇ ਹਾਂ। ਦੂਸਰਾ ਜੋ ਕੁਐਸਚਨ ਹੈ ਜਿਹਦੇ ਵਿੱਚ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕਤੰਤਰ ਦਾ ਥੰਮ ਨਹੀਂ ਹੈ, ਇਹਦੇ ਵਿੱਚੋਂ ਦੂਜਾ ਨਿਰਪੱਖ ਤੇ ਸੁਤੰਤਰ ਚੋਣਾਂ, ਇਹ ਅਸੀਂ ਪੜ੍ਹਨੀ ਹੈ, ਮਤਲਬ ਇਹ ਥੰਮ ਹੈ। ਬਾਲਗ ਮਤਾਧਿਕਾਰ ਜਿਹਦੇ 'ਚ ਮੈਂ ਦੱਸਿਆ ਸੀ ਕਿ 18+ ਜੋ ਵੀ ਹੋਏਗਾ, 18 ਸਾਲ ਤੋਂ ਜਿਹਨੇ ਉਮਰ ਪੂਰੀ ਕਰ ਲਈ ਹੋਏਗੀ ਉਹ ਵੋਟ ਕਰਨ ਦਾ ਅਧਿਕਾਰ ਰੱਖਦਾ, ਜਿਹਨੂੰ ਐਡਲਟ ਫਰੈਂਚਾਈਜ਼ ਕਹਿੰਦੇ ਆ ਇੰਗਲਿਸ਼ ਦੇ ਵਿੱਚ, ਔਰ ਹਿੰਦੀ 'ਚ ਪੰਜਾਬੀ 'ਚ ਕਹਿੰਦੇ ਹਾਂ ਬਾਲਗ ਮਤਾਧਿਕਾਰ। ਠੀਕ ਹੈ ਜੀ। ਸੋ ਇਹ ਦੋਨੋਂ ਆਪਸ਼ਨਸ ਤਾਂ ਹੋ ਚੁੱਕੇ ਆ। ਹੁਣ ਹਾਲੇ ਰਾਜਨੀਤਿਕ ਦਲ ਜੋ ਮੈਂ ਤੁਹਾਨੂੰ ਅੱਜ ਕਰਵਾਉਣਾ ਹੈ, ਸੋ ਗਰੀਬੀ ਇਹਦਾ ਆਨਸਰ ਹੋਏਗਾ ਕਿ ਇਹਨਾਂ ਦੇ ਵਿੱਚੋਂ ਲੋਕਤੰਤਰ ਦਾ ਥੰਮ ਗਰੀਬੀ ਨਹੀਂ ਹੈ। ਠੀਕ ਹੈ ਜੀ। ਠੀਕ ਗਲਤ ਦੀ ਗੱਲ ਕਰ ਰਹੇ ਹਾਂ। ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ, ਬਹੁਦਲੀ ਪ੍ਰਣਾਲੀ ਹੈ ਤਾਂ ਇਹ ਠੀਕ ਹੈ, ਕਿਉਂਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ, ਮੈਂ ਬਹੁਤ ਸਾਰੇ ਐਗਜ਼ਾਮਪਲਸ ਲੈ ਚੁੱਕਿਆ ਜਿਨ੍ਹਾਂ ਦੇ ਵਿੱਚ ਮੈਂ ਇਹ ਦੱਸਿਆ ਹੈ ਕਿ ਚੋਣਾਂ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ, ਈਵਨ ਮੈਂ ਨਾਮ ਲੈ ਕੇ ਉਹਨਾਂ ਦੇ ਆਪ ਦਾ ਮੈਂ ਨਾਮ ਲਿਆ ਸੀ, ਉਸੇ ਤਰੀਕੇ ਮੈਂ ਕਾਂਗਰਸ ਦਾ ਨਾਮ ਲਿਆ ਸੀ, BJP ਦਾ ਨਾਮ ਲਿਆ ਸੀ। ਇੱਦਾਂ ਨਹੀਂ, ਮੈਂ ਬਹੁਤ ਸਾਰੀਆਂ ਐਗਜ਼ਾਮਪਲਾਂ ਦੇ ਥਰੂ ਤੁਹਾਨੂੰ ਦੱਸ ਚੁੱਕਿਆ ਕਿ ਭਾਰਤ ਦੇ ਵਿੱਚ ਬਹੁਦਲੀ ਪ੍ਰਣਾਲੀ ਪਾਈ ਜਾਂਦੀ ਹੈ। ਸੋ ਇਹ ਕਥਨ ਜੋ ਹੈ ਉਹ ਠੀਕ ਹੈ। ਠੀਕ ਹੈ ਜੀ। ਚੋਣ ਕਮਿਸ਼ਨ ਦਾ ਮੁੱਖ ਕੰਮ ਚੋਣਾਂ ਦਾ ਨਿਰਦੇਸ਼ਨ, ਪ੍ਰਬੰਧ ਅਤੇ ਨਿਰੀਖਣ ਕਰਨਾ ਹੈ। ਇਹ ਵੀ ਲਾਈਨ ਅਸੀਂ ਪੜ੍ਹ ਚੁੱਕੇ ਹਾਂ ਜਦੋਂ ਅਸੀਂ ਚੋਣ ਕਮਿਸ਼ਨ ਦੇ ਫੰਕਸ਼ਨਸ ਪੜ੍ਹੇ ਸੀ। ਉਹ 'ਚ ਦੂਸਰਾ ਪੁਆਇੰਟ ਕੀ ਸੀ? ਚੋਣ ਕਮਿਸ਼ਨ ਦਾ ਮੁੱਖ ਕੰਮ ਚੋਣਾਂ ਦਾ ਨਿਰਦੇਸ਼ਨ, ਨਿਯੰਤਰਣ ਅਤੇ ਨਿਰੀਖਣ ਕਰਨਾ ਹੈ। ਸੋ ਪ੍ਰਬੰਧ ਨਿਯੰਤਰਣ ਦੇ ਬਰਾਬਰ ਹੀ ਹੈ, ਕੋਈ ਇਸ਼ੂ ਨਹੀਂ ਹੈ। ਸੋ ਇਹ ਵੀ ਠੀਕ ਹੈ। ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਵਿੱਚ ਪਹਿਲਾ ਕੁਐਸਚਨ ਅਸੀਂ ਕਰ ਲਿਆ ਸੀ, ਦੂਸਰਾ ਕਰ ਲਿਆ ਸੀ, ਤੀਸਰਾ ਜੋ ਹੈ ਉਹ ਆਈ ਥਿੰਕ ਨਹੀਂ ਕੀਤਾ ਹੈ, ਸੋ ਕਰਵਾ ਰਹੇ ਹਾਂ। ਚੋਣ ਵਿਧੀਆਂ ਦੇ ਨਾਮ ਲਿਖੋ। ਚੋਣ ਵਿਧੀਆਂ ਦੇ ਦੋ ਨਾਮ ਨੇ, ਜਾਂ ਤਾਂ ਪ੍ਰਤੱਖ ਢੰਗ ਨਾਲ ਜਾਂ ਤਾਂ ਅਪ੍ਰਤੱਖ ਢੰਗ ਨਾਲ। ਜਿਵੇਂ ਲੋਕ ਸਭਾ ਜਾਂ ਵਿਧਾਨ ਸਭਾ ਲਈ ਅਸੀਂ ਪ੍ਰਤੱਖ ਵੋਟਾਂ ਕਰਦੇ ਹਾਂ, ਪ੍ਰਤੱਖ ਵੋਟਿੰਗ ਕਰਦੇ ਹਾਂ ਅਸੀਂ ਐਜ਼ ਏ ਵੋਟਰ। ਠੀਕ ਹੈ ਜੀ। ਲੇਕਿਨ ਅਪ੍ਰਤੱਖ ਚੋਣ ਢੰਗ ਹੈ, ਮੈਂ ਕੱਲ੍ਹ ਸਮਝਾਇਆ ਸੀਗਾ ਕਿ ਰਾਜ ਸਭਾ ਜਾਂ ਫਿਰ ਰਾਸ਼ਟਰਪਤੀ, ਉਪ ਰਾਸ਼ਟਰਪਤੀ ਜਾਂ ਰਾਜਾਂ ਦੇ ਵਿੱਚ ਜੋ ਵਿਧਾਨ ਪਰਿਸ਼ਦਾਂ ਨੇ ਉਹਨਾਂ ਦੇ ਜੋ ਮੈਂਬਰ ਹੈ ਉਹ ਅਸੀਂ ਨਹੀਂ ਚੁਣਦੇ, ਉਹ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਅੱਗੇ ਚੁਣੇ ਜਾਂਦੇ ਹੈ। ਜਿਵੇਂ ਕਿ ਮੈਂ ਦੱਸਿਆ ਸੀ ਕਿ ਰਾਜ ਸਭਾ ਦੇ ਵਿੱਚ ਜੋ ਮੈਂਬਰ ਚੁਣੇ ਜਾਣਗੇ, ਜੋ ਮੈਂਬਰ ਆਫ ਪਾਰਲੀਮੈਂਟ ਬਣਨਗੇ ਰਾਜ ਸਭਾ ਦੇ ਵਿੱਚ, ਉਹਨਾਂ ਦੀ ਚੋਣ ਜੋ ਹੈ ਉਹ ਵਿਧਾਨ ਸਭਾਵਾਂ ਦੇ MLAs ਵੱਲੋਂ ਕੀਤੀ ਜਾਏਗੀ। ਤੇ ਵਿਧਾਨ ਸਭਾਵਾਂ ਦੇ MLAs ਨੂੰ ਡਾਇਰੈਕਟਲੀ ਅਸੀਂ ਚੁਣਿਆ ਸੀ, ਲੇਕਿਨ ਰਾਜ ਸਭਾ ਦੇ ਮੈਂਬਰ ਅਸੀਂ ਡਾਇਰੈਕਟਲੀ ਨਹੀਂ ਚੁਣ ਰਹੇ। ਉਹਨਾਂ ਨੂੰ ਕੌਣ ਚੁਣ ਰਿਹਾ? ਉਹਨਾਂ ਨੂੰ ਸਾਡੇ ਚੁਣੇ ਹੋਏ ਨੁਮਾਇੰਦੇ, ਯਾਨੀ ਕਿ ਸਾਡੇ ਚੁਣੇ ਹੋਏ ਵਿਧਾਨ ਸਭਾ ਦੇ ਵਿੱਚ ਜੋ ਨੁਮਾਇੰਦੇ MLAs ਬੈਠੇ ਨੇ ਉਹਨਾਂ ਵੱਲੋਂ ਚੁਣਿਆ ਜਾ ਰਿਹਾ। ਸੋ ਇਹ ਜੋ ਚੋਣ ਵਿਧੀ ਹੈ ਇਸਨੂੰ ਅਪ੍ਰਤੱਖ ਚੋਣ ਵਿਧੀ ਕਹਿੰਦੇ ਆ, ਤਾਂ ਮੈਂ ਇਹ ਆਲਰੇਡੀ ਸਮਝਾ ਚੁੱਕਿਆ। ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਵਿਧੀ ਰਾਹੀਂ ਕੀਤੀ ਜਾਂਦੀ ਹੈ। ਭਾਰਤ ਵਿੱਚ ਚੋਣਾਂ ਕਰਵਾਉਣ ਵਾਲੀ ਸੰਸਥਾ ਦਾ ਕੀ ਨਾਮ ਹੈ? ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਚੋਣ ਕਮਿਸ਼ਨ, ਚੋਣ ਆਯੋਗ। ਭਾਰਤ ਵਿੱਚ ਚੋਣ ਪ੍ਰਣਾਲੀ ਦੀਆਂ ਕੋਈ ਵਿਸ਼ੇਸ਼ਤਾਵਾਂ ਦੱਸੋ। ਇੱਕ ਕੁਐਸਚਨ ਮੈਂ ਪਹਿਲਾਂ ਕਰਾ ਲਿਆ। ਇੱਕ ਤਾਂ ਗੁਪਤ ਮਤਦਾਨ ਹੁੰਦਾ ਹੈ,
ਠੀਕ ਹੈ ਜੀ। ਪਰਦੇ ਦੇ ਵਿੱਚ ਜਾ ਕੇ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਤੁਸੀਂ ਕਿਸ ਪਾਰਟੀ ਨੂੰ ਜਾਂ ਕਿਸ ਵਿਅਕਤੀ ਵਿਸ਼ੇਸ਼ ਨੂੰ, ਕਿਸ ਉਮੀਦਵਾਰ ਨੂੰ ਜੋ ਹੈ ਉਹ ਵੋਟਿੰਗ ਕਰ ਰਹੇ ਹੋ। ਦੂਸਰੀ ਵਿਸ਼ੇਸ਼ਤਾ ਹੈ ਤੁਸੀਂ 18 ਸਾਲ ਤੋਂ ਉੱਪਰ ਹੋ ਤਾਂ ਬਾਲਗ ਮਤਾਧਿਕਾਰ ਜਿਹੜਾ ਹੈ ਉਹ ਤੁਹਾਡੀ ਦੂਸਰੀ ਵਿਸ਼ੇਸ਼ਤਾ ਹੋ ਸਕਦੀ ਹੈ। ਤੀਸਰੀ, ਇੱਕ ਹੀ ਉਮੀਦਵਾਰ ਜੋ ਇੱਕ ਖੇਤਰ 'ਚ ਚੁਣਿਆ ਜਾ ਸਕਦਾ ਹੈ। ਠੀਕ ਹੈ ਜੀ। ਇਕਹਿਰੀ ਵੋਟਰ ਸੂਚੀ, ਇੱਕ ਆਹ ਵਿਸ਼ੇਸ਼ਤਾ ਵੀ ਹੋ ਸਕਦੀ ਹੈ। ਸੋ ਉਹਨਾਂ ਨੇ 2 ਪੁੱਛੀਆਂ ਸੀ, ਮੈਂ 4 ਦੱਸ ਚੁੱਕਿਆ ਵਾਂ। ਠੀਕ ਹੈ ਜੀ। ਔਰ ਇਹ ਵੱਡਾ ਕੁਐਸਚਨ ਵੀ ਇਹ ਹੈ, ਇਹ ਜਦੋਂ ਅਸੀਂ ਵੱਡੇ ਕੁਐਸਚਨਾਂ ਦੇ ਵਿੱਚ ਪਹੁੰਚਦੇ ਹਾਂ ਉੱਥੇ ਵੀ ਭਾਰਤੀ ਚੋਣ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਿੱਚ ਵਰਣਨ ਕਰੋ। ਸੋ ਉੱਪਰ 7 ਜਾਂ 8 ਪੁਆਇੰਟ ਜਿਹੜੇ ਵੀ ਮੈਂ ਕਰਵਾਏ ਸੀ ਉਹ ਸਾਰੇ ਪੁਆਇੰਟ ਹੀ ਉੱਥੇ ਆਉਣਗੇ। ਠੀਕ ਹੈ ਨਾ ਜੀ। ਸੋ ਵਾਪਸ ਆ ਰਿਹਾ ਵਾਂ, ਮੈਂ ਆ ਰਿਹਾ ਵਾਂ 7ਵੇਂ ਕੁਐਸਚਨ ਤੇ। 7ਵੇਂ ਕੁਐਸਚਨ 'ਚ ਕਿਹਾ, ਚੋਣਾਂ ਦੇ ਝਗੜਿਆਂ ਸੰਬੰਧੀ ਉਜ਼ਰਦਾਰੀ ਜਾਂ ਯਾਚਿਕਾ ਕਿੱਥੇ ਕੀਤੀ ਜਾ ਸਕਦੀ ਹੈ। ਪਟੀਸ਼ਨ, ਯਾਚਿਕਾ ਦਾ ਮਤਲਬ ਹੈ ਪਟੀਸ਼ਨ ਕਿੱਥੇ ਕੀਤੀ ਜਾ ਸਕਦੀ ਹੈ। ਕਿੱਥੇ ਜੋ ਹੈ ਇਹ ਜੇ ਝਗੜਿਆਂ, ਜੇ ਇੱਦਾਂ ਦਾ ਕੋਈ ਝਗੜਾ ਹੁੰਦਾ ਹੈ ਚੋਣਾਂ ਸੰਬੰਧੀ ਤਾਂ ਉਹਦੇ ਲਈ ਤੁਸੀਂ ਪਟੀਸ਼ਨ ਕਿੱਥੇ ਪਾ ਸਕਦੇ ਹੋ, ਹਾਈ ਕੋਰਟ ਦੇ ਵਿੱਚ ਪਾ ਸਕਦੇ ਹੋ। ਲੇਕਿਨ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ, ਹਾਈ ਕੋਰਟ ਦੇ ਵਿੱਚ ਤਾਂ ਪਾ ਸਕਦੇ ਹੋ, ਠੀਕ ਹੈ। ਲੇਕਿਨ ਹਾਈ ਕੋਰਟ ਦੀ ਅਪੀਲ ਕਿੱਥੇ ਜਾਏਗੀ, ਉਹ ਜਾਏਗੀ ਤੁਹਾਡੀ ਸੁਪਰੀਮ ਕੋਰਟ ਦੇ ਵਿੱਚ। ਲੇਕਿਨ ਜੇ ਰਾਸ਼ਟਰਪਤੀ ਜਾਂ ਫਿਰ ਉਪ ਰਾਸ਼ਟਰਪਤੀ ਦੇ ਚੋਣਾਂ ਸੰਬੰਧੀ ਕੋਈ ਝਗੜਾ ਹੋਏਗਾ, ਉਸ ਕੇਸ 'ਚ ਜੋ ਡਾਇਰੈਕਟ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਜਾਏਗੀ, ਫਿਰ ਹਾਈ ਕੋਰਟ ਦਾ ਕੋਈ ਰੋਲ ਨਹੀਂ ਹੋਏਗਾ। ਇਹ ਆਪਾਂ ਪੜ੍ਹ ਚੁੱਕੇ ਹਾਂ। ਚੋਣ ਕਮਿਸ਼ਨ ਦੇ ਕੋਈ 2 ਕੰਮ ਦੱਸੋ। 2 ਕੰਮ ਜੀ, ਵੋਟਰ ਸੂਚੀਆਂ ਤਿਆਰ ਕਰਨਾ, ਪਹਿਲਾ ਕੰਮ ਤਾਂ ਇਹ ਹੋ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਦੂਸਰਾ ਕੰਮ ਹੈ ਚੋਣਾਂ ਦੀ ਜੋ ਸਮਾਂ ਸਾਰਣੀ ਹੈ ਉਸ ਨੂੰ ਜਾਰੀ ਕਰਨਾ, ਆਮ ਨਿਯਮ ਬਣਾਉਣਾ, ਮਾਡਲ ਕੋਡ ਆਫ ਕੰਡਕਟ ਹੈ ਉਸ ਨੂੰ ਲਾਗੂ ਕਰਵਾਉਣਾ, ਚੋਣ ਜ਼ਾਬਤਾ ਉਸ ਨੂੰ ਲਾਗੂ ਕਰਵਾਉਣਾ। ਠੀਕ ਹੈ। ਸੋ 2 ਪੁੱਛੇ ਸੀ, ਮੈਂ 3 ਜਾਂ 4 ਦੱਸਤੇ। ਠੀਕ ਹੈ ਜੀ। ਚੋਣਾਂ ਦਾ ਨਿਰਦੇਸ਼ਨ ਕਰਨਾ, ਨਿਯੰਤਰਣ ਕਰਨਾ, ਨਿਰੀਖਣ ਕਰਨਾ, ਇਹ ਵੀ ਚੋਣ ਕਮਿਸ਼ਨ ਦਾ ਕੰਮ ਹੈ। ਠੀਕ ਹੈ। ਉਸ ਤੋਂ ਬਾਅਦ 9ਵਾਂ ਜੋ ਪ੍ਰਸ਼ਨ ਹੈ ਉਹ ਮੈਂ ਹਾਲੇ ਤੁਹਾਨੂੰ ਪੜ੍ਹਾਉਣਾ ਹੈ। ਪੰਜਾਬ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਨੇ, 117। ਵੈਸੇ ਮੈਂ ਆਲਰੇਡੀ ਤੁਹਾਨੂੰ ਜਦੋਂ ਫਸਟ ਵੀਡੀਓ ਦੇ ਵਿੱਚ ਪੜ੍ਹਾ ਚੁੱਕਿਆ ਮੈਂ, ਦੱਸ ਚੁੱਕਿਆ ਪੰਜਾਬ 'ਚ ਕਿੰਨੀਆਂ ਸੀਟਾਂ ਨੇ, ਜਦੋਂ ਮੈਂ 100 ਦਾ ਐਗਜ਼ਾਮਪਲ ਲਿਆ ਸੀ। ਲੇਕਿਨ ਮੈਂ ਤੁਹਾਨੂੰ ਦੱਸਿਆ ਕਿ ਵੈਸੇ ਐਕਚੁਅਲ ਦੇ ਵਿੱਚ 117 ਸੀਟਾਂ ਨੇ। ਕੋਈ ਗੱਲ ਨਹੀਂ, ਮੈਂ ਦੁਬਾਰਾ ਫਿਰ ਪੜ੍ਹਾਊਂਗਾ। ਠੀਕ ਹੈ ਜੀ। ਉਸ ਤੋਂ ਬਾਅਦ ਭਾਰਤ ਵਿੱਚ ਚੋਣ ਪ੍ਰਕਿਰਿਆ ਦਾ ਸੰਚਾਲਨ ਕੌਣ ਕਰਦਾ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਇਹ ਸੇਮ ਕੁਐਸਚਨ ਰਿਪੀਟ ਹੋ ਰਿਹਾ, 5ਵਾਂ ਕੁਐਸਚਨ ਹੀ ਹੈ। ਠੀਕ ਹੈ ਜੀ। ਭਾਰਤ ਦੇ ਵਿੱਚ ਤੁਸੀਂ ਉੱਤਰ, ਮੈਂ ਤਾਂ ਤੁਹਾਨੂੰ ਇੱਕ ਸ਼ਬਦ ਵਿੱਚ ਉੱਤਰ ਦੱਸਿਆ ਨਾ, ਤੁਸੀਂ ਥੋੜਾ ਜਿਹਾ ਲੰਬਾ ਕਰਕੇ ਲਿਖੋਗੇ, ਤੁਸੀਂ ਕੁਐਸਚਨ ਦੇ ਵਿੱਚੋਂ ਸਾਰਾ ਕੁਝ ਚੱਕ ਲਓਗੇ। ਭਾਰਤ ਵਿੱਚ ਚੋਣ ਪ੍ਰਕਿਰਿਆ ਦਾ ਸੰਚਾਲਨ ਚੋਣ ਕਮਿਸ਼ਨ ਕਰਦਾ ਹੈ, ਬਸ ਇਹ ਉੱਤਰ ਹੋ ਜਾਏਗਾ। ਕੌਣ ਦੀ ਜਗ੍ਹਾ ਤੇ ਚੋਣ ਕਮਿਸ਼ਨ ਆ ਜਾਏਗਾ। ਮੁੱਖ ਚੋਣ ਕਮਿਸ਼ਨਰ ਤੇ ਡਿਪਟੀ ਚੋਣ ਕਮਿਸ਼ਨਰ, ਇਸ ਸ਼ਬਦ ਤਾਂ ਡਿਪਟੀ ਸ਼ਬਦ ਦੀ ਗਲਤ ਹੋ ਰਿਹਾ ਹੈ, ਚੋਣ ਕਮਿਸ਼ਨਰ ਹੀ ਹੋਣਾ ਚਾਹੀਦਾ ਸੀ ਡਾਇਰੈਕਟ। ਮੁੱਖ ਚੋਣ ਕਮਿਸ਼ਨਰ ਤੇ ਡਿਪਟੀ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ। ਨਿਯੁਕਤੀ ਪਹਿਲੇ ਹੀ ਪੜ੍ਹ ਚੁੱਕੇ ਹਾਂ, ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ, ਕਿਉਂਕਿ ਇੱਕ ਸੰਵਿਧਾਨਿਕ ਸੰਸਥਾ ਦੇ ਮੈਂ ਸਾਰੇ ਤੁਹਾਨੂੰ ਨਿਯਮ ਕਾਨੂੰਨ ਸਮਝਾਏ ਸੀਗੇ। ਠੀਕ ਹੈ ਜੀ। ਮੁੱਖ ਚੋਣ ਕਮਿਸ਼ਨਰ ਤੇ ਡਿਪਟੀ ਚੋਣ ਕਮਿਸ਼ਨਰ ਦੇ ਅਹੁਦੇ ਦੀ ਮਿਆਦ ਕਿੰਨੀ ਹੁੰਦੀ ਹੈ, ਮੈਂ ਆਲਰੇਡੀ ਦੱਸ ਚੁੱਕਿਆ ਹਾਂ, 6 ਸਾਲ ਜਾਂ 65 ਸਾਲ, ਜੋ ਵੀ ਪਹਿਲਾਂ ਹੋ ਜਾਵੇ। ਠੀਕ ਹੈ ਜੀ। ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਵਿੱਚ ਚੋਣਾਂ ਦਾ ਲੋਕਤੰਤਰੀ ਦੇਸ਼ ਵਿੱਚ ਕੀ ਮਹੱਤਵ ਹੈ, ਆਲਰੇਡੀ ਅਸੀਂ ਪੜ੍ਹ ਚੁੱਕੇ ਹਾਂ, ਕਿਉਂਕਿ ਸੰਸਦੀ ਲੋਕਤੰਤਰ ਜੋ ਹੈ ਸਾਡੇ ਦੇਸ਼ ਦੇ ਵਿੱਚ ਪਾਇਆ ਜਾਂਦਾ ਹੈ। ਠੀਕ ਹੈ। ਸੋ ਅਸੀਂ ਆਪਣੇ ਨੁਮਾਇੰਦੇ ਜੋ ਹੈ ਚੁਣ ਕੇ ਭੇਜਦੇ ਹਾਂ, ਇਹ ਆਲਰੇਡੀ ਪੜ੍ਹਾ ਚੁੱਕੇ ਹਾਂ। ਚੋਣ ਪ੍ਰਕਿਰਿਆ ਦੇ ਪੜਾਵਾਂ ਦਾ ਫਲੋ ਚਾਰਟ ਬਣਾਓ, ਹਲੇ ਮੈਂ ਪੜ੍ਹਾਉਣਾ ਹੈ। ਠੀਕ ਹੈ। ਚੋਣ ਮੁਹਿੰਮ ਤੋਂ ਕੀ ਭਾਵ ਹੈ, ਇਹ ਵੀ ਮੈਂ ਹਲੇ ਪੜ੍ਹਾਉਣਾ ਹੈ। ਪੋਲਿੰਗ ਬੂਥ ਤੋਂ ਕਬਜ਼ੇ ਤੋਂ ਕੀ ਭਾਵ ਹੈ, ਇਹ ਮੈਂ ਆਲਰੇਡੀ ਜੋ ਹੈ ਪੜ੍ਹਾ ਚੁੱਕਿਆ ਹਾਂ। ਇਹਦੇ ਵਿੱਚ ਮੈਂ ਆਲਰੇਡੀ ਦੱਸ ਚੁੱਕਿਆ ਹਾਂ, ਜਦੋਂ ਆਪਣੀ ਪਾਰਟੀ ਨਾਲ ਸੰਬੰਧਿਤ ਵਰਕਰਾਂ ਨੂੰ ਜਾਂ ਸਪੋਰਟਰਸ ਨੂੰ ਤਾਂ ਵੋਟ ਪਾਉਣ ਦੇਣ ਜਾਣ ਦੇਣਗੇ, ਲੇਕਿਨ ਕਿਸੇ ਹੋਰ ਨੂੰ ਨਹੀਂ ਜਾਣ ਦੇਣਗੇ। ਜਾਂ ਫਿਰ ਜਦੋਂ ਗਿਣਤੀ ਵਾਲੇ ਦਿਨ ਹੈ ਉਸ ਦਿਨ ਜਿਹੜੀਆਂ EVM ਮਸ਼ੀਨਾਂ ਹੈ ਉਹਨਾਂ ਤੇ ਕਬਜ਼ਾ ਕਰ ਲਿਆ ਜਾਵੇ, ਜਾਂ ਜਿਸ ਦਿਨ ਵੋਟ ਪੈ ਰਹੀ ਹੈ ਉਸ ਦਿਨ EVM ਦੇ ਉੱਤੇ ਕਬਜ਼ਾ ਕਰ ਲਿਆ ਜਾਵੇ, ਤੇ ਜਿਹੜਾ VOTING ਅਮਲਾ ਹੈ, ਜਿਹੜੇ ਅਫਸਰ ਵੋਟਾਂ ਪਾਉਣ ਆਏ ਹੋਏ ਆ, ਉਹਨਾਂ ਨੂੰ ਆਤਮ ਸਮਰਪਣ ਲਈ ਕਹਿ ਦਿੱਤਾ ਜਾਵੇ। ਠੀਕ ਹੈ। ਜਾਂ ਫਿਰ ਕਿਸੇ ਵਿਅਕਤੀ ਨੂੰ ਜੋ ਕਿ ਵੋਟ ਪਾਉਣ ਜਾ ਰਿਹਾ ਹੈ, ਬੂਥ ਦੀ ਵੱਲ ਵੱਧਦਾ ਪਿਆ ਹੈ, ਉਸ ਨੂੰ ਡਰਾਉਣਾ ਜਾਂ ਧਮਕਾਉਣਾ, ਇਹ ਸਾਰੇ ਬੂਥ ਪੋਲਿੰਗ ਤੇ ਕਬਜ਼ਾ ਜੋ ਹੈ, ਬੂਥ ਕੈਪਚਰਿੰਗ ਜਿਹਨੂੰ ਕਿਹਾ ਜਾਂਦਾ ਹੈ, ਉਹ ਉਸ ਦੀ ਡੈਫੀਨੇਸ਼ਨ ਅਸੀਂ ਲਿਖਣੀ ਹੈ, ਜੋ ਮੈਂ ਆਲਰੇਡੀ ਪੜ੍ਹਾਤਾ। ਰਾਜਨੀਤਿਕ ਦਲਾਂ ਦੀ ਚੋਣਾਂ ਵਿੱਚ ਕੀ ਭੂਮਿਕਾ ਹੈ, ਇਹ ਮੈਂ ਹਲੇ ਪੜ੍ਹਾਉਣਾ ਹੈ। ਯਾਨੀ ਕਿ ਦੂਸਰਾ, ਤੀਸਰਾ ਤੇ 5ਵਾਂ ਕੁਐਸਚਨ ਹਲੇ ਮੈਂ ਤੁਹਾਨੂੰ ਛੋਟੇ ਉੱਤਰਾਂ ਦੇ ਵਿੱਚ ਪੜ੍ਹਾਉਣਾ ਹੈ, ਹਲੇ ਮੈਂ ਪੜ੍ਹਾਇਆ ਨਹੀਂ ਹੈ। ਉਸ ਤੋਂ ਬਾਅਦ ਜੇ ਤੁਸੀਂ 6ਵਾਂ ਕੁਐਸਚਨ ਦੇਖੋ, ਭਾਰਤ ਦੇ ਕੋਈ 4 ਰਾਸ਼ਟਰੀ ਦਲਾਂ ਦਾ ਇਨਾਮ ਦੱਸੋ, ਇਹ ਮੈਂ ਹਲੇ ਪੜ੍ਹਾਉਣਾ ਹੈ। 7ਵਾਂ ਕੁਐਸਚਨ ਵੀ ਪੜ੍ਹਾਉਣਾ ਹੈ। 8ਵਾਂ ਕੁਐਸਚਨ ਜੋ ਹੈ ਮੈਂ ਕਰਾਇਆ ਹੋਇਆ, ਜਿਹਦੇ ਵਿੱਚ ਮੈਂ ਕਹਿ ਰਿਹਾ ਹਾਂ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ। ਸੋ ਤੁਹਾਨੂੰ ਯਾਦ ਹੋਏਗਾ ਮੈਂ ਕਿਹਾ ਸੀ ਦੋਹਾਂ ਸਦਨਾਂ ਯਾਨੀ ਕਿ ਦੋਨੋਂ ਹਾਊਸਿਸ, ਲੋਕ ਸਭਾ ਤੇ ਰਾਜ ਸਭਾ 'ਚ ਕਿਹੜਾ 2/3 ਦਾ ਬਹੁਮਤ, 2/3 ਦੇ ਬਹੁਮਤ ਦੇ ਨਾਲ ਹਟਾਇਆ ਜਾ ਸਕਦਾ ਹੈ। ਜਦੋਂ ਇਹ ਦੋਸ਼ ਮਤਾ ਪਾਸ ਹੋ ਜਾਏਗਾ, ਦੋਸ਼ ਮਤਾ ਇਹ ਵਾਲਾ ਪਾਸ ਹੋ ਗਿਆ 2/3 ਬਹੁਮਤ ਦੇ ਨਾਲ, ਤਾਂ ਇਸ ਦੋਸ਼ ਮਤੇ ਨੂੰ ਕਿਹਦੇ ਕੋਲ ਭੇਜ ਦਿੱਤਾ ਜਾਊਗਾ, ਪ੍ਰੈਜ਼ੀਡੈਂਟ ਕੋਲ ਭੇਜ ਦਿੱਤਾ ਜਾਊਗਾ, ਰਾਸ਼ਟਰਪਤੀ ਕੋਲ ਭੇਜ ਦਿੱਤਾ ਜਾਊਗਾ। ਰਾਸ਼ਟਰਪਤੀ ਵੱਲੋਂ ਨਿਯੁਕਤੀ ਵੀ ਰਾਸ਼ਟਰਪਤੀ ਵੱਲੋਂ ਕੀਤੀ ਗਈ ਸੀ ਮੁੱਖ ਚੋਣ ਕਮਿਸ਼ਨਰ ਦੀ, ਔਰ ਹਟਾਇਆ ਵੀ ਪ੍ਰੈਜ਼ੀਡੈਂਟ ਵੱਲੋਂ, ਯਾਨੀ ਕਿ ਰਾਸ਼ਟਰਪਤੀ ਵੱਲੋਂ ਜਾਏਗਾ।
ਠੀਕ ਹੈ ਜੀ। ਉਸ ਤੋਂ ਬਾਅਦ ਦੂਜਾ ਵੱਡੇ ਉੱਤਰ ਵਾਲਾ ਪ੍ਰਸ਼ਨ ਹੈ, ਚੋਣ ਕਮਿਸ਼ਨ ਦੇ ਕੰਮਾਂ ਦਾ ਸੰਖੇਪ ਵਿੱਚ ਵਰਣਨ ਕਰੋ। ਹੁਣੇ ਮੈਂ 4-5 ਕੰਮ ਤਾਂ ਆਲਰੇਡੀ ਬੋਲ ਕੇ ਹਟਿਆ ਵਾਂ, ਸੋ ਉੱਪਰ ਤੁਹਾਨੂੰ ਮੈਂ ਕੁਐਸਚਨ ਕਰਵਾ ਚੁੱਕਿਆ ਵਾਂ, ਸੋ ਸੇਮ ਤੁਸੀਂ ਲਿਖਣਾ ਹੈ। ਉਸ ਤੋਂ ਬਾਅਦ ਚੋਣ ਪ੍ਰਕਿਰਿਆ ਦੇ ਮੁੱਖ ਪੜਾਵਾਂ ਦਾ ਸੰਖੇਪ ਵਿੱਚ ਵਰਣਨ ਕਰੋ। ਇਹ ਮੈਂ ਜਸਟ ਤੁਹਾਨੂੰ ਹੁਣੇ ਕਰਵਾਊਂਗਾ, ਇਸ ਵੀਡੀਓ ਦੇ ਵਿੱਚ ਮੈਂ ਇਹ ਕਰਵਾਉਣਾ ਹੈ। ਚੋਣਾਂ ਦੇ ਮਹੱਤਵ ਤੇ ਸੰਖੇਪ ਨੋਟ ਲਿਖੋ। ਇਹ ਮੈਂ ਆਲਰੇਡੀ ਕਰਵਾ ਚੁੱਕਿਆ ਹਾਂ, ਠੀਕ ਹੈ ਜੀ। ਕਿਉਂਕਿ ਜਦੋਂ ਮੈਂ ਦੱਸਿਆ ਸੀ ਨਾ ਕਿ ਰਾਜਨੀਤਿਕ ਸਿੱਖਿਆਵਾਂ ਦਾ ਮੰਚ ਹੁੰਦਾ ਹੈ, ਵਿਅਕਤੀ ਜੋ ਹੈ ਇੱਕ ਐਜ਼ ਏ ਵੋਟਰ ਜੋ ਹੈ ਉਹ ਸਵੈ ਗੌਰਵ ਮਹਿਸੂਸ ਕਰਦਾ ਹੈ। ਇਹ ਸਾਰੇ ਪੁਆਇੰਟ ਜੋ ਹੈ ਚੋਣਾਂ ਦੇ ਮਹੱਤਵ ਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਪੜ੍ਹਾ ਚੁੱਕਿਆ ਵਾਂ। ਆਈ ਥਿੰਕ ਉਹ ਮੇਰੀ ਦੂਸਰੀ ਵੀਡੀਓ ਸੀ। ਸੋ ਭਾਰਤੀ ਚੋਣ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਜੋ ਹੈ ਉਹ ਮੈਂ ਤੀਸਰੀ ਵੀਡੀਓ 'ਚ ਆਲਰੇਡੀ ਕਰਵਾ ਚੁੱਕਿਆ ਹਾਂ। ਜਿਵੇਂ ਕਿ ਮੈਂ ਦੱਸ ਚੁੱਕਿਆ ਹਾਂ ਕਿ ਇੱਕ ਖੇਤਰ ਤੋਂ ਇੱਕ ਹੀ ਉਮੀਦਵਾਰ ਚੁਣਿਆ ਜਾਏਗਾ, ਸੈਪਰੇਟ ਇਲੈਕਟੋਰੇਟ ਨਹੀਂ ਹੋਏਗਾ। ਉਸ ਤੋਂ ਬਾਅਦ ਗੁਪਤ ਮਤਦਾਨ ਵਾਲੀ ਗੱਲ ਮੈਂ ਦੱਸ ਚੁੱਕਿਆ। 18+ ਵਾਲਾ ਵਿਅਕਤੀ ਜੋ ਯਾਨੀ ਕਿ ਬਾਲਗ ਮਤਾਧਿਕਾਰ ਦਾ ਪ੍ਰਾਵਧਾਨ ਮੈਂ ਦੱਸ ਚੁੱਕਿਆ। ਕੁਝ ਸੀਟਾਂ ਜੋ ਹੈ ਰਾਖਵੀਆਂ ਕੀਤੀਆਂ ਜਾ ਰਹੀਆਂ ਨੇ, ਕੁਝ ਸੀਟਾਂ ਦੇ ਉੱਤੇ ਨੋਮੀਨੇਸ਼ਨ ਕੀਤੀ ਜਾ ਰਹੀ ਹੈ। ਜਿਵੇਂ ਕਿ 12 ਸੀਟਾਂ ਦੇ ਉੱਤੇ ਰਾਜ ਸਭਾ ਦੇ ਵਿੱਚ ਜੋ ਹੈ ਰਾਸ਼ਟਰਪਤੀ ਵੱਲੋਂ ਨੋਮੀਨੇਸ਼ਨ ਯਾਨੀ ਕਿ ਸਿਰਫ ਨਾਮਿਤ ਕੀਤਾ ਜਾ ਰਿਹਾ, ਉਹਨਾਂ ਨੂੰ ਚੁਣ ਕੇ ਆਉਣ ਦੀ ਲੋੜ ਨਹੀਂ ਹੈ। ਪ੍ਰਤੱਖ ਜੋ ਹੈ ਵਿਧੀਆਂ ਅਪਣਾਈਆਂ ਜਾਂਦੀਆਂ ਚੋਣਾਂ ਲਈ। ਅਪ੍ਰਤੱਖ ਕੁਝ ਸੀਟਾਂ ਦੇ ਲਈ ਯਾਨੀ ਕਿ ਰਾਸ਼ਟਰਪਤੀ ਤੇ ਰਾਜ ਸਭਾ ਦੇ ਲਈ ਜੋ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਰਾਜ ਸਭਾ ਦੇ ਲਈ ਸਾਡੀ ਉਹ ਜਿਹੜੀ ਹੈ ਅਪ੍ਰਤੱਖ ਚੋਣ ਪ੍ਰਣਾਲੀ ਦਾ ਵਰਤੋਂ ਕੀਤੀ ਜਾਂਦੀ ਹੈ। ਅਪ੍ਰਤੱਖ ਚੋਣ ਪ੍ਰਣਾਲੀ ਕੀ ਹੁੰਦੀ ਹੈ? ਸਿੱਧੀ ਚੋਣ ਪ੍ਰਣਾਲੀ ਯਾਨੀ ਕਿ ਪ੍ਰਤੱਖ ਚੋਣ ਪ੍ਰਣਾਲੀ। ਇਹ ਵੀ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਹਾਂ। ਸੋ ਇਹ ਤਾਂ ਹੋ ਗਏ ਹੁਣ ਸਾਡੇ ਜੋ ਪ੍ਰਸ਼ਨ। ਹਾਲੇ ਤੱਕ ਅਸੀਂ ਜਿੰਨਾ ਪੜ੍ਹਿਆ ਸੀਗਾ ਉਹਨਾਂ ਪ੍ਰਸ਼ਨਸ ਨੂੰ ਅਸੀਂ ਸੋਲਵ ਕਰ ਲਿਆ, ਉਹਨਾਂ ਕੁਐਸਚਨ ਨੂੰ ਸੋਲਵ ਕਰ ਲਿਆ। ਹੁਣ ਅੱਜ ਚੱਲਦੇ ਹਾਂ ਆਪਾਂ ਅੱਜ ਦੀ ਮਹਿਫਿਲ ਦੇ ਵਿੱਚ ਕਿ ਅੱਜ ਸਾਡੇ ਕੋਲ ਨਵਾਂ ਪੜ੍ਹਨ ਨੂੰ ਕੀ ਹੈ, ਠੀਕ ਹੈ। ਸੋ ਅੱਜ ਜੋ ਅਸੀਂ ਪੜ੍ਹਨਾ ਹੈ ਉਹ ਹੈ ਕਿ ਚੋਣ ਪ੍ਰਕਿਰਿਆ। ਇਹਦੇ ਵਿੱਚ ਬਹੁਤ ਸਾਰੇ ਪੁਆਇੰਟ ਆਲਰੇਡੀ ਤੁਹਾਨੂੰ ਮੈਂ ਦੱਸ ਚੁੱਕਿਆ ਵਾਂ, ਠੀਕ ਹੈ। ਚੋਣ ਪ੍ਰਕਿਰਿਆ ਦੇ ਪੜਾਵ ਕੀ ਨੇ, ਠੀਕ ਹੈ, ਇਹਦੇ ਬਾਰੇ ਮੈਂ ਪੜ੍ਹਾ ਚੁੱਕਿਆ। ਫਿਰ ਵੀ ਮੈਂ ਬਹੁਤ ਸਾਰੀਆਂ ਚੀਜ਼ਾਂ ਜੋ ਹੈ ਨਵੀਆਂ ਜਾਂ ਕੁਛ ਹਾਲੀ ਇੱਕ ਅੱਧੀ ਕੋਈ ਨਵੀਂ ਚੀਜ਼ ਹੈ ਤਾਂ ਉਹਨੂੰ ਐਡਅਪ ਕਰਨਾ। ਇਸ ਪ੍ਰਕਿਰਿਆ 'ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮਜ਼ੇਦਾਰ ਹੋਰ ਇੱਕ ਫੈਕਟ ਦਿਖਾਉਣਾ ਵਾਂ। ਜੇ ਤੁਸੀਂ ਇਸ ਚੀਜ਼ ਨੂੰ ਸਮਝ ਗਏ ਤਾਂ ਆਪਣਾ ਕੰਮ ਹੋਰ ਸੌਖਾ ਹੋ ਜਾਏਗਾ, ਠੀਕ ਹੈ। ਇੱਥੇ ਲਿਖਿਆ ਸ਼ੈਡਿਊਲ ਫੋਰ ਜਨਰਲ ਇਲੈਕਸ਼ਨ ਟੂ ਦਾ ਲੈਜਿਸਲੇਟਿਵ ਅਸੈਂਬਲੀ ਆਫ ਪੰਜਾਬ। ਇਹ 2022 ਦੇ ਇਲੈਕਸ਼ਨਸ ਦੀ ਗੱਲ ਹੋ ਰਹੀ ਹੈ। 2022 ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਸ ਹੋਏ, ਠੀਕ ਹੈ, ਉਹਨਾਂ ਦੇ ਸ਼ੈਡਿਊਲ ਬਾਰੇ ਗੱਲ ਕੀਤੀ ਜਾ ਰਹੀ ਹੈ। ਇਹ ਸ਼ੈਡਿਊਲ ਮੈਂ ਤੁਹਾਨੂੰ ਪੂਰਾ ਸਮਝਾਊਂਗਾ। ਜਦੋਂ ਤੁਸੀਂ ਇਹ ਸ਼ੈਡਿਊਲ ਸਮਝ ਗਏ ਫਿਰ ਆਪਾਂ ਆਪਣੀ ਬੁੱਕ ਵਾਲਾ ਚਾਰਟ ਹੈ ਉਹਦੇ 'ਤੇ ਚੱਲ ਜਾਵਾਂਗੇ ਔਰ ਬਹੁਤ ਜਲਦੀ ਬਹੁਤ ਈਜ਼ੀਲੀ ਤੁਸੀਂ ਚੀਜ਼ਾਂ ਨੂੰ ਸਮਝ ਪਾਓਗੇ। ਕੀ ਹੋਇਆ ਕਿ 21 ਜਨਵਰੀ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਉਹ ਪ੍ਰੈਸ ਕਾਨਫਰੰਸ ਕਿਹਦੇ ਵੱਲੋਂ ਕੀਤੀ ਗਈ? ਉਹ ਕੀਤੀ ਗਈ ਤੁਹਾਡੇ ECI ਵੱਲੋਂ ਯਾਨੀ ਕਿ ਚੋਣ ਕਮਿਸ਼ਨ ਵੱਲੋਂ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ। ਉਹਨਾਂ ਨੇ ਕਿਹਾ ਕਿ ਅਸੀਂ ਇਹ ਸਮਾਂ ਸਾਰਣੀ ਜਾਰੀ ਕਰਦੇ ਹਾਂ ਕਿ ਪੰਜਾਬ ਦੇ ਨਾਲ ਕੁਝ ਹੋਰ ਸੂਬਿਆਂ ਦਾ ਵੀ ਉਹਨਾਂ ਨੇ ਨਾਮ ਲਿਆ ਸੀ। 5 ਸਟੇਟਾਂ ਵਿੱਚ ਇਲੈਕਸ਼ਨ ਹੋਏ ਸੀਗੇ। ਮੈਂ ਸਿਰਫ ਹਲੇ ਪੰਜਾਬ ਤੱਕ ਹੀ ਜੋ ਹੈ ਆਪਣੇ ਆਪ ਨੂੰ ਲਿਮਿਟ ਕਰ ਰਿਹਾ ਹਾਂ ਕਿ ਪੰਜਾਬ ਦੇ ਵਿੱਚ 21 ਤਰੀਕ ਤੋਂ ਜੋ ਹੈ ਉਹ ਤੁਸੀਂ ਨੋਮੀਨੇਸ਼ਨਸ ਭਰ ਸਕਦੇ ਹੋ, ਆਪਣੇ ਨਾਮਜ਼ਦਗੀ ਪੱਤਰ ਭਰ ਸਕਦੇ ਹੋ। ਹੁਣ ਇਹ ਨਾਮਜ਼ਦਗੀ ਪੱਤਰ ਇਹ ਹੈ, ਜਿਵੇਂ ਸਪੋਜ਼ ਕਰੋ ਕਿ ਮੇਰੀ ਇੱਛਾ ਹੈ ਕਿ ਮੈਂ ਇਲੈਕਸ਼ਨ ਦੇ ਵਿੱਚ ਖੜਾ ਹੋਵਾਂ ਤੇ ਮੈਂ MLA ਬਣਾ, ਠੀਕ ਹੈ, ਮੈਂ ਇਲੈਕਸ਼ਨ ਦੇ ਵਿੱਚ ਖੜਾ ਹੋਵਾਂ ਤੇ ਮੈਂ MLA ਬਣਾ। ਸੋ ਉਸ ਕੇਸ ਦੇ ਵਿੱਚ ਮੈਨੂੰ ਜੋ ਹੈ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਪਏਗਾ, ਦੱਸਣਾ ਪਏਗਾ ਕਿ ਮੈਂ ਇਲੈਕਸ਼ਨ ਦੇ ਵਿੱਚ ਖੜਾ ਹੋਣਾ ਚਾਹੁੰਦਾ ਹਾਂ। ਸੋ ਇਲੈਕਸ਼ਨ ਕਮਿਸ਼ਨ ਵੱਲੋਂ ਕੁਝ ਮੈਨੂੰ ਫਾਰਮ ਦਿੱਤੇ ਜਾਣਗੇ, ਠੀਕ ਹੈ। ਉਹ ਫਾਰਮ ਜੋ ਹੈ ਭਰ ਕੇ ਉਹਦੇ ਨਾਲ ਮੈਨੂੰ ਇੱਕ ਜ਼ਮਾਨਤ ਰਾਸ਼ੀ ਹੁੰਦੀ ਹੈ ਜੋ ਕਿ 10,000 ਜਾਂ 15,000 ਦੇ ਆਸ-ਪਾਸ ਹੁੰਦੀ ਹੈ। ਮੈਨੂੰ ਐਗਜ਼ੈਕਟ ਫਿਗਰ ਨਹੀਂ ਯਾਦ ਹੈ, ਠੀਕ ਹੈ। ਸਪੋਜ਼ ਕਰ ਲਓ 10,000 ਰੁਪਏ ਹੈ, ਠੀਕ ਹੈ। ਇਹਨੂੰ ਜ਼ਮਾਨਤ ਰਾਸ਼ੀ ਕਹਿੰਦੇ ਹੈ, ਠੀਕ ਹੈ। ਤੇ ਇਹ ਫਾਰਮਸ ਜਿਹੜੇ ਹੈ ਭਰ ਕੇ 10,000 ਰੁਪਏ ਜਿਹੜੇ ਹੈ ਇਹ ਦੇ ਨਾਲ 10,000 ਦੇ ਡਰਾਫਟ ਦੇ ਨਾਲ ਮੈਨੂੰ ਇੱਕ ਰਿਟਰਨਿੰਗ ਆਫਿਸਰ ਯਾਨੀ ਕਿ ਸ਼ਹਿਰ ਦਾ DC ਹੋ ਸਕਦਾ ਹੈ ਜਾਂ ਫਿਰ ਜੋ ਹੈ ਤੁਹਾਡਾ ਸ਼ਹਿਰ ਦਾ DC ਹੋ ਸਕਦਾ ਹੈ ਜਾਂ ਫਿਰ SDM ਹੋ ਸਕਦਾ ਹੈ। SDM ਜਾਂ ਫਿਰ DC, ਜਿਹਨੂੰ ਵੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਹੋਇਆ ਹੈ ਕਿ ਤੁਸੀਂ ਰਿਟਰਨਿੰਗ ਆਫਿਸਰ ਹੋ, ਠੀਕ ਹੈ। ਸੋ ਮੈਂ ਇਹ ਫਾਰਮ ਜੋ ਹੈ ਔਰ 10,000 ਰੁਪਈਆ ਹੈ ਉਹ ਜਮ੍ਹਾਂ ਕਰਵਾਊਂਗਾ SDM ਨੂੰ ਜਾਂ ਫਿਰ DC ਨੂੰ, ਠੀਕ ਹੈ ਜੀ। ਔਰ ਇਹ ਮੈਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ 21 ਤਰੀਕ ਤੋਂ ਤੁਹਾਡੀ ਜਿਹੜੀ ਹੈਗੀ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ। ਲਾਸਟ ਡੇਟ ਆਫ ਮੇਕਿੰਗ ਨੋਮੀਨੇਸ਼ਨ ਮਤਲਬ ਤੁਸੀਂ 28 ਤਰੀਕ ਤੱਕ ਇਹ ਫਾਰਮ ਭਰ ਕੇ ਜਿਹੜੇ ਹੈ ਜਮ੍ਹਾਂ ਕਰਵਾ ਸਕਦੇ ਹੋ, ਠੀਕ ਹੈ ਜੀ, 28 ਜਨਵਰੀ 2022 ਤੱਕ। ਉਸ ਤੋਂ ਬਾਅਦ ਜਦੋਂ ਤੁਸੀਂ ਜਮ੍ਹਾਂ ਕਰਵਾ ਕੇ ਚਲ ਗਏ, ਹੁਣ ਇਹਨਾਂ ਫਾਰਮਸ ਦੇ ਵਿੱਚ ਕੋਈ ਗਲਤੀ ਤਾਂ ਨਹੀਂ ਹੈਗੀ, ਇਹ ਵੀ ਤਾਂ ਚੈੱਕ ਕਰਨਾ ਪਏਗਾ। ਇਹਨੂੰ ਚੈੱਕ ਕਰਨ ਦੀ ਜ਼ਿੰਮੇਵਾਰੀ ਕਿਹਦੀ ਹੈ? ਰਿਟਰਨਿੰਗ ਆਫਿਸਰ ਦੀ। ਜੇ ਕਿਸੇ ਦੇ ਪੇਪਰ ਦੇ ਵਿੱਚ ਕੋਈ ਕਮੀ ਪੇਸ਼ੀ ਹੋਏਗੀ ਤਾਂ ਉਸਦੇ ਨੋਮੀਨੇਸ਼ਨਸ ਨੂੰ ਜੋ ਹੈ ਰੱਦ ਕਰ ਦਿੱਤਾ ਜਾਏਗਾ। ਔਰ ਬਹੁਤ ਸਾਰੇ ਨੋਮੀਨੇਸ਼ਨਸ ਰੱਦ ਹੁੰਦੇ ਵੀ ਹੈ ਹਰ ਸਾਲ ਜਿਨ੍ਹਾਂ ਦੇ ਫਾਰਮਸ ਦੇ ਵਿੱਚ ਗਲਤੀਆਂ ਹੁੰਦੀਆਂ ਹੈ, ਠੀਕ ਹੈ। ਜਿਹੜੀਆਂ ਤਾਂ ਬਹੁਤ ਵੱਡੀਆਂ ਪਾਰਟੀਆਂ ਹੁੰਦੀਆਂ ਉਹਨਾਂ ਕੋਲ ਇੱਕ ਵਕੀਲਾਂ ਦੀ ਬਹੁਤ ਵੱਡੀ ਟੀਮ ਜਾਂ ਫੌਜ ਹੁੰਦੀ ਹੈ ਜਾਂ ਪ੍ਰੋਫੈਸ਼ਨਲ ਦੀ ਬਹੁਤ ਵੱਡੀ ਟੀਮ ਹੁੰਦੀ ਹੈ ਜਿਹੜੇ ਇਹਨਾਂ ਡਾਕੂਮੈਂਟਸ ਨੂੰ ਵਧੀਆ ਤਰੀਕੇ ਅੱਛੇ ਤਰੀਕੇ ਚੈੱਕ ਕਰਦੇ ਨੇ, ਠੀਕ ਹੈ।
ਸੋ ਉਹਨਾਂ ਦੇ ਫਾਰਮਸ ਰੱਦ ਹੋਣ ਦੀ ਤਾਂ ਮਤਲਬ ਕਦੇ ਕੋਈ ਸੰਭਾਵਨਾ ਨਹੀਂ ਹੁੰਦੀ, ਲੇਕਿਨ ਜਿਹੜੇ ਤੁਹਾਡੇ ਵਰਗੇ ਜਾਂ ਮੇਰੇ ਵਰਗੇ ਮਾਤਰ ਸਾਥੀ ਲੋਕ ਹੈ ਉਹਨਾਂ ਦੇ ਫਾਰਮਸ ਅਕਸਰ ਰਿਜੈਕਟ ਹੁੰਦੇ ਵੀ ਹੈ, ਕਿਉਂਕਿ ਉਹਨਾਂ ਫਾਰਮ ਦੇ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ। ਫਾਰਮ ਪ੍ਰੋਪਰ ਭਰ ਕੇ ਨਹੀਂ ਦਿੱਤਾ, ਕੋਈ ਇਨਫੋਰਮੇਸ਼ਨ ਜੋ ਮੰਗੀ ਗਈ ਸੀ, ਕੋਈ ਐਫੀਡੇਵਿਟ ਪ੍ਰੋਪਰ ਮੰਗਿਆ ਸੀ ਜੋ ਪੂਰਾ ਨਹੀਂ ਦਿੱਤਾ ਗਿਆ। ਸੋ 21 ਤਰੀਕ ਤੋਂ 28 ਤਰੀਕ ਤੱਕ ਤੁਹਾਡੇ ਕੋਲ 7 ਜਾਂ 8 ਦਿਨ ਦਿੱਤੇ ਕਿ ਤੁਸੀਂ ਨੋਮੀਨੇਸ਼ਨ ਜਿਹਨੇ ਫਾਈਲ ਕਰਨੀਆਂ ਕਰ ਲਓ ਜੀ, ਠੀਕ ਹੈ ਜੀ। 29 ਤਰੀਕ ਨੂੰ ਇੱਕ ਦਿਨ ਬਾਅਦ ਜੋ ਹੈ ਤੁਹਾਡਾ ਰਿਟਰਨਿੰਗ ਅਫਸਰ ਹੋਏਗਾ, ਉਹਨਾਂ ਡਾਕੂਮੈਂਟਸ ਦੀ ਪੜਤਾਲ ਕਰੇਗਾ, ਉਹਨਾਂ ਦਸਤਾਵੇਜ਼ਾਂ ਦੀ ਪੜਤਾਲ ਕਰੇਗਾ ਕਿ ਸਹੀ ਹੈ ਜਾਂ ਗਲਤ ਹੈ, ਠੀਕ ਹੈ। ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਇੰਨਾ ਚੰਗਾ ਹੈ ਕਿ ਤੁਹਾਨੂੰ 2 ਦਿਨ ਦਾ ਸਮਾਂ ਇਹ ਵੀ ਦੇ ਰਿਹਾ ਹੈ, 3 ਦਿਨ ਦਾ ਸਮਾਂ ਦੇ ਰਿਹਾ ਹੈ। 28 ਤਰੀਕ ਤੱਕ ਤੁਸੀਂ ਨੋਮੀਨੇਸ਼ਨ ਦੇਤੀ, ਠੀਕ ਹੈ, ਕਿ ਮੈਂ ਐਜ਼ ਏ ਕੈਂਡੀਡੇਟ ਜੋ ਹੈ ਉਹ ਆਪਣੀ ਜੋ ਨੋਮੀਨੇਸ਼ਨ ਭਰ ਕੇ ਦਿੱਤਾ ਸੀ ਕਿ ਮੈਂ ਇਲੈਕਸ਼ਨ 'ਚ ਖੜਾ ਹੋਣਾ ਚਾਹੁੰਦਾ, ਜੇ ਮੈਂ ਇਲੈਕਸ਼ਨਸ ਤੋਂ ਆਪਣਾ ਨਾਮ ਵਾਪਸ ਵੀ ਲੈਣਾ ਚਾਹੁੰਦਾ ਹਾਂ ਤਾਂ ਮੈਂ ਲੈ ਸਕਦਾ ਹਾਂ। ਮੈਨੂੰ ਫਿਰ ਐਜ਼ ਏ ਕੈਂਡੀਡੇਟ ਜੋ ਹੈ ਉਹ ਬਤੌਰ ਕੈਂਡੀਡੇਟ ਜੋ ਹੈ ਉਹ ਇਲੈਕਸ਼ਨਸ ਦੇ ਵਿੱਚ ਪਾਰਟ ਲੈਣ ਦਾ ਕੋਈ ਵੀ ਹਿੱਸਾ ਨਹੀਂ ਰਹੇਗਾ। ਫਿਰ ਮੈਂ ਐਜ਼ ਏ ਵੋਟਰ ਵੋਟ ਪਾਉਣ ਜ਼ਰੂਰ ਜਾਊਂਗਾ, ਮੈਂ ਕੈਂਡੀਡੇਟ ਹੀ ਨਹੀਂ ਰਿਹਾ। ਲੇਕਿਨ ਜੇ ਮੈਂ 31 ਤਰੀਕ ਤੱਕ ਜੋ ਹੈ ਉਹ ਆਪਣਾ ਕੈਂਡੀਡੇਚਰ ਜੋ ਹੈ ਯਾਨੀ ਕਿ ਆਪਣੀ ਉਮੀਦਵਾਰੀ ਜੋ ਹੈ, ਆਪਣਾ ਜੋ ਦਾਵਾ ਹੈ ਉਹ ਵਾਪਸ ਨਾ ਲਿਆ, ਠੀਕ ਹੈ, ਸੋ ਫਿਰ ਉਸ ਹਾਲਾਤ ਦੇ ਵਿੱਚ ਮੈਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਉਹ ਵੀ ਮੈਂ ਚੋਣ ਨਿਸ਼ਾਨ ਲੈਣਾ ਚਾਹੁੰਦਾ, ਜਿਵੇਂ ਕਿ ਮੈਂ ਪਿਛਲੀ ਵੀਡੀਓ 'ਚ ਕਿਹਾ ਸੀ ਮੈਨੂੰ ਬੈਟ ਦਾ ਚੋਣ ਨਿਸ਼ਾਨ ਦੇ ਦਿਓ, ਜਾਂ ਉਸ ਤੋਂ ਵੀ ਪਹਿਲਾਂ ਮੈਂ ਇਹ ਕਹਿ ਦਿੰਦਾ ਮੈਨੂੰ ਨਾ ਹੱਥ ਪੰਜੇ ਦਾ ਚੋਣ ਨਿਸ਼ਾਨ ਦੇ ਦਿਓ। ਤਾਂ ਉਹ ਕਹਿਣਗੇ ਕਿ ਹੱਥ ਪੰਜੇ ਦਾ ਚੋਣ ਨਿਸ਼ਾਨ ਜੋ ਹੈ, ਜੋ ਹੱਥ ਪੰਜੇ ਦਾ ਚੋਣ ਨਿਸ਼ਾਨ ਹੈ ਉਹ ਆਲਰੇਡੀ ਕਾਂਗਰਸ ਪਾਰਟੀ ਨੂੰ ਮਿਲਿਆ ਹੋਇਆ ਹੈ, ਠੀਕ ਹੈ। ਔਰ ਕਾਂਗਰਸ ਪਾਰਟੀ ਜਦੋਂ ਵੀ ਕੋਈ ਪਾਰਟੀ ਮਾਨਤਾ ਪ੍ਰਾਪਤ ਹੋ ਜਾਂਦੀ ਹੈ, ਰਾਸ਼ਟਰੀ ਦਲ ਬਣ ਜਾਂਦੀ ਹੈ ਜਾਂ ਫਿਰ ਰਾਸ਼ਟਰੀ ਰੀਜਨਲ ਦਲ ਬਣ ਜਾਂਦੀ ਹੈ, ਇਹ ਮੈਂ ਦੋਨੋਂ ਪੜ੍ਹਾਉਣੇ ਆ ਤੁਹਾਨੂੰ। ਰਾਸ਼ਟਰੀ ਯਾਨੀ ਕਿ ਨੈਸ਼ਨਲ ਲੈਵਲ ਤੇ ਕੋਈ ਪਾਰਟੀ ਹੈ ਜਿਹਦਾ ਪੂਰੇ ਇੰਡੀਆ ਦੇ ਵਿੱਚ ਜਿਹਦੇ ਕੈਂਡੀਡੇਟ ਖੜੇ ਹੁੰਦੇ, ਪੂਰੇ ਇੰਡੀਆ ਦੀ ਵਿਧਾਨ ਸਭਾਵਾਂ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਉਹਨਾਂ ਦੇ ਕੁਝ ਨਾ ਕੁਝ ਮੈਂਬਰ ਪਹੁੰਚ ਰਹੇ ਹੈ, ਠੀਕ ਹੈ, ਉਹ ਜੀ ਪਾਰਟੀਆਂ ਨੂੰ ਰਾਸ਼ਟਰੀ ਪਾਰਟੀ ਕਿਹਾ ਜਾਂਦਾ ਹੈ। ਜਿਹੜੀਆਂ ਇੱਕ ਸੀਮਿਤ ਜਿਨ੍ਹਾਂ ਦਾ ਪ੍ਰਭਾਵ ਹੁੰਦਾ, ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਆ, ਸਿਰਫ ਪੰਜਾਬ ਤੱਕ ਸੀਮਿਤ ਹੈ, ਪੰਜਾਬ ਤੋਂ ਬਾਹਰ ਨਾ ਤਾਂ ਉਹ ਕਦੇ ਕਿਸੇ ਹੋਰ ਵਿਧਾਨ ਸਭਾ ਦੇ ਇਲੈਕਸ਼ਨਸ ਖੜੇ ਹੁੰਦੇ ਨੇ, ਨਾ ਉਹ ਲੋਕ ਸਭਾ ਦੀਆਂ ਸੀਟਾਂ ਜੋ ਹੈ ਪੰਜਾਬ ਤੋਂ ਬਾਹਰ ਕਦੇ ਜਿੱਤ ਪਾਉਂਦੇ ਨੇ, ਠੀਕ ਹੈ। ਤਾਂ ਉਹ ਜੀ ਪਾਰਟੀ ਨੂੰ ਰੀਜਨਲ ਪਾਰਟੀਜ਼ ਕਿਹਾ ਜਾਂਦਾ ਹੈ, ਠੀਕ ਹੈ। ਸੋ ਪਾਰਟੀਆਂ ਨੂੰ ਜੋ ਮਾਨਤਾ ਪ੍ਰਾਪਤ ਹੋ ਜਾਂਦੀ ਹੈ ਕਿ ਕੋਈ ਰੀਜਨਲ ਪਾਰਟੀ ਹੈ, ਖੇਤਰੀ ਪਾਰਟੀ ਹੈ, ਕੋਈ ਲੋਕਲ ਪਾਰਟੀ ਹੈ ਜਾਂ ਫਿਰ ਕੋਈ ਜੋ ਹੈ ਰਾਸ਼ਟਰੀ ਪਾਰਟੀ ਹੈ, ਇਹ ਮਾਨਤਾ ਕੌਣ ਦਿੰਦਾ ਹੈ? ਇਸ ਦੀ ਜ਼ਿੰਮੇਵਾਰੀ ਜੋ ਹੈ ECI ਨੂੰ ਦਿੱਤੀ ਗਈ ਹੈ। ਜਦੋਂ ਆਪਾਂ ਫੰਕਸ਼ਨਸ ਪੜ੍ਹੇ ਸੀ ਉਦੋਂ ਮੈਂ ਦੇਖਿਆ ਸੀ, ਦੱਸਿਆ ਸੀ ਕਿ ਪਾਰਟੀਆਂ ਨੂੰ ਰਜਿਸਟਰ ਕਰਨ ਦੀ ਜ਼ਿੰਮੇਵਾਰੀ ਵੀ ECI ਦੀ ਹੈ। ਉਸ ਤੋਂ ਬਾਅਦ ਉਹ ਖੇਤਰੀ ਪਾਰਟੀਆਂ ਕਹਿਲਾਣਗੀਆਂ ਜਾਂ ਰਾਸ਼ਟਰੀ ਪਾਰਟੀਆਂ ਬਣਨਗੀਆਂ, ਉਸ ਦੀ ਵੀ ਜ਼ਿੰਮੇਵਾਰੀ ਜੋ ਹੈ ECI ਨੂੰ ਦਿੱਤੀ ਗਈ ਹੈ, ਠੀਕ ਹੈ। ਤੇ ਮੈਂ ਹੁਣ ਜਦੋਂ ਫਾਰਮ ਭਰ ਕੇ ਦਿੱਤੇ ਸੀ ਉਦੋਂ ਮੈਂ ਲਿਖ ਕੇ ਕਿਹਾ ਸੀਗਾ ਕਿ ਮੈਨੂੰ ਜਿਹੜਾ ਹੈ ਉਹ ਚੋਣ ਨਿਸ਼ਾਨ ਪੰਜਾ ਦੇ ਦਿਓ, ਤਾਂ ECI ਕਹੇਗਾ ਕਿ ਤੁਹਾਨੂੰ ਚੋਣ ਨਿਸ਼ਾਨ ਪੰਜਾ ਨਹੀਂ ਦਿੱਤਾ ਜਾ ਸਕਦਾ, ਤੁਸੀਂ ਕੋਈ ਹੋਰ ਚੋਣ ਨਿਸ਼ਾਨ ਦੀ ਡਿਮਾਂਡ ਕਰੋਗੇ ਕਿ ਪੰਜਾ ਆਲਰੇਡੀ ਐਲੋਕੇਟਡ ਹੈ, ਠੀਕ ਹੈ। ਤਾਂ ਮੈਂ ਕਹਿ ਦੂੰਗਾ ਜੀ ਮੈਨੂੰ ਬੈਟ ਦੇ ਦਿਓ, ਤਾਂ ਉਹ ਚੈੱਕ ਕਰ ਲੈਣਗੇ, ਪੜਚੋਲ ਕਰ ਲੈਣਗੇ ਕਿ ਕਿਸੇ ਹੋਰ ਪਾਰਟੀ ਦਾ ਜਾਂ ਕਿਸੇ ਹੋਰ ਕੈਂਡੀਡੇਟ ਨੂੰ ਅਸੀਂ ਆਲਰੇਡੀ ਬੈਟ ਤਾਂ ਨਹੀਂ ਦਿੱਤਾ। ਜੇ ਨਹੀਂ ਦਿੱਤਾ ਹੋਇਆ ਤਾਂ ਮੈਨੂੰ ਇੱਕ ਚੋਣ ਨਿਸ਼ਾਨ ਬੈਟ ਅਲੋਟ ਹੋ ਜਾਏਗਾ। ਤੇ ਜਿਹੜੀ EVM ਮਸ਼ੀਨ ਹੈ ਉਸ ਵਿੱਚ ਜਦੋਂ ਕੈਂਡੀਡੇਟ ਦੇ ਨਾਮ ਲਿਖੇ ਹੋਣਗੇ 1 ਨੰਬਰ 2 ਨੰਬਰ 3 ਨੰਬਰ, ਠੀਕ ਹੈ, ਉਹਦੇ ਅੱਗੇ ਜੋ ਹੋਏਗਾ ਜਾਂ ਉਹਦੇ ਅਗਰ ਚੋਣ ਨਿਸ਼ਾਨ ਹੋਏਗਾ ਤਾਂ ਉੱਥੇ ਮੈਨੂੰ ਜੋ ਹੈ ਉਹ ਬੈਟ ਚੋਣ ਨਿਸ਼ਾਨ ਦੇ ਦਿੱਤਾ ਜਾਏਗਾ। ਮੇਰਾ ਸੀਰੀਅਲ ਨੰਬਰ ਵੀ ਮੈਨੂੰ ਅਲਾਟ ਕਰ ਦਿੱਤਾ ਜਾਏਗਾ ਕਿ 3 ਨੰਬਰ ਸੀਟ ਤੇ ਤਾਂ ਸੀਰੀਅਲ ਨੰਬਰ ਤੇ ਤੁਹਾਨੂੰ ਬੈਟ ਚੋਣ ਨਿਸ਼ਾਨ ਦਿੱਤਾ ਜਾ ਚੁੱਕਾ ਹੈ। ਜਿਵੇਂ ਮੇਰਾ ਨਾਮ ਜੋ ਵੀ ਹੋਏਗਾ, ਜੀ ਤੋਂ ਮੇਰਾ ਨਾਮ ਹੈ, ਠੀਕ ਹੈ, ਸੋ ਜੀ ਨੂੰ ਬੈਟ ਚੋਣ ਨਿਸ਼ਾਨ ਦਿੱਤਾ ਗਿਆ, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਚੋਣਾਂ ਦੀ ਡੇਟ ਵੀ ਜੋ ਹੈ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਨਾਲ ਹੀ ਨਾਲ ਡਿਕਲੇਅਰ ਕੀਤੀ। ਜਿਵੇਂ ਸਾਰੀਆਂ ਡੇਟਾਂ ਦੱਸੀਆਂ ਗਈਆਂ, ਇੱਕੋ ਹੀ ਪੂਰਾ ਸ਼ੈਡਿਊਲ ਬਣਾ ਕੇ ਦਿੰਦੇ ਆ, ਉਹਦੇ ਵਿੱਚ ਉਹਨਾਂ ਨੇ ਡੇਟ ਵੀ ਦੱਸਤੀ ਕਿ 14 ਤਰੀਕ ਨੂੰ ਤੁਹਾਡੇ ਪੰਜਾਬ ਦੇ ਵਿੱਚ ਇਲੈਕਸ਼ਨਸ ਹੋਣਗੇ, ਠੀਕ ਹੈ। 14 ਤਰੀਕ ਨੂੰ ਤੁਹਾਡੇ ਪੰਜਾਬ ਦੇ ਵਿੱਚ ਇਲੈਕਸ਼ਨਸ ਹੋਣਗੇ। ਹਾਂ, ਪਹਿਲਾਂ ਇਹਨਾਂ ਨੇ 14 ਕਿਹਾ ਸੀ, ਫਿਰ ਉਸ ਤੋਂ ਬਾਅਦ ਇਸ ਡੇਟ ਨੂੰ 20 ਤਰੀਕ ਕਰ ਦਿੱਤਾ ਗਿਆ ਸੀ, ਕਿਉਂਕਿ ਪੰਜਾਬ ਸਰਕਾਰ ਵੱਲੋਂ ਜੋ ਹੈ ਇਹ ਡਿਮਾਂਡ ਕੀਤੀ ਗਈ ਸੀ ਕਿ 16 ਫਰਵਰੀ ਦੇ ਆਸ-ਪਾਸ ਜੋ ਹੈ ਰਵਿਦਾਸ ਜਯੰਤੀ ਹੁੰਦੀ ਹੈ ਪੰਜਾਬ ਦੇ ਵਿੱਚ। ਸੋ ਇਸ ਕਰਕੇ ਬਹੁਤ ਸਾਰੇ ਸ਼ਰਧਾਲੂ ਜੋ ਹੈ UP ਵਾਰਾਣਸੀ ਜੋ ਹੈ ਜਾਂਦੇ ਨੇ ਰਵਿਦਾਸ ਜੀ ਦੀ ਜਯੰਤੀ ਮਨਾਉਣ ਲਈ। ਸੋ ਇਸ ਕਰਕੇ ਬਹੁਤ ਸਾਰੇ ਲੋਕ ਜੋ ਹੈ ਆਪਣੇ ਅਧਿਕਾਰ ਤੋਂ, ਜਿਹੜਾ ਉਹਨਾਂ ਦਾ ਬਾਲਗ ਮਤਾਧਿਕਾਰ ਹੈ, ਉਹਦੇ ਤੋਂ ਵਾਂਝੇ ਰਹਿ ਜਾਣਗੇ। ਇਸ ਕਰਕੇ ਇਸ ਡੇਟ ਨੂੰ ਬਦਲ ਕੇ ਜੋ ਹੈ 20 ਫਰਵਰੀ ਕਰ ਦਿੱਤਾ ਜਾਵੇ। ਬਾਅਦ ਵਿੱਚ ਇਸ ਡੇਟ ਨੂੰ 20 ਫਰਵਰੀ ਕਰ ਦਿੱਤਾ ਗਿਆ ਸੀ, ਠੀਕ ਹੈ ਜੀ। ਉਹਨਾਂ ਨੇ ਡੇਟ ਆਫ ਪੋਲ ਵੀ ਲਿਖਤੀ, ਕਿਸ ਦਿਨ ਨੂੰ ਵੋਟਾਂ ਪੈਣਗੀਆਂ। ਉਸ ਤੋਂ ਬਾਅਦ ਡੇਟ ਆਫ ਕਾਊਂਟਿੰਗ, ਕਿਸ ਡੇਟ ਨੂੰ ਗਣਨਾ ਹੋਏਗੀ, ਠੀਕ ਹੈ ਜੀ, 10 ਤਰੀਕ ਨੂੰ ਗਣਨਾ ਹੋਏਗੀ ਤੇ ਦੱਸਿਆ ਜਾਏਗਾ ਕਿ ਕਿਹੜਾ ਕੈਂਡੀਡੇਟ ਜਿਹੜਾ ਹੈ ਉਹ ਇੱਕ ਹਲਕੇ ਦੇ ਵਿੱਚੋਂ ਜਿੱਤ ਰਿਹਾ ਹੈ। ਸੋ ਇਹ ਸਾਰਾ ਸ਼ੈਡਿਊਲ ਹੈ, ਠੀਕ ਹੈ ਜੀ। ਹੁਣ ਇਹ ਸਾਰਾ ਸ਼ੈਡਿਊਲ ਜੇ ਤੁਹਾਨੂੰ ਸਮਝ ਆ ਚੁੱਕਿਆ ਹੈ, ਸੋ ਮੇਰਾ ਕੰਮ ਬਹੁਤ ਆਸਾਨ ਹੋ ਚੁੱਕਾ ਹੈ, ਤੁਹਾਡਾ ਵੀ ਇਹ ਸਾਰਾ ਕੰਮ ਆਸਾਨ ਹੋ ਗਿਆ। ਹੁਣ ਆਪਾਂ ਸਿੱਧਾ ਚੱਲਾਂਗੇ ਜੀ, ਹੁਣ ਕਿੱਥੇ ਚੱਲਾਂਗੇ? ਹੁਣ ਚੱਲਾਂਗੇ ਆਪਾਂ ਆਪਣੀ ਬੁੱਕ ਤੇ, ਜਿੱਥੇ ਚੋਣ ਪ੍ਰਕਿਰਿਆ ਲਿਖੀ ਹੋਈ ਹੈ, ਠੀਕ ਹੈ ਜੀ। ਚਲੋ ਹੁਣ ਚੋਣ ਪ੍ਰਕਿਰਿਆ ਤੇ ਚੱਲਦੇ ਹਾਂ। ਬੜੇ ਆਰਾਮ ਨਾਲ ਤੁਸੀਂ ਸਾਰਾ ਕੁਝ ਬਹੁਤ ਈਜ਼ੀਲੀ ਸਮਝ ਪਾਓਗੇ, ਮੈਨੂੰ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਊਗੀ, ਠੀਕ ਹੈ ਜੀ। ਸੋ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕਿੱਥੋਂ ਹੋ ਰਹੀ ਹੈ? ਕਹਿੰਦਾ ਚੋਣ ਖੇਤਰ ਨਿਰਧਾਰਿਤ ਕਰਨ ਤੋਂ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਹੋ ਰਹੀ ਹੈ। ਇਹ ਤਾਂ ਮੈਂ ਆਲਰੇਡੀ ਤੁਹਾਨੂੰ ਸਮਝਾ ਚੁੱਕਿਆ ਕਿ ਪੂਰਾ ਭਾਰਤ ਜੋ ਹੈ,
ਪੂਰੇ ਭਾਰਤ ਨੂੰ ਆਬਾਦੀ ਮੇਰੀ ਬਿਲਕੁਲ ਸਭ ਤੋਂ ਪਹਿਲੀ ਵੀਡੀਓ ਜੇ ਤੁਸੀਂ ਧਿਆਨ ਨਾਲ ਦੇਖੀ ਹੈ ਤੁਹਾਨੂੰ ਇਹ ਗੱਲ ਸਮਝਣ ਨੂੰ ਬਿਲਕੁਲ ਦਿੱਕਤ ਨਹੀਂ ਆਏਗੀ ਕਿ ਪੂਰੇ ਭਾਰਤ ਨੂੰ ਜੋ ਹੈ ਉਹ ਬਰਾਬਰ ਚੋਣ ਖੇਤਰਾਂ ਵਿੱਚ ਵੰਡ ਲਿਆ ਜਾਂਦਾ ਹੈ ਕਿਸ ਆਧਾਰ ਤੇ, ਜਨਸੰਖਿਆ ਦੇ ਆਧਾਰ ਤੇ। ਠੀਕ ਹੈ, ਜਿਵੇਂ ਮੈਂ ਕਿਹਾ ਸੀ ਪੂਰਾ ਭਾਰਤ ਹੈ, ਠੀਕ ਹੈ ਜੀ। ਤੇ ਇਹ ਸਪੋਜ਼ ਕਰੋ ਚਾਂਦਨੀ ਚੌਕ ਇਲਾਕਾ ਹੈ, ਬਹੁਤ ਛੋਟਾ, ਇਹਦੇ ਵਿੱਚ 20 ਲੱਖ ਦੀ ਆਬਾਦੀ ਇੱਥੇ ਪੂਰੇ ਆ ਗਈ। ਲੇਕਿਨ ਆਹ ਸਪੋਜ਼ ਕਰੋ ਲੱਦਾਖ ਦਾ ਏਰੀਆ, ਇਹਦੇ ਵਿੱਚ ਇਹ ਪੂਰੇ ਇਲਾਕੇ ਦੇ ਵਿੱਚ 20 ਲੱਖ ਦੀ ਆਬਾਦੀ ਆਈ। ਸਪੋਜ਼ ਕਰੋ ਇਹ ਪੰਜਾਬ ਦੀ ਕੋਈ ਲੁਧਿਆਣਾ ਸੀਟ ਹੈ, ਸਪੋਜ਼ ਕਰ ਲਓ ਇਹ ਅੰਮ੍ਰਿਤਸਰ ਦੀ ਸੀਟ ਹੈ, ਠੀਕ ਹੈ ਜੀ। ਉਸੇ ਤਰੀਕੇ ਇਹ ਯੂਪੀ ਦੇ ਜੋ ਹੈ ਵਾਰਾਣਸੀ ਦੀ ਸੀਟ ਹੈ। ਸੋ ਇੱਦਾਂ ਕਰਕੇ 20 ਲੱਖ ਜਿੱਥੇ ਵੀ ਲੋਕ ਪੂਰੇ ਹੋਈ ਜਾਣਗੇ ਉਸ ਇਲਾਕੇ ਨੂੰ ਏਰੀਆ ਵਾਈਜ਼ ਜੋ ਹੈ ਕੌਂਸਟੀਟੂਐਂਸੀ ਯਾਨੀ ਕਿ ਖੇਤਰੀ ਜੋ ਹੈ ਪ੍ਰਤੀਨਿਧਤਾ, ਮੈਂ ਕੱਲ ਸਮਝਾਇਆ ਸੀ ਖੇਤਰੀ ਪ੍ਰਤੀਨਿਧਤਾ, ਠੀਕ ਹੈ ਜੀ। ਸੋ ਏਰੀਆ ਵਾਈਜ਼ ਰਿਪਰੈਜ਼ੈਂਟੇਸ਼ਨ ਜੋ ਹੈ ਮਿਲਦੀ ਰਹੇਗੀ। 20 ਲੱਖ ਆਲਮੋਸਟ ਆਬਾਦੀ ਇਹ ਮੰਨੀ ਗਈ ਹੈ ਕਿ 20 ਲੱਖ ਦੀ ਆਬਾਦੀ ਦੇ ਉੱਤੇ ਇੱਕ ਨੁਮਾਇੰਦਾ ਜੋ ਹੈ ਚੁਣ ਕੇ ਸੰਸਦ 'ਚ ਭੇਜਿਆ ਜਾ ਸਕਦਾ ਹੈ। ਸੇਮ ਲਾਈਕ ਦੈਟ ਪੰਜਾਬ ਦੇ ਵਿੱਚ ਜੋ ਹੈ 117 ਚੋਣ ਖੇਤਰ ਜੋ ਨਿਰਧਾਰਿਤ ਕੀਤੇ ਗਏ ਨੇ, ਠੀਕ ਹੈ ਜੀ। ਪੰਜਾਬ ਦੇ ਵਿੱਚ ਜੋ ਹੈ ਜਦੋਂ ਪੰਜਾਬ ਪੱਧਰ ਤੇ ਆ ਜਾਓਗੇ, ਠੀਕ ਹੈ, ਤਾਂ ਜੇ ਹੁਣ ਮੈਂ ਇੱਕ ਐਗਜ਼ਾਮਪਲ ਲੈਣਾ ਕਿ ਲੁਧਿਆਣਾ ਸੀਟ ਦੀ ਹੀ ਜੇ ਗੱਲ ਕਰਾਂ, ਲੁਧਿਆਣੇ ਦੇ ਵਿੱਚ ਲੋਕ ਸਭਾ ਦੇ ਵਿੱਚ ਇੱਕ ਮੈਂਬਰ ਹੀ ਜੋ ਰਿਪਰੈਜ਼ੈਂਟ ਕਰਨ ਜਾ ਰਿਹਾ, ਜੋ ਲੁਧਿਆਣੇ ਦੇ 20 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਠੀਕ ਹੈ। ਲੇਕਿਨ ਲੁਧਿਆਣੇ ਦੇ ਵਿੱਚ ਜੇ ਤੁਸੀਂ ਵਿਧਾਨ ਸਭਾ ਦੀ ਗੱਲ ਕਰੋ, ਵਿਧਾਨ ਸਭਾ ਸੀਟਾਂ ਦੀ ਗੱਲ ਕਰੋ ਤਾਂ 14 ਵਿਧਾਨ ਸਭਾ ਸੀਟਾਂ ਨੇ। 14 ਵਿਧਾਨ ਸਭਾ ਸੀਟਾਂ ਸਿਰਫ ਲੁਧਿਆਣੇ 'ਚ ਹੈ। ਮਤਲਬ ਆਲਮੋਸਟ ਹਰ ਇੱਕ MLA ਜੋ ਹੈ, ਇੱਕ MLA ਰਿਪਰੈਜ਼ੈਂਟ ਕਰ ਰਿਹਾ ਹੈ ਆਲਮੋਸਟ 1.5 ਲੱਖ ਲੋਕਾਂ ਨੂੰ, ਠੀਕ ਹੈ ਜੀ। 1.5 ਲੱਖ ਲੋਕਾਂ ਨੂੰ ਇੱਕ MLA ਜੋ ਹੈ ਰਿਪਰੈਜ਼ੈਂਟ ਕਰ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਜੋ ਹੈ ਡੀਲਿਮਿਟੇਸ਼ਨ ਕਮਿਸ਼ਨ ਵੱਲੋਂ, ਯੋਜਨਾਬੰਦੀ ਕਮਿਸ਼ਨ ਨੇ ਕਹਿ ਰਿਹਾ, ਮੈਨੂੰ ਇਹਦੀ ਪੰਜਾਬੀ ਠੀਕ ਨਹੀਂ ਲੱਗ ਰਹੀ, ਜੋ ਇਹਦੀ ਐਗਜ਼ੈਕਟ ਤੁਸੀਂ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਹੋ। ਮੈਂ ਲਾਈਨ ਨੂੰ ਥੋੜਾ ਜਿਹਾ ਬੜਾ ਲਾ, 1 ਸੈਕਿੰਡ। ਹਾਂਜੀ, ਤੁਸੀਂ ਡੀਲਿਮਿਟੇਸ਼ਨ ਕਮਿਸ਼ਨ ਹੁੰਦਾ ਇੱਕ, ਠੀਕ ਹੈ ਜੀ, ਸੰਸਦ ਵੱਲੋਂ ਇਹ ਬਣਾਇਆ ਜਾਂਦਾ ਵੈ। ਡੀਲਿਮਿਟੇਸ਼ਨ ਕਮਿਸ਼ਨ ਐਕਟ ਦੇ ਥਰੂ ਬਣਾਇਆ ਜਾਂਦਾ, ਇੱਕ ਸੰਸਥਾ ਹੁੰਦੀ ਹੈ। ਇਹ ਕਮਿਸ਼ਨ ਜੋ ਹੈ ਉਹ ਇਹਨਾਂ ਇਲਾਕਿਆਂ ਨੂੰ ਵੰਡਦਾ ਹੈ ਕਿ ਕਿਸ ਇਲਾਕੇ ਦੇ ਵਿੱਚ ਜੋ ਹੈ ਉਹ ਕਿੰਨੀਆਂ ਸੀਟਾਂ ਜੋ ਹੈ ਦਿੱਤੀਆਂ ਜਾਣਗੀਆਂ, ਕਿਸ ਸੂਬੇ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾ ਸਕਦੀਆਂ, ਔਰ ਇੱਕ ਖੇਤਰ ਦੇ ਵਿੱਚ ਕਿਹੜਾ ਏਰੀਆ ਜੋ ਹੈ ਉਹਨੂੰ ਕਵਰ ਕੀਤਾ ਜਾਏਗਾ। ਜਿਵੇਂ ਕਿ ਮੈਂ ਆਲਰੇਡੀ ਦੱਸ ਚੁੱਕਿਆ ਕਿ 20 ਲੱਖ ਦੀ ਆਬਾਦੀ ਸ਼ਾਇਦ ਲੁਧਿਆਣੇ ਦੇ ਮੇਨ ਸ਼ਹਿਰ ਦੇ ਵਿੱਚ ਕਵਰ ਨਾ ਹੁੰਦੀ ਹੋਵੇ, ਤਾਂ ਲੁਧਿਆਣੇ ਦੇ ਨੇੜੇ ਤੇੜੇ ਵਾਲੇ ਜਿਹੜੇ ਤਹਿਸੀਲਾਂ ਨੇ, ਜਿਹੜੇ ਪਿੰਡ ਨੇ, ਉਹਨਾਂ ਨੂੰ ਵੀ ਇਹਦੇ ਨਾਲ ਇਨਕਲੂਡ ਕਰ ਦਿੱਤਾ ਜਾਏਗਾ। ਜਿਹੜੇ ਹੋਰ ਛੋਟੇ ਸ਼ਹਿਰ ਨੇ ਉਹਨਾਂ ਨੂੰ ਵੀ ਇਨਕਲੂਡ ਕਰਕੇ 20 ਲੱਖ ਆਬਾਦੀ ਬਣਾਉਣੀ ਜ਼ਰੂਰੀ ਹੈ। ਔਰ ਕੰਪੋਜ਼ਿਟਲੀ ਯਾਨੀ ਕਿ ਜੋ ਹੈ ਟੋਟਲ ਕਰਕੇ ਉਸ ਸੀਟ ਨੂੰ ਜੋ ਹੈ ਉਹ ਲੁਧਿਆਣਾ ਸੀਟ ਕਿਹਾ ਜਾਏਗਾ, ਜਦਕਿ ਉਹਦੇ ਵਿੱਚ ਲੁਧਿਆਣੇ ਦੇ ਨਾਲ ਲੱਗਦੇ ਹੋਰ ਬਹੁਤ ਸਾਰੇ ਇਲਾਕੇ ਜੋ ਹੈ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਠੀਕ ਹੈ ਜੀ। ਤਾਂ ਮੈਂ ਆਲਰੇਡੀ ਦੱਸਿਆ ਕਿ ਲੋਕ ਸਭਾ ਦੀ ਚੋਣਾਂ ਲਈ ਸਾਰੇ ਦੇਸ਼ ਨੂੰ ਵੰਡ ਲਿਆ, ਬਿਲਕੁਲ ਠੀਕ ਹੈ ਜੀ। ਵਿਧਾਨ ਸਭਾ ਦੀ ਚੋਣਾਂ ਲਈ ਪੂਰੇ ਰਾਜ ਨੂੰ, ਜਿਹੜਾ ਤੁਹਾਡਾ ਸੂਬਾ ਹੈ, ਠੀਕ ਹੈ ਜੀ, ਸਟੇਟ ਹੈ, ਉਹਨੂੰ ਵੰਡ ਲਿਆ, ਓਕੇ, ਠੀਕ ਹੈ। ਹੁਣ ਇਹ ਕੰਮ ਕੌਣ ਕਰੇਗਾ? ਇਹ ਯੋਜਨਾਬੰਦੀ ਕਮਿਸ਼ਨ ਯਾਨੀ ਕਿ ਡੀਲਿਮਿਟੇਸ਼ਨ ਕਮਿਸ਼ਨ ਵੱਲੋਂ ਇਹ ਕੀਤਾ ਜਾਏਗਾ, ਠੀਕ ਹੈ ਜੀ। ਜੋ ਮੁੱਖ ਚੋਣ ਕਮਿਸ਼ਨਰ ਹੋਏਗਾ ਉਹਦਾ ਮੈਂਬਰ ਹੋਏਗਾ ਇਸ ਕਮਿਸ਼ਨ ਦਾ, ਕੋਈ ਇਸ਼ੂ ਨਹੀਂ ਹੈ ਜੀ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਲਈ 117 ਚੋਣ ਖੇਤਰ ਨੇ, ਯਾਨੀ ਕਿ 117 ਹਲਕੇ ਨੇ, ਠੀਕ ਹੈ ਜੀ। ਤਾਂ ਜਿਵੇਂ ਮੈਂ ਆਲਰੇਡੀ ਗੱਲ ਦੱਸੀ ਕਿ 14 ਹਲਕੇ ਦਾ ਸਿਰਫ ਲੁਧਿਆਣੇ ਸ਼ਹਿਰ ਦੇ ਵਿੱਚ, ਇੱਦਾਂ ਹੀ ਅੰਮ੍ਰਿਤਸਰ ਦੇ ਵਿੱਚ ਕਿੰਨੇ ਹੋਣਗੇ, ਤੁਸੀਂ ਆਪਣੇ ਸ਼ਹਿਰ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਕਿੰਨੇ ਜੋ ਹੈ ਹਲਕੇ ਜੋ ਪਾਏ ਜਾ ਰਹੇ ਨੇ, ਜਿਨ੍ਹਾਂ ਨੂੰ ਤੁਸੀਂ ਵਿਧਾਨ ਸਭਾ ਦੇ ਵਿੱਚ ਚੁਣ ਕੇ ਜਿਹੜਾ ਆਪਣਾ MLAs ਨੇ ਭੇਜ ਰਹੇ ਹੋ, ਠੀਕ ਹੈ ਜੀ। ਤਾਂ ਆਪਣੀ ਤੁਸੀਂ ਕਿਹੜੀ ਲੋਕ ਸਭਾ ਸੀਟ ਦੇ ਵਿੱਚ, ਜਿਵੇਂ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਨੇ, ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਨੇ, ਠੀਕ ਹੈ। ਸੋ ਤੁਸੀਂ ਕਿਹੜੀ ਲੋਕ ਸਭਾ ਕਨਸਟੀਟੂਐਂਸੀ ਦੇ ਵਿੱਚ ਤੁਹਾਡਾ ਜਿਹੜਾ ਇਲਾਕਾ ਹੈ ਉਹ ਪਾਇਆ ਜਾਂਦਾ ਹੈ, ਤੁਸੀਂ ਕਮੈਂਟ ਦੇ ਵਿੱਚ ਵੀ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਹੜੇ ਲੋਕ ਸਭਾ ਕਨਸਟੀਟੂਐਂਸੀ ਤੋਂ ਬਿਲੋਂਗ ਕਰਦੇ ਹੋ। ਤੇ ਮੇਰੀ ਇੱਕ ਛੋਟੀ ਜਿਹੀ ਬੇਨਤੀ ਹੋਰ ਹੈ ਕਿ ਜੇ ਤੁਹਾਨੂੰ ਮੇਰੇ ਲੈਕਚਰਸ ਅੱਛੇ ਲੱਗ ਰਹੇ ਨੇ ਤਾਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ ਔਰ ਆਪਣੇ ਟੀਚਰਸ ਨਾਲ, ਆਪਣੇ ਜੋ ਫਰੈਂਡ ਸਰਕਲ ਹੈ ਉਹਨਾਂ ਦੇ ਵਿੱਚ ਇਸ ਚੈਨਲ ਨੂੰ ਸ਼ੇਅਰ ਕਰੋ, ਤਾਂ ਕਿ ਅਸੀਂ ਗਿਆਨ ਨੂੰ ਹੋਰ ਅੱਗੇ ਤੋਂ ਅੱਗੇ ਵਧਾ ਸਕੀਏ ਔਰ ਆਪਣੀ ਅਗਲੀ ਪੀੜ੍ਹੀ ਨੂੰ ਹੋਰ ਜਿਹੜਾ ਹੈ ਅਵੇਅਰ ਕਰ ਸਕੀਏ, ਪੋਲੀਟੀਕਲੀ ਅਵੇਅਰ ਕਰ ਸਕੀਏ, ਠੀਕ ਹੈ। ਰਾਜਨੀਤਿਕ ਸਿੱਖਿਆ ਨੂੰ ਹੋਰ ਵਧਾਵਾ ਦੇਣਾ ਹੈ। ਸੋ ਮੈਂ ਵਾਪਸ ਗੱਲ ਕਰਾਂ, ਲੋਕ ਸਭਾ ਦੀ ਚੋਣਾਂ ਲਈ ਪੰਜਾਬ ਵਿੱਚ ਕਿੰਨੇ ਇਲਾਕੇ ਨੇ? 13, ਠੀਕ ਹੈ। ਜੇ ਰਾਜ ਸਭਾ ਦੀ ਗੱਲ ਕਰੋਗੇ ਤਾਂ 7 ਨੇ, ਪਰ ਹਾਲੇ ਮੈਂ ਰਾਜ ਸਭਾ ਜੋ ਹੈ ਕੱਲ ਪੜ੍ਹਾਉਣਾ, ਸੋ ਇਸ ਕਰਕੇ ਇਹਦੇ ਤੇ ਮੈਂ ਬਾਅਦ ਵਿੱਚ ਆਊਂਗਾ। ਹਾਲੇ ਮੈਂ 117 ਤੇ 13 ਤੇ ਹੀ ਕੰਸਨਟਰੇਟ ਕਰ ਰਿਹਾ। ਇਹਨਾਂ ਨੂੰ ਕਿਵੇਂ ਚੁਣਿਆ ਜਾਏਗਾ ਮੈਂ ਆਲਰੇਡੀ ਬਹੁਤ ਸਾਰੀਆਂ ਮਤਲਬ ਐਕਸਪਲੇਨੇਸ਼ਨ ਦੇ ਨਾਲ ਇਹਨੂੰ ਜੋ ਹੈ ਫਸਟ ਵੀਡੀਓ ਦੇ ਵਿੱਚ ਸਮਝਾ ਚੁੱਕਿਆ ਹਾਂ, ਠੀਕ ਹੈ ਜੀ। ਚੋਣ ਖੇਤਰਾਂ ਦੀ ਵੰਡ ਕਿਵੇਂ ਕੀਤੀ ਜਾ ਰਹੀ ਹੈ? ਆਬਾਦੀ ਦੇ ਆਧਾਰ ਤੇ ਮੈਂ ਦੱਸ ਚੁੱਕਿਆ, ਕਿਉਂਕਿ ਯੂਪੀ ਦੀ ਆਬਾਦੀ ਮੈਂ ਦੱਸਿਆ ਸੀ ਕਿ ਯੂਪੀ ਦੀ ਆਬਾਦੀ ਸਭ ਤੋਂ ਜ਼ਿਆਦਾ ਹੋਣ ਕਰਕੇ ਪੂਰੇ ਦੇਸ਼ 'ਚ ਉਹਨੂੰ 80 ਲੋਕ ਸਭਾ ਸੀਟਾਂ ਜਿਹੜੀਆਂ ਦਿੱਤੀਆਂ ਗਈਆਂ। ਬਿਹਾਰ ਦੇ ਵਿੱਚ ਵੀ 40 ਲੋਕ ਸਭਾ ਸੀਟਾਂ ਹੈ, ਠੀਕ ਹੈ ਜੀ। ਸੋ ਇਦਾਂ ਹੀ ਪੂਰੇ ਦੇਸ਼ 'ਚ ਅਲੱਗ-ਅਲੱਗ ਹੈ। ਪੰਜਾਬ ਦੇ ਵਿੱਚ ਸਿਰਫ 13 ਲੋਕ ਸਭਾ ਸੀਟਾਂ ਨੇ, ਕਿਉਂਕਿ ਪੰਜਾਬ ਇੱਕ ਛੋਟਾ, ਦੇਖੋ ਨਾ, ਏਰੀਆ ਹੀ ਛੋਟਾ ਹੋ ਗਿਆ ਪੰਜਾਬ ਦਾ, ਕਿਉਂਕਿ ਯੂਪੀ ਇੱਕ ਬਹੁਤ ਵੱਡਾ ਉਹ ਪੈ ਰਿਹਾ ਹੈ, ਯੂਪੀ ਇੱਕ ਬਹੁਤ ਵੱਡਾ ਸਟੇਟ ਪੈ ਰਹੀ ਹੈ। ਉਸ ਤੋਂ ਬਾਅਦ ਉੱਥੇ ਆਬਾਦੀ ਵੀ ਬਹੁਤ ਜ਼ਿਆਦਾ ਹੈ। ਪੰਜਾਬ ਜੀਓਗ੍ਰਾਫਿਕਲੀ ਵੀ ਛੋਟਾ ਹੋ ਗਿਆ ਔਰ
ਤੁਸੀਂ ਨਕਸ਼ੇ ਤੇ ਪੰਜਾਬ ਨੂੰ ਜ਼ਰੂਰ ਦੇਖਿਓ, ਠੀਕ ਹੈ। ਔਰ ਜੋਗ੍ਰਾਫਿਕਲੀ ਤਾਂ ਛੋਟਾ ਹੋਇਆ ਹੀ ਹੋਇਆ, ਨਾਲ ਉੱਥੇ ਆਬਾਦੀ ਵੀ ਜਿਹੜੀ ਹੈ ਉਹ ਘੱਟ ਹੈ। ਜੇ ਯੂਪੀ ਦੀ ਆਬਾਦੀ ਜਿਹੜੀ ਹੈ ਉਹ ਮਤਲਬ ਪੰਜਾਬ ਦੀ ਆਬਾਦੀ ਆਈ ਥਿੰਕ ਇਸ ਟਾਈਮ 2 ਕਰੋੜ 60 ਲੱਖ ਦੇ ਆਸ-ਪਾਸ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਸੋ ਅਗਲੀ ਗੱਲ ਜਿਹੜੀ ਇਸ ਚੋਣ ਪੜਾਵਾਂ ਦੇ ਵਿੱਚ ਕੀਤੀ ਗਈ ਹੈ ਉਹ ਅਗਲਾ ਹੈ ਚੋਣ ਮਿਤੀਆਂ ਦੀ ਘੋਸ਼ਣਾ। ਇਹ ਮੈਂ ਆਲਰੇਡੀ ਤੁਹਾਨੂੰ ਐਗਜ਼ਾਮਪਲ ਰਾਹੀਂ ਸਮਝਾ ਚੁੱਕਿਆ ਜਦੋਂ ਸ਼ਡਿਊਲ ਡਿਕਲੇਅਰ ਕੀਤੇ ਗਏ। ਮੁੱਖ ਚੋਣ ਆਯੋਗ ਮੈਂ ਦੱਸਤਾ ਜੀ, ਮੁੱਖ ਚੋਣ ਆਯੋਗ ਵੱਲੋਂ ਡੇਟਾ ਜੋ ਹੈ ਉਹ ਸਮਾਂ ਸਾਰਣੀ ਤਿਆਰ ਕੀਤੀ ਜਾਊਗੀ ਕਿ ਕਿਸ ਦਿਨ ਨੋਟੀਫਿਕੇਸ਼ਨ ਆਏਗਾ, ਕਿਸ ਦਿਨ ਨਾਮਜ਼ਦਗੀ ਪੱਤਰ ਭਰੇ ਜਾਣਗੇ, ਕਦੋਂ ਨਾਮਜ਼ਦਗੀ ਪੱਤਰ ਤੁਸੀਂ ਵਾਪਸ ਲੈ ਸਕਦੇ ਹੋ, ਕਦੋਂ ਚੋਣਾਂ ਹੋਣਗੀਆਂ, ਕਦੋਂ ਨਤੀਜੇ ਆਣਗੇ, ਠੀਕ ਹੈ। ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਮੁੱਖ ਚੋਣ ਆਯੋਗ ਵੱਲੋਂ ਦੱਸੀਆਂ ਜਾਣਗੀਆਂ। ਔਰ ਜੇ ਤਾਂ ਕੇਂਦਰ ਦੇ ਵਿੱਚ ਯਾਨੀ ਕਿ ਲੋਕ ਸਭਾ ਦੇ ਇਲੈਕਸ਼ਨ ਹੋਣੇ ਆ ਤਾਂ ਰਾਸ਼ਟਰਪਤੀ, ਜੇ ਰਾਜਾਂ ਦੇ ਵਿੱਚ ਇਲੈਕਸ਼ਨ ਹੋਣੇ ਯਾਨੀ ਕਿ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਆ ਤਾਂ ਉਸ ਕੇਸ ਦੇ ਵਿੱਚ ਗਵਰਨਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਏਗੀ। ਜਿਵੇਂ ਕਿ ਤੁਸੀਂ ਪੜ੍ਹਿਆ ਸੀ 21 ਜਨਵਰੀ ਨੂੰ ਕਿਹਾ ਜਾ ਰਿਹਾ ਸੀ ਕਿ ਨੋਟੀਫਿਕੇਸ਼ਨ ਜਾਰੀ ਹੋ ਜਾਏਗੀ। 21 ਤੋਂ ਲੈ ਕੇ 28 ਤਰੀਕ ਤੱਕ ਤੁਹਾਡੇ ਕੋਲ ਟਾਈਮ ਹੈ, ਤੁਸੀਂ ਆਪਣੀ ਨੋਮੀਨੇਸ਼ਨ ਭਰ ਸਕਦੇ ਹੋ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਅਸਲ ਵਿੱਚ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਚੋਣ ਪ੍ਰਕਿਰਿਆ ਕਦੋਂ ਸ਼ੁਰੂ ਹੁੰਦੀ ਹੈ? ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ। ਅੱਛਾ, ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੂੰਗਾ, ਜਦੋਂ ਹੀ ਨੋਟੀਫਿਕੇਸ਼ਨ ਜਾਰੀ ਹੋਈ ਤਾਂ ਉਦੋਂ ਮੋਡਲ ਕੋਡ ਆਫ ਕੰਡਕਟ ਵੀ ਲੱਗ ਜਾਏਗਾ। ਮੋਡਲ ਕੋਡ ਆਫ ਕੰਡਕਟ ਬਾਰੇ 2-3 ਗੱਲਾਂ ਤਾਂ ਮੈਂ ਕੱਲ ਹੀ ਦੱਸੀਆਂ ਸੀ। ਮੋਡਲ ਕੋਡ ਆਫ ਕੰਡਕਟ ਕੋਈ ਕਿਸ ਤਰੀਕੇ ਦਾ ਕੋਈ ਕਾਨੂੰਨ ਨਹੀਂ ਹੈ, ਇਹ ਆਪਸੀ ਸਹਿਮਤੀ ਨਾਲ ਜਿੰਨੇ ਵੀ ਰਾਜਨੀਤਿਕ ਦਲ ਨੇ ਉਹਨਾਂ ਨੇ ਇੱਕ ਕੋਡ ਆਫ ਕੰਡਕਟ ਜੋ ਹੈ ਯਾਨੀ ਕਿ ਸਾਡਾ ਵਿਹਾਰ ਵੋਟਾਂ ਦੇ ਦੌਰਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇੱਕ ਆਪਸੀ ਸਹਿਮਤੀ ਨਾਲ ਇੱਕ ਐਗਰੀਮੈਂਟ ਬਣਾਇਆ ਹੋਇਆ ਹੈ, ਠੀਕ ਹੈ। ਸੋ ਉਹਦੇ ਵਿੱਚ ਉਹਨਾਂ ਨੇ ਇਦਾਂ ਦੇ ਪੁਆਇੰਟ ਲਿਖੇ ਹੋਏ ਹੈ ਕਿ ਕੋਈ ਕਿਸੇ ਤੇ ਪਰਸਨਲ ਟਿੱਪਣੀ ਨਹੀਂ ਕਰੇਗਾ, ਠੀਕ ਹੈ ਜੀ। ਕੋਈ ਜੋ ਹੈ ਵੋਟਾਂ ਧਰਮ ਦੇ ਆਧਾਰ ਤੇ ਨਹੀਂ ਮੰਗੇਗਾ, ਜਾਤੀ ਦੇ ਆਧਾਰ ਤੇ ਨਹੀਂ ਮੰਗੇਗਾ, ਰੀਜਨ ਦੇ ਆਧਾਰ ਤੇ, ਲੈਂਗੁਏਜ ਦੇ ਆਧਾਰ ਤੇ ਨਹੀਂ ਮੰਗੇਗਾ, ਠੀਕ ਹੈ। ਉਸ ਤੋਂ ਬਾਅਦ 48 ਘੰਟੇ ਪਹਿਲਾਂ ਜਿਹੜਾ ਹੈ ਯਾਨੀ ਕਿ ਇਲੈਕਸ਼ਨ ਹੋਣ ਤੋਂ, ਜਦੋਂ ਇਲੈਕਸ਼ਨ ਹੋਣੇ ਆ ਸਪੋਜ਼ ਕਰ ਲਓ 20 ਤਰੀਕ ਨੂੰ, ਤਾਂ 18 ਤਰੀਕ ਤੋਂ ਤੱਕ ਤੁਸੀਂ ਜਿਹੜਾ ਹੈ ਚੋਣ ਪ੍ਰਚਾਰ ਕਰ ਲਓ। 18 ਤਰੀਕ ਨੂੰ ਚੋਣ ਪ੍ਰਚਾਰ ਕਰਨਾ ਬੰਦ ਕਰ ਲੈਣਾ। ਇਹ ਮੋਡਲ ਕੋਡ ਆਫ ਕੰਡਕਟ ਦੇ ਵਿੱਚ ਲਿਖਿਆ ਹੋਇਆ ਹੈ, ਠੀਕ ਹੈ। ਇਸ ਮੋਡਲ ਕੋਡ ਆਫ ਕੰਡਕਟ ਨੂੰ ਲਾਗੂ ਕਰਵਾਉਣ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਉਹ ਕਿਹਦੀ ਹੈ? ਉਹ ECI ਦੀ ਹੈ, ਠੀਕ ਹੈ। ਸੋ ਮੋਡਲ ਕੋਡ ਆਫ ਕੰਡਕਟ ਜਿਹੜਾ ਹੈ ਲਾਗੂ ਹੋਣ ਦਾ ਇੱਕ ਹੋਰ ਜਿਹੜਾ ਇਹ ਆਫਟਰ ਇਫੈਕਟ ਹੈ। ਆਫਟਰ ਇਫੈਕਟ ਇਹ ਹੈ ਕਿ ਸਰਕਾਰ ਯਾਨੀ ਕਿ ਜਿਹੜੀ ਮੌਕੇ ਦੀ ਸਰਕਾਰ ਹੈ ਉਹਦੇ ਵੱਲੋਂ ਕੋਈ ਨਵੀਂ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਨੌਕਰੀਆਂ ਨਹੀਂ ਕੀਤਾ, ਕੋਈ ਨੌਕਰੀਆਂ ਨਹੀਂ ਦਿੱਤੀਆਂ ਕਿਸੇ ਨੂੰ, ਠੀਕ ਹੈ। ਜਦੋਂ ਤੁਹਾਨੂੰ ਲੱਗਿਆ ਕਿ ਵੋਟਾਂ ਨੇੜੇ ਆ ਰਹੀਆਂ, ਤੁਸੀਂ ਕੁਝ ਲੋਕਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰਦੇ ਆ ਜਿਹਦੇ ਨਾਲ ਉਹਨਾਂ ਦੀ ਸਾਰੀਆਂ ਵੋਟਾਂ, ਉਹਨਾਂ ਦੇ ਪਰਿਵਾਰਾਂ ਦੀਆਂ ਵੋਟਾਂ ਜਿਹੜੀਆਂ ਆਪਣੇ ਹੱਕ ਵਿੱਚ ਕਰ ਸਕੋ, ਠੀਕ ਹੈ। ਜਾਂ ਫਿਰ ਤੁਸੀਂ ਕੋਈ ਸੜਕ ਪਰਿਯੋਜਨਾ ਸ਼ੁਰੂ ਕਰਤੀ, ਕੋਈ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਇਨਫਰਾਸਟ੍ਰਕਚਰ ਦਾ, ਜਿਹਦੇ ਨਾਲ ਮਤਲਬ ਕੋਈ ਸਕੂਲ ਬਣਾਉਣੇ ਸ਼ੁਰੂ ਕਰ ਲਏ ਜਾਂ ਕੋਈ ਸੜਕਾਂ ਬਣਾਉਣੀਆਂ, ਕੋਈ ਬਿਜਲੀ ਦਾ ਕੋਈ ਵੱਡਾ ਪ੍ਰੋਜੈਕਟ ਹੈਗਾ, ਐਸੇ ਕੋਈ ਵੀ ਪ੍ਰੋਜੈਕਟ ਨੂੰ ਵੀ ਤੁਸੀਂ ਸ਼ੁਰੂ ਨਹੀਂ ਕਰ ਸਕਦੇ, ਠੀਕ ਹੈ ਜੀ, ਜਦੋਂ ਮਾਡਲ ਕੋਡ ਆਫ ਕੰਡਕਟ ਲੱਗ ਗਿਆ। ਔਰ ਜਦੋਂ ਮਾਡਲ ਕੋਡ ਆਫ ਕੰਡਕਟ ਲੱਗ ਜਾਂਦਾ ਹੈ ਤਾਂ ਸ਼ਹਿਰਾਂ ਦੇ ਜਿੰਨੇ ਵੀ SSP ਹੁੰਦੇ ਆ ਜਾਂ ਕਮਿਸ਼ਨਰ ਹੁੰਦੇ ਆ ਜਾਂ DC ਹੁੰਦੇ ਹੈ, ਉਹਨਾਂ ਦਾ ਜਿਹੜਾ ਕੰਟਰੋਲ ਹੈ ਉਹ ਕਿਹਦੇ ਕੋਲ ਚਲ ਜਾਂਦਾ ਹੈ? ਉਹ ਕੰਟਰੋਲ ਚਲ ਜਾਂਦਾ ਹੈ ECI ਦੇ ਅੰਡਰ, ਯਾਨੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਅੰਡਰ। ਉਹ ਇਸ ਕਰਕੇ, ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ 'ਚ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਉਹ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰ ਸਕਦੀ ਹੈ। ਉਹ ਲੋਕਾਂ ਨੂੰ ਜਿਹੜੀ ਉਹਨਾਂ ਦੀ ਓਪੋਜੀਸ਼ਨ ਦੀਆਂ ਜਿਹੜੀਆਂ ਪਾਰਟੀਆਂ ਉਹਨਾਂ ਦੇ ਵਰਕਰਾਂ ਨੂੰ ਡਰਾਉਣ ਲਈ ਇਹ ਕਹਿ ਸਕਦੀਆਂ ਕਿ ਜੇ ਤੁਸੀਂ ਸਾਡੇ ਅਗੇਂਸਟ ਪ੍ਰਚਾਰ ਕਰੋਗੇ ਜਾਂ ਤੁਸੀਂ ਸਾਡੇ ਅਗੇਂਸਟ ਆਪਣੇ ਕੈਂਡੀਡੇਟ ਦਾ ਜਿਹੜਾ ਹੈ ਸਪੋਰਟ ਕਰੋਗੇ ਜਾਂ ਮਦਦ ਕਰੋਗੇ ਜਾਂ ਸਾਡੇ ਕੈਂਡੀਡੇਟ ਦੇ ਅਗੇਂਸਟ ਖੜੇ ਵੀ ਹੋਵੋਗੇ, ਤਾਂ ਉਸ ਕੇਸ ਦੇ ਵਿੱਚ ਅਸੀਂ ਤੁਹਾਡੇ ਤੇ ਪੁਲਿਸ ਨੂੰ ਕਹਿ ਕੇ ਜਿਹੜਾ ਹੈ ਝੂਠੇ ਪਰਚੇ ਪਵਾ ਦਾਂਗੇ, ਚੋਰੀ ਦਾ ਪਰਚਾ ਪਵਾ ਦਾਂਗੇ, ਰੇਪ ਦਾ ਪਰਚਾ ਪਵਾ ਦਾਂਗੇ। ਸੋ ਜਿਹੜੇ ਇਹ ਕਮਿਸ਼ਨਰਸ ਹੁੰਦੇ ਨੇ ਉਹਨਾਂ ਦੀ ਯਾਨੀ ਕਿ ਉਹਨਾਂ ਨੂੰ ਮੌਕੇ ਦੀ ਸਰਕਾਰ ਜਿਹੜੀ ਹੈ ਪ੍ਰੈਸ਼ਰਾਈਜ਼ ਕਰਕੇ ਜੋ ਹੈ ਲੋਕਾਂ ਦੇ ਅਗੇਂਸਟ ਮਿਸਯੂਜ਼ ਕਰ ਸਕਦੀ ਹੈ, ਜਿਸ ਕਰਕੇ ਇਹਨਾਂ ਸਾਰਿਆਂ ਦਾ ਕੰਟਰੋਲ ਜੋ ਹੈ ਉਹ ECI ਕੋਲ ਚਲਾ ਜਾਂਦਾ ਹੈ। ਸੋ ਇਹੋ ਜਿਹੇ ਕੇਸਿਸ ਦੇ ਵਿੱਚ ਜਦੋਂ ਵੀ ਮਾਡਲ ਕੋਡ ਆਫ ਕੰਡਕਟ ਲੱਗ ਜਾਏਗਾ ਤਾਂ ਉਦੋਂ ਜਿਹੜੀ ਰਾਜੇ ਦੀ ਸਰਕਾਰ ਹੈਗੀ ਹੈ ਉਹਦੇ ਕੋਲ ਇਹ ਪਾਵਰ ਨਹੀਂ ਰਹੇਗੀ ਕਿ ਉਹ ਕਿਸੇ ਵੀ ਕਮਿਸ਼ਨਰ ਨੂੰ ਬਿਨਾਂ ECI ਦੀ ਯਾਨੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਿਹੜੀ ਹੈ ਉਹ ਅਨੁਮਤੀ ਲਏ ਬਿਨਾਂ ਜੋ ਹੈ ਟ੍ਰਾਂਸਫਰ ਕਰ ਸਕੇ ਜਾਂ ਸਸਪੈਂਡ ਕਰ ਸਕੇ। ਸੋ ਇਹੋ ਜਿਹਾ ਕੁਝ ਵੀ ਜੋ ਹੈ ਉਹ ਨਹੀਂ ਕਰ ਸਕਣਗੇ ਮਾਡਲ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਬਾਅਦ, ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦਾ ਜੀ ਚੋਣ ਮਿਤੀਆਂ ਦੀ ਘੋਸ਼ਣਾ ਹੋ ਰਹੀ ਹੈ ਤੇ ਨਿਰਧਾਰਿਤ ਮਿਤੀ ਨੂੰ ਜੋ ਹੈ ਉਹ ਵੋਟ ਕਰਨ ਨੂੰ ਕਿਹਾ ਜਾਏਗਾ, ਜਿਵੇਂ ਪੰਜਾਬ ਦੇ ਵਿੱਚ 20 ਫਰਵਰੀ ਦੀ ਗੱਲ ਹੋਈ ਸੀ, ਠੀਕ ਹੈ। ਓਕੇ, ਸੋ ਅਗਲਾ ਤੀਜਾ ਪੁਆਇੰਟ, ਪਹਿਲਾ ਪੜਾਅ ਸਮਝ ਆ ਚੁੱਕਿਆ, ਚੋਣ ਖੇਤਰ ਨਿਰਧਾਰਿਤ ਕਰਨਾ ਜੀ ਕਰ ਲਈ। ਚੋਣ ਮਿਤੀਆਂ ਦੀ ਘੋਸ਼ਣਾ ਕੌਣ ਕਰੇਗਾ? ECI ਕਰੇਗਾ, ਮੈਂ ਆਲਰੇਡੀ ਦੱਸ ਚੁੱਕਿਆ। ਜਦੋਂ ਹੁਣ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਠੀਕ ਹੈ ਜੀ, ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਦਾ ਕਦਮ ਕੀ ਹੋਏਗਾ? ਬਾਅਦ ਦਾ ਕਦਮ ਹੋਏਗਾ ਕਿ ਤੁਸੀਂ ਆਪਣੇ ਨੋਮੀਨੇਸ਼ਨ ਫਾਰਮ ਜਿਹੜੇ ਹੈ ਭਰੋ। ਜਿਹੜਾ ਵੀ ਚੋਣ ਲੜਨ ਦਾ ਚਾਹਵਾਨ ਵੱਲੋਂ, ਠੀਕ ਹੈ, 8 ਦਿਨਾਂ ਦਾ ਸਮਾਂ ਦਿੱਤਾ ਉਹਨਾਂ ਨੇ, 21 ਤਰੀਕ ਤੋਂ ਲੈ ਕੇ 28 ਤਰੀਕ ਤੱਕ 8 ਦਿਨਾਂ ਦਾ ਸਮਾਂ ਦਿੱਤਾ ਕਿ ਤੁਸੀਂ ਨਾਮਜ਼ਦਗੀ ਪੱਤਰ ਜੋ ਹੈ ਭਰ ਲਓ, ਜਿਹੜਾ ਵੀ ਚਾਹਵਾਨ ਹੈ। ਰਿਟਰਨਿੰਗ ਅਫਸਰ ਜਿਹੜਾ ਹੈ
ਉਹਦੇ ਵੱਲੋਂ ਸਕਰੂਟਨੀ ਕੀਤੀ ਜਾਏਗੀ, ਨਿਰੀਖਣ ਕੀਤਾ ਜਾਏਗਾ। 1 ਦਿਨ ਦਾ ਸਮਾਂ ਦਿੱਤਾ ਸੀ ਉਹਨੂੰ, ਠੀਕ ਹੈ, ਕਿ ਜੇ ਕਿਸੇ ਦੇ ਫਾਰਮ ਦੇ ਵਿੱਚ ਕੋਈ ਗਲਤੀਆਂ ਨੇ ਸੋ ਉਹਨਾਂ ਫਾਰਮਸ ਨੂੰ ਜਿਹੜਾ ਹੈ ਰੱਦ ਕਰ ਦਿੱਤਾ ਜਾਏਗਾ, ਯਾਨੀ ਕਿ ਨਾਮਜ਼ਦਗੀ ਪੱਤਰ ਜੋ ਹੈ ਉਹਨਾਂ ਦਾ ਨੋਮੀਨੇਸ਼ਨ ਫਾਰਮ ਹੈ ਉਹਨੂੰ ਰੱਦ ਕੀਤਾ ਜਾ ਸਕਦਾ ਹੈ ਰਿਟਰਨਿੰਗ ਆਫਿਸਰ ਵੱਲੋਂ। ਉਸ ਤੋਂ ਬਾਅਦ ਫਿਰ ਮੈਂ ਦਿਖਾਇਆ ਸੀਗਾ ਕਿ ਤੁਹਾਨੂੰ 2 ਦਿਨ ਦਾ ਟਾਈਮ ਦੇਣਗੇ ਕਿ ਜੇ ਕੋਈ ਸਪੋਜ਼ ਕਰੋ ਕਿ ਜਿਹੜਾ ਚੋਣ ਲੜਨ ਦਾ ਚਾਹਵਾਨ ਸੀਗਾ ਉਹਦੇ ਵੱਲੋਂ ਨੋਮੀਨੇਸ਼ਨ ਫਾਰਮ ਜਿਹੜਾ ਹੈ ਭਰ ਦਿੱਤਾ ਗਿਆ, ਲੇਕਿਨ ਹੁਣ ਉਹ ਇਲੈਕਸ਼ਨ ਲੜਨ ਦੇ ਲਈ ਉਹਨੂੰ ਲੱਗ ਰਿਹਾ ਕਿ ਨਾ ਤਾਂ ਮੇਰੇ ਕੋਲ ਰਿਸੋਰਸਿਸ ਹੈ, ਨਾ ਤਾਂ ਜਿਹੜੇ ਕੈਂਡੀਡੇਟ ਇਸ ਇਲਾਕੇ ਦੇ ਵਿੱਚ ਖੜੇ ਆ ਮੈਂ ਉਹਨਾਂ ਦੇ ਅਗੇਂਸਟ ਜਿੱਤ ਸਕਦਾ ਵਾਂ, ਮੇਰੇ ਕੋਲ ਗਲਤੀ ਹੋ ਗਈ, ਮੈਂ ਨਾਮਜ਼ਦਗੀ ਪੱਤਰ ਭਰ ਕੇ ਗਲਤੀ ਕਰਤੀ। ਸੋ ਉਹਨੂੰ ਮੌਕਾ ਵੀ ਦਿੱਤਾ ਜਾਏਗਾ ਕਿ ਤੂੰ ਆਪਣਾ ਨਾਮਜ਼ਦਗੀ ਪੱਤਰ ਜੋ ਭਰਿਆ ਸੀ ਉਹਨੂੰ ਵਾਪਸ ਲੈ ਲੈ। ਤਾਂ 2 ਦਿਨ ਦਾ ਸਮਾਂ ਦਿੰਦੇ ਆ, ਠੀਕ ਹੈ ਜੀ। ਨਾਮਜ਼ਦਗੀ ਪੱਤਰ ਜਦੋਂ ਦਾਖਲ ਹੋਣ ਦੀ ਜਿਹੜੀ ਆਖਰੀ ਮਿਤੀ ਸੀਗੀ ਉਸ ਤੋਂ 2 ਦਿਨ ਬਾਅਦ ਦਾ ਟਾਈਮ ਦਿੱਤਾ ਜਾਏਗਾ ਕਿ ਤੂੰ ਆਪਣੇ ਨਾਮਜ਼ਦਗੀ ਪੱਤਰ ਜੋ ਹੈ ਉਹ ਵਾਪਸ ਲੈ ਲੈ, ਠੀਕ ਹੈ। ਤੇ ਜੇ ਉਹ ਡੇਟ ਲੰਘਣ ਤੋਂ ਬਾਅਦ ਵੀ ਕਿਸੇ ਨੇ ਆਪਣੀ ਨਾਮਜ਼ਦਗੀ ਪੱਤਰ ਨੋਮੀਨੇਸ਼ਨ ਫਾਰਮ ਵਾਪਸ ਨਹੀਂ ਲਿਆ, ਫਿਰ ਉਮੀਦਵਾਰਾਂ ਦੀ ਆਖਰੀ ਸੂਚੀ ਤਿਆਰ ਕਰ ਦਿੱਤੀ ਜਾਊਗੀ ਤੇ ਉਹਨਾਂ ਨੂੰ ਚੋਣ ਨਿਸ਼ਾਨ ਵੰਡ ਦਿੱਤੇ ਜਾਣਗੇ। ਜਿਵੇਂ ਕਿ ਮੈਂ ਆਲਰੇਡੀ ਤੁਹਾਨੂੰ ਸਮਝਾ ਚੁੱਕਿਆ ਚੋਣ ਨਿਸ਼ਾਨ ਕਿਵੇਂ ਵੰਡੇ ਜਾਂਦੇ ਨੇ, ਕਿ ਬੈਟ ਦਾ ਚੋਣ ਨਿਸ਼ਾਨ ਮੈਨੂੰ ਕਿਵੇਂ ਦਿੱਤਾ ਗਿਆ ਸੀ, ਮੈਂ ਆਲਰੇਡੀ ਦੱਸ ਚੁੱਕਿਆ ਹਾਂ। 5ਵਾਂ ਜਿਹੜਾ ਪੁਆਇੰਟ ਹੈ ਤੇ ਚੋਣ ਮੁਹਿੰਮ ਸ਼ੁਰੂ ਹੋ ਜਾਏਗੀ। ਹੁਣ ਜਦੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਿਆ, ਮਤਲਬ ਤੁਸੀਂ ਡੈਫੀਨੇਟਲੀ ਤੁਸੀਂ ਹੁਣ ਇਲੈਕਸ਼ਨ ਦੇ ਵਿੱਚ ਖੜੇ ਹੋ, ਠੀਕ ਹੈ। ਸੋ ਹੁਣ ਰਾਜਨੀਤਿਕ ਦਲਾਂ ਨੂੰ ਜਿਹੜਾ ਹੈ ਚੋਣ ਪ੍ਰਚਾਰ ਕਰਨ ਲਈ 20 ਦਿਨ ਦਾ ਟਾਈਮ ਦਿੱਤਾ ਜਾਂਦਾ ਹੈ। 20 ਦਿਨ ਉਸ ਤੋਂ ਵੀ ਘੱਟ, ਜਿਵੇਂ ਹੁਣ ਤੁਹਾਡੀ ਜਿਹੜੀ ਐਗਜ਼ਾਮਪਲ ਸੀਗੀ ਉਹਦੇ ਵਿੱਚ ਜੇ ਦੇਖਿਆ ਜਾਵੇ, ਮੈਂ ਐਗਜ਼ਾਮਪਲ ਤੁਹਾਨੂੰ ਇੱਕ ਵਾਰ ਵਾਪਸ ਦਿਖਾ ਦਿੰਦਾ ਵਾਂ ਕਿ ਕਿੰਨੇ ਦਿਨ ਤੁਹਾਨੂੰ ਮਿਲੇ। ਤੁਹਾਨੂੰ ਮਿਲੇ ਜੀ 31 ਤਰੀਕ, ਠੀਕ ਹੈ ਜੀ। ਇਲੈਕਸ਼ਨ ਤੁਹਾਡੇ 20 ਫਰਵਰੀ ਨੂੰ ਹੋਏ ਸੀਗੇ, ਸੋ 20 ਦਿਨ ਦਾ ਟਾਈਮ ਹੀ ਮਿਲਿਆ ਮੋਟਾ। ਸੋ 20 ਦਿਨ ਜਿਹੜੇ ਹੈ ਤੁਹਾਨੂੰ ਮਿਲਦੇ ਨੇ, ਤੁਸੀਂ ਆਪਣਾ ਚੋਣ ਪ੍ਰਚਾਰ ਕਰ ਸਕਦੇ ਹੋ ਡਿਫਰੈਂਟ ਮੋਡਸ ਦੇ ਰਾਹੀਂ। ਤੁਸੀਂ ਹੁਣੇ ਚੋਣ ਪ੍ਰਚਾਰ ਕੁਝ ਦਿਨ ਪਹਿਲਾਂ ਹੁੰਦਾ ਵੀ ਦੇਖਿਆ ਹੋਏਗਾ, ਠੀਕ ਹੈ ਜੀ। ਸੋ ਜਿਹੜੇ ਰਾਜਨੀਤਿਕ ਦਲ ਨੇ ਆਪਣੇ ਉਮੀਦਵਾਰਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਦੇ, ਉਹਨਾਂ ਦੀ ਮਦਦ ਕਰਦੇ ਆ, ਚਾਹੇ ਫੰਡਿੰਗ ਦੇ ਥਰੂ, ਚਾਹੇ ਕਿਸੇ ਵੀ ਤਰੀਕੇ। ਉਸ ਤੋਂ ਬਾਅਦ ਵੋਟਰਾਂ ਨੂੰ ਲੁਭਾਉਣ ਲਈ ਰਾਜਨੀਤਿਕ ਦਲਾਂ ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਂਦਾ, ਜਿਸ ਨੂੰ ਮੈਨੀਫੈਸਟੋ ਕਿਹਾ ਜਾਂਦਾ ਹੈ। ਜਿਵੇਂ ਕਿ ਹੁਣੇ ਰੀਸੈਂਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਕੁਝ ਗਰੰਟੀਆਂ ਦਿੱਤੀਆਂ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ 300 ਯੂਨਿਟ ਫ੍ਰੀ ਦੇਵਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਹੈ, ਉਸ ਤੋਂ ਬਾਅਦ ਨੌਕਰੀਆਂ ਦੀ ਕੁਝ ਗੱਲ ਕਹੀ ਗਈ ਸੀ, ਇੰਨੇ ਲੱਖ ਨੌਕਰੀਆਂ ਦੇਵਾਂਗੇ। ਸੋ ਇਹ ਚੋਣ ਮਨੋਰਥ ਪੱਤਰ ਦੇ ਵਿੱਚ ਜਿਹੜੇ ਹੈਗੇ ਆ ਉਹ ਜਨਤਾ ਨਾਲ ਵੱਡੇ ਦਾਅਵੇ ਕੀਤੇ ਜਾਂਦੇ ਆ, ਵੱਡੇ ਵਾਅਦੇ ਕੀਤੇ ਜਾਂਦੇ ਆ, ਦਾਅਵੇ ਨਹੀਂ ਵੱਡੇ ਵਾਅਦੇ ਕੀਤੇ ਜਾਂਦੇ ਹੈ ਸਾਰੀਆਂ ਪਾਰਟੀਆਂ ਵੱਲੋਂ। ਇਹ ਚੋਣ ਮੁਹਿੰਮ ਹੈ। ਸੋ ਤੁਹਾਡੇ ਛੋਟੇ ਉੱਤਰ ਵਾਲੇ ਪ੍ਰਸ਼ਨਾਂ ਦੇ ਵਿੱਚ ਇੱਕ ਕੁਐਸਚਨ ਸੀ, ਚੋਣ ਮੁਹਿੰਮ ਕੀ ਹੈ? ਚੋਣ ਮੁਹਿੰਮ ਇਹ ਹੈ, ਚੋਣ ਮੁਹਿੰਮ ਦੇ ਦੌਰਾਨ ਜਿਹੜਾ ਹੈ ਉਹ ਰਾਜਨੀਤਿਕ ਦਲਾਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜੋ ਹੈ ਪ੍ਰਚਾਰ ਕੀਤਾ ਜਾਂਦਾ ਹੈ, ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਂਦਾ, ਜਿਹਦੇ ਵਿੱਚ ਵੱਡੇ ਦਾਅਵੇ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਵੋਟਾਂ ਪੈਣ ਦੀ ਮਿਤੀ, ਜਿਵੇਂ ਹੁਣ 20 ਫਰਵਰੀ ਵੋਟਾਂ ਪੈਣ ਦੀ ਮਿਤੀ ਤੈਅ ਹੋਈ, ਤਾਂ ਉਸ ਤੋਂ 48 ਘੰਟੇ ਪਹਿਲੇ ਯਾਨੀ ਕਿ 18 ਤਰੀਕ ਨੂੰ ਜਿਹੜਾ ਹੈ ਉਹ ਚੋਣ ਪ੍ਰਚਾਰ ਜੋ ਹੈ ਉਹ ਬੰਦ ਕਰ ਦਿੱਤਾ ਜਾਏਗਾ, ਔਰ ਇਸ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਜੋ ਹੈ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦਿੱਤੀ ਗਈ ਹੈ ਕਿ ਕੋਈ ਵੀ ਪਾਰਟੀ ਜਾਂ ਕੋਈ ਵੀ ਉਮੀਦਵਾਰ ਜੋ ਹੈ ਉਹ ਜਦੋਂ 2 ਦਿਨ ਰਹਿ ਗਏ, 48 ਘੰਟੇ ਰਹਿ ਗਏ, ਤਾਂ ਉਦੋਂ ਆਪਣਾ ਪ੍ਰਚਾਰ ਨਹੀਂ ਕਰੇਗਾ। ਹੁਣ ਨਿਰਧਾਰਿਤ ਮਿਤੀ ਨੂੰ ਕੀ ਹੋਏਗਾ? ਨਿਰਧਾਰਿਤ ਮਿਤੀ ਨੂੰ ਜੀ ਵੋਟਾਂ ਪੈ ਜਾਣਗੀਆਂ 20 ਫਰਵਰੀ ਵਾਲੇ ਦਿਨ ਜਿਹੜਾ ਹੈ ਉਹ ਵੋਟਾਂ ਜਿਹੜੀਆਂ ਹੈ ਪੈ ਜਾਣਗੀਆਂ, ਠੀਕ ਹੈ ਜੀ। ਪੋਲਿੰਗ ਦਾ ਸਮਾਂ ਜੋ ਹੈ ਉਹ ਚੋਣ ਆਯੋਗ ਦੁਆਰਾ ਤੈਅ ਕੀਤਾ ਜਾਂਦਾ ਹੈ। ਨਾਰਮਲੀ ਕੀ ਕਿਹਾ ਜਾਂਦਾ ਕਿ 5 ਵਜੇ ਤੱਕ ਵੋਟਾਂ ਪਾ ਲਿਓ, ਲੇਕਿਨ ਬਾਅਦ ਦੇ ਵਿੱਚ ਇੱਕ ਨੋਟੀਫਿਕੇਸ਼ਨ ਆ ਜਾਂਦੀ ਹੈ ਕਿ ਨਹੀਂ ਜੀ ਹੁਣ 6 PM ਤੱਕ ਜਿਹੜਾ ਹੈ ਵੋਟਾਂ ਪਾ ਸਕਣਗੀਆਂ, 1 ਘੰਟਾ ਜਿਹੜਾ ਹੈ ਸਮਾਂ ਉਹ ਵਧਾ ਦਿੱਤਾ ਗਿਆ ਹੈ, ਠੀਕ ਹੈ। ਸੋ ਇਹ ਸਮਾਂ ਹੈ ਉਹ ਵੀ ਤੈਅ ਕੀਤਾ ਜਾਂਦਾ ਹੈ। ਕਿਹਦੇ ਵੱਲੋਂ ਤੈਅ ਕੀਤਾ ਜਾ ਰਿਹਾ? ਉਹ ਤੈਅ ਕੀਤਾ ਜਾ ਰਿਹਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ, ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਕੀ ਹੋਇਆ ਕਿ 20 ਤਰੀਕ ਨੂੰ ਤੁਹਾਡੇ 20 ਫਰਵਰੀ ਨੂੰ ਵੋਟਾਂ ਪਈਆਂ ਸੀ, 10 ਮਾਰਚ ਨੂੰ ਜਾ ਕੇ ਇਹਨਾਂ ਨੇ ਕਿਹਾ ਕਿ 10 ਮਾਰਚ ਨੂੰ ਜਿਹੜਾ ਹੈ ਵੋਟਾਂ ਦੀ ਕਾਊਂਟਿੰਗ ਹੋਏਗੀ। 10 ਮਾਰਚ ਨੂੰ ਵੋਟਾਂ ਦੀ ਜਿਹੜੀ ਹੈ ਕਾਊਂਟਿੰਗ ਹੋਏਗੀ। ਕਿਹਦੀ ਨਿਗਰਾਨੀ ਹੇਠ? ECI ਵੱਲੋਂ, ਯਾਨੀ ਕਿ ਚੋਣ ਅਮਲੇ ਦੁਆਰਾ ਕੀਤੀ ਜਾਏਗੀ, ਜੋ ਕਿ ECI ਚੋਣ ਆਯੋਗ ਦੁਆਰਾ ਕੀਤੀ ਜਾਏਗੀ। ਚੋਣ ਆਯੋਗ ਵੱਲੋਂ ਜਿਹੜਾ ਹੈ, ਹਾਂ ਇੱਕ ਚੀਜ਼ ਹੋਰ ਇੱਥੇ ਦੱਸਣਾ ਚਾਹੂੰਗਾ ਕਿ ਚੋਣ ਆਯੋਗ ਦਾ ਕੋਈ ਆਪਣਾ ਕੋਈ ਸਟਾਫ ਨਹੀਂ ਹੁੰਦਾ, ਪਰਮਾਨੈਂਟ ਕੋਈ ਸਟਾਫ ਨਹੀਂ ਰੱਖਿਆ ਹੋਇਆ। ਜਦੋਂ ਵੀ ਚੋਣਾਂ ਹੁੰਦੀਆਂ, ਮੇਨਲੀ 3 ਵਾਰ ਵੋਟਾਂ ਹੁੰਦੀਆਂ ਸਾਡੇ ਦੇਸ਼ ਦੇ ਵਿੱਚ, ਇੱਕ ਵਾਰ ਮਿਊਨਿਸਪਲ ਦੀਆਂ ਹੁੰਦੀਆਂ ਵਾ, ਦੂਸਰੀ ਵਾਰ ਵਿਧਾਨ ਸਭਾ ਦੀਆਂ ਹੁੰਦੀਆਂ, ਤੀਸਰੀ ਵਾਰ ਲੋਕ ਸਭਾ ਦੀਆਂ ਹੁੰਦੀਆਂ, ਠੀਕ ਹੈ। ਤਾਂ ਉਸ ਦੌਰਾਨ ਚੋਣ ਆਯੋਗ ਵੱਲੋਂ ਜਿਸ ਰਾਜ ਦੇ ਵਿੱਚ, ਜਿਵੇਂ ਹੁਣ ਪੰਜਾਬ ਦੇ ਵਿੱਚ ਚੁਣਾਵ ਹੋਣੇ ਆ, ਤਾਂ ਪੰਜਾਬ ਦੇ ਜਿੰਨੇ ਵੀ ਗਵਰਨਮੈਂਟ ਇੰਪਲੋਈਜ਼ ਨੇ ਪੰਜਾਬ ਦੀ ਮਦਦ ਲਈ ਜਾਏਗੀ, ਠੀਕ ਹੈ ਜੀ। ਜਾਂ ਫਿਰ ਤੁਹਾਡੇ ਜਿੰਨੇ ਵੀ ਸੈਂਟਰ ਗਵਰਨਮੈਂਟ ਦੇ ਇੰਪਲੋਈਜ਼ ਨੇ ਉਹਨਾਂ ਦੀ ਮਦਦ ਲਈ ਜਾਏਗੀ ਇਹ ਇਲੈਕਸ਼ਨਸ ਕਰਾਉਣ ਦੇ ਲਈ। ਸੋ ਇਹਨਾਂ ਇੰਪਲੋਈਜ਼ ਨੂੰ ਜਿਹੜਾ ਹੈ ਉਹ ECI ਦੇ, ਮਤਲਬ ਇਹਨਾਂ ਦਾ ਕੰਟਰੋਲ ਜਿਹੜਾ ਹੈ, ਚਾਹੇ ਉਹ ਪੰਜਾਬ ਗਵਰਨਮੈਂਟ ਦੇ ਇੰਪਲੋਈਜ਼ ਹੋਣਗੇ, ਗਵਰਨਮੈਂਟ ਦੇ ਅੰਡਰ, ਪੰਜਾਬ ਗਵਰਨਮੈਂਟ ਦੇ ਅੰਡਰ ਕੰਮ ਕਰ ਰਹੇ ਹੋਣਗੇ, ਲੇਕਿਨ ਕੁਝ ਦਿਨਾਂ ਲਈ, ਇਲੈਕਸ਼ਨ ਦੇ ਦਿਨਾਂ ਲਈ ਇਹਨਾਂ ਦਾ ਜਿਹੜਾ ਕੰਟਰੋਲ ਹੈ ਉਹ ਕਿਹਨੂੰ ਦੇ ਦਿੱਤਾ ਜਾਂਦਾ? ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦੇ ਦਿੱਤਾ ਜਾਂਦਾ ਹੈ। ਸੋ
ताकि ये सरकार दे प्रैशर दे हेठ काम ना करन। इन्हां नूं जिहड़ी पूरी अपना हक ने सारे जिहड़े बनदे हक ने वो किहदे वल्लों दित्ते जा रहे हैं, ECI वल्लों दित्ते जा रहे हैं, ताकि जिहड़ियां वोटां ने वो निरपक्ष वोटां करवाईयां जा सकन। ठीक है जी, वोटां की गिणती होगी, वोटां की गिणती होने तो बाद जिहड़ा जेतू उम्मीदवार होएगा, जिन्हों फस्ट पास द पोस्ट सिस्टम साडे देश दे विच चलदा है। फस्ट पास द पोस्ट सिस्टम ये कहंदा है, यानी कि कल आपां जदों चोण अपना फस्ट पास्ट द पोस्ट कहने का भाव कि पहला जिहड़ा खंबा पार कर गया, पोस्ट का मतलब हुंदा है खंबा पार करना, फस्ट पास्ट यानी कि जिहड़ा गुजर जाए, फस्ट पास्ट द पोस्ट। ठीक है, फस्ट पास्ट द पोस्ट जिहड़ा खंबे गुजर, जिवें कि कल असीं भारतीय चोण प्रणाली की जो विशेषताएं पढ़ रहे थे तो वो पढ़िया सी कि सधारण बहुमत के नाल कोई भी उम्मीदवार जित जाता है। तो उस सधारण बहुमत का मतलब 50% +1 नहीं सीगा, उहदे विच इह सीगा, मैं कल एग्जाम्पल दी थी बहुत वधिया, जिस मैं 20,000 वोटां की गल की थी कि जेतू उम्मीदवार नूं 20,000 वोटां पईयां, जो कि 20% के बराबर या 20 या 25% के बराबर ही सीगियां, जिहड़ियां कि उस इलाके दे विच उस हलके दे विच कुल टोटल वोटां सीगियां। सो उत्थे उहनूं तां 50% +1 वोट नहीं पई। ठीक है, सो सधारण बहुमत का मतलब कल मैं समझाया सी, फस्ट पास द पोस्ट का मतलब यह होंदा है कि जेतू उम्मीदवार किवें बनेगा कि जे उन्होंने अब जिन्ने भी उम्मीदवार खड़े से सब तो वध वोटां पै गई तो वह जेतू हो जाएगा। ठीक है जी, उस तो अगली लाइन च कहा कि चोण प्रक्रिया के काम नूं नपेरे चाढ़न लई चोण आयोग वालों केंद्र यानी कि सेंटर ते राज सरकार के कर्मचारियों नूं ड्यूटी 'ते तैनात किया जाता है। ठीक है जी, ਜਦੋਂ तक वोटां पूरियां नहीं हो जाणगियां उदों तक के सरकारी आधारी ते कर्मचारी जिहड़े हैगे वो चोण आयोग के डेपूटेशन ते ही रहिंदे आ, मतलब चोण आयोग के कंट्रोल के अंडर रहणगे। सो ठीक है जी, हुण अगले पेज ते जो तुहानूं दिता गया है वो एक चार्ट दिता गया है। सो ये चार्ट तुसीं उपरों देख के आराम नाल भर सकते हो। चोण खेतर निर्धारित कर दिते जी। ठीक है, उस तो बाद डेटा डिक्लेयर कर दित्तियां जाणगियां, फिर उस तो बाद नामजदगी पत्र भरे जाणगे, नामजदगी पत्र वापस भी ले जा सकते हैं। फिर चोण मुहिम का तुहानूं टाइम मिलेगा, चोण मुहिम दे हो गई जदों, फिर जी वोटां वाला दिन आऊगा, वोटां का दिन आने तो बाद जिहड़ा है तुहानूं नतीजे आणगे, गिणती होगी, गिणती आने तो बाद नतीजे की घोषणा होएगी। सो ये सारा फ्लो चार्ट जिहड़ा है मैं बनवा दिता। सो यही छोटे उत्तरां वाले प्रश्नों के विच, वड्डे उत्तरां वाले प्रश्नों के विच ये सारे क्वेश्चन दिते हुए सी। हुण मैं वापस एक बार क्वेश्चन से जाना, फिर मैं वापस जिहड़ा छोटा जिहा पार्ट रह गया इस चैप्टर का उन्होंने कवर अप कर दांगा। ओके, सो बहुत छोटे उत्तरां वाले प्रश्नों के विच मेरा क्वेश्चन रहिंदा सीगा, क्वेश्चन रहिंदा सीगा 7वां 8वां हो गया जी, 9वां, हाँ 9वां जिहड़ा है मैं दस चुकिया 117 सीटां। पंजाब विधान सभा दी कितनी सीटां जी, 117 सीटां ने, 117 हल्के ने। ठीक है जी, उस बाद छोटे उत्तरां वाले प्रश्नों पर चलते हाँ। ये दूजा है चोण प्रक्रिया के पड़ावां का फ्लो चार्ट बनाओ। ऑलरेडी उपर जिहड़ा बनया है उन्होंने ही तुसीं देखना, मैं समझा सारा दिता है। ठीक है, वो कुछ हुण याद करने वाला रट्टा मारन वाला तो कुछ रह ही नहीं गया, तुहानूं सारी चीज़ां समझा रहे हैं, तुसीं इन्हां चीज़ों नूं अपने अंताकरण कर सकते हो और अपने मन के जो सोचोगे, प्रैक्टिकली सोचोगे, तुहाडे लई ये सबजैक्ट बहुत ईजी हो जाएगा। चोण मुहिम तो की भाव है, मैं ऑलरेडी उपर सारी गल समझाती है कि 20 दिन का टाइम मिलता है तुहानूं, तो जिहड़ियां उम्मीदवार होंदे आ अपने जिहड़े दल होंदे, राजनीतिक दल होंदे, पार्टियां होंदियां, वो अपने उम्मीदवारों के हक दे विच प्रचार करदियां ने। ठीक है, चोण मनोरथ पत्र जारी किया जाता है जिहदे वड्डे वड्डे दावे किए जाते हैं। पोलिंग बूथ के कब्जे का की भाव है, मैं ऑलरेडी चौथे क्वेश्चन का आंसर दस चुके हैं। राजनीतिक दलों की चोण की भूमिका है, ये क्वेश्चन हाले मैं कराना है। ठीक है जी, भारत के 4 राष्ट्रीय दल, ये भी मैं हाले कराना है, 4 खेतरी दल, ये भी मैं हाले कराना है। ठीक है जी, हुणे जस्ट अज जिहड़ा छोटा जिहा पार्ट रहेगा वो सारा कुछ आ जाएगा। उस तो बाद जे तुसीं ਇਹਦੇ ਵਿੱਚ ਵੱਡੇ उत्तरां वाले प्रश्नों साडा सिर्फ एक क्वेश्चन रहिंदा है, वो है क्वेश्चन नंबर 3, चोण प्रक्रिया के मुख्य पड़ावां का संक्षेप में वर्णन करो। सो मैं ये हुण पड़ाव सारे तुहानूं बिल्कुल फ्लो चार्ट भी चंगी तरह समझाता, सारे क्वेश्चन जिहड़े उहदे पॉइंट्स ने वो भी क्लीयर करते। सो तुसीं ईजिली हुण इस क्वेश्चन का उत्तर जो है वो अपनी बुक चों देख देख के कर सकते हो, स्पैलिंग मिसटेक्स ना करियो बच्चों। ठीक है, चलो हुण लास्ट पार्ट खत्म करिए और इस चैप्टर का जिहड़ा है भोग आपां हुण पा ही देना है। ठीक है, अच्छा एक छोटा जिहा फैक्ट दिता होया है, जिमनी चोणां जिन्होंने अंग्रेजी च बायपोल्स कहा जाता है, जिन्होंने अंग्रेजी दे विच की कहा जाता है, बायपोल्स कहा जाता है। हुण सपोज करो कि लोक सभा जिहड़ी है उहदा भी टर्म जिहड़ी है 5 ईयर्स है, विधान सभा की भी जिहड़ी हैगी वो टर्म हैगी वो 5 ईयर्स है। ठीक है, हुण परमात्मा ना करे कि कोई कोई MLA असीं चुनिया सीगा या फिर कोई MP चुनिया सीगा और उसकी इस समय दौरान 5 सालों के दौरान डैथ हो जाए, जे उसकी डैथ हो जाएगी तो वह सीट उस इलाके नूं, उस हल्के नूं जिन्होंने वो लोगों को रिप्रजेंट कर रहा सीगा तो उन्हां दा नुमाइंदा हुण दुनिया च नहीं रहा, तो उन्हां दी आवाज़ नूं संसद दे विच, लोक सभा दे विच या फिर विधान सभा दे विच कौन चुकेगा। सो इसलिए उन्होंने एक नवा नुमाइंदा जिहड़ा है वो चुनना पएगा। सो उस नुमाइंदे की चोण जिहड़ी हैगी, जे सपोज कर लो कि ये MP की डैथ हो जाती है 3 साल बाद, चुने जाने तो 3 साल बाद, यानी कि हाले 2 साल होर वोटां नूं लोक सभा दीयां वोटां होण नूं पए ने। ठीक है, सो
उस केस ਦੇ ਵਿੱਚ ਕੀ ਹੋਏਗਾ ਕਿ ਇੱਥੇ ਬਾਈਪੋਲਸ ਹੋਣਗੇ। ਬਾਈਪੋਲਸ ਹੋਣ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਦੁਬਾਰਾ ਉਸ ਇਲਾਕੇ ਦੇ ਵਿੱਚ, ਉਹ ਸਿਰਫ ਉਸ ਇਲਾਕੇ ਦੇ ਵਿੱਚ ਹੀ ਦੁਬਾਰਾ ਵੋਟਾਂ ਜਿਹੜੀਆਂ ਹੈ ਉਹ ਪਾਣੀਆਂ ਪੈਣਗੀਆਂ। ਔਰ ਦੁਬਾਰਾ ਜਦੋਂ ਵੋਟਾਂ ਪਾਓਗੇ, ਜਿਹੜਾ ਵੀ ਕੈਂਡੀਡੇਟ ਜਿੱਤ ਕੇ ਜਾਊਗਾ ਸਿਰਫ 2 ਸਾਲਾਂ ਲਈ ਜਾਏਗਾ, ਸਿਰਫ 2 ਸਾਲਾਂ, ਉਹਨੂੰ 2 ਸਾਲਾਂ ਬਾਅਦ ਦੁਬਾਰਾ ਜੋ ਹੈ ਫਿਰ ਇਲੈਕਸ਼ਨ ਦੇ ਵਿੱਚ ਖੜਾ ਹੋਣਾ ਪਏਗਾ। ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਕਿਸੇ MLA MP ਦੀ ਜਿਹੜੀ ਹੈਗੀ ਆ ਉਹ ਸਿਹਤ ਠੀਕ ਨਹੀਂ ਰਹਿ ਰਹੀ ਜਾਂ ਕੁਝ ਉਹਦੇ ਨਿੱਜੀ ਕਾਰਨ ਹੈ ਔਰ ਉਹਨੂੰ MLA ਬਣ ਕੇ ਚੰਗਾ ਨਹੀਂ ਲੱਗ ਪਾ ਰਿਹਾ ਔਰ ਇਹ ਲੱਗ ਰਿਹਾ ਹੈ ਕਿ ਮੈਂ ਲੋਕਾਂ ਦੀ ਉਮੀਦਾਂ ਤੇ ਖਰਾ ਨਹੀਂ ਉਤਰ ਪਾ ਰਿਹਾ। ਜਿਵੇਂ ਕਿ ਸਾਡੇ ਮੁੱਲਾਪੁਰ ਦਾਖਾ ਤੋਂ, ਲੁਧਿਆਣੇ ਦੇ ਵਿੱਚ ਇੱਕ ਇਲਾਕਾ ਹੈ ਮੁੱਲਾਪੁਰ ਦਾਖਾ, ਉੱਥੋਂ HS ਫੂਲਕਾ ਜੀ, ਜਿਨ੍ਹਾਂ ਨੇ 1984 ਦੇ ਜੋ ਸਿੱਖ ਦੰਗੇ ਹੋਏ ਸੀਗੇ ਉਹਨਾਂ ਦੇ ਵਕੀਲ ਨੇ ਉਹ, ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਮੈਂ ਜਿਹੜੇ ਆਪਣੀ ਵਕਾਲਤ ਦੇ ਪੇਸ਼ੇ ਦੇ ਵਿੱਚ ਜਿੱਥੇ ਮੈਂ ਸੇਵਾ ਕਰ ਰਿਹਾ ਹਾਂ ਸਿੱਖ ਕੌਮ ਦੀ, ਮੈਂ ਉਹਦੇ ਲਈ ਪੂਰਾ ਸਮਾਂ ਨਹੀਂ ਦੇ ਪਾ ਰਿਹਾ MLA ਬਣ ਕੇ। ਸੋ ਉਹਨਾਂ ਨੇ 2 ਜਾਂ 2.5 ਸਾਲ ਬਾਅਦ ਜਿਹੜੀ ਸੀ MLA ਦੀ ਪੋਸਟ ਤੋਂ ਰੈਜ਼ਿਗਨੇਸ਼ਨ ਦੇ ਦਿੱਤਾ ਸੀ, ਅਸਤੀਫਾ ਦੇ ਦਿੱਤਾ ਸੀਗਾ। ਉਸ ਕੇਸ ਦੇ ਵਿੱਚ ਇੱਥੇ ਇਹ ਬਾਈਪੋਲਸ ਹੋਏ ਸੀਗੇ। ਠੀਕ ਹੈ ਜੀ, ਇਸ ਇਲਾਕੇ ਦੇ ਵਿੱਚ, ਉਸ ਇਲਾਕੇ ਦੇ ਵਿੱਚ ਲੋਕਾਂ ਨੂੰ ਜਿਹੜਾ ਹੈ ਨੁਮਾਇੰਦਾ ਦੇਣ ਦੇ ਲਈ ਦੁਬਾਰਾ ਬਾਈਪੋਲਸ ਹੋਏ ਸੀਗੇ। ਠੀਕ ਹੈ, ਸੋ ਜਿਮਨੀ ਚੋਣਾਂ ਦਾ ਮਤਲਬ ਇਹ ਹੈ। ਕੀ ਹੋਇਆ ਕਿ ਜਿੱਤੇ ਹੋਏ ਉਮੀਦਵਾਰ ਵੱਲੋਂ ਜੀ ਅਸਤੀਫਾ ਦੇ ਦਿੱਤਾ ਜਾਏ, ਜਿੱਤਿਆ ਹੋਇਆ ਹੈ। ਠੀਕ ਹੈ, ਜਾਂ ਫਿਰ ਇੱਕ ਹੋਰ ਪੁਆਇੰਟ ਵੀ ਹੈ, ਜਾਂ ਫਿਰ ਮੌਤ ਵਾਲਾ ਪੁਆਇੰਟ ਤਾਂ ਮੈਂ ਦੱਸਤਾ, ਇੱਕ ਪੁਆਇੰਟ ਰਹੇਗਾ ਚੋਣ ਨੂੰ ਅਯੋਗ ਕਰਾਰ ਦੇ ਦਿੱਤਾ ਜਾਂਦਾ ਹੈ। ਹੁਣ ਸਪੋਜ਼ ਕਰੋ ਕਿ ਚੋਣ ਤਾਂ ਹੋ ਗਈ ਲੇਕਿਨ ਬਾਅਦ ਦੇ ਵਿੱਚ ਨਾ ਉਹਦੀ ਚੋਣ ਦੇ ਉੱਤੇ ਝਗੜਾ ਚੱਲ ਰਿਹਾ ਸੀ ਔਰ ਹਾਈ ਕੇਸ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਚਲਾ ਗਿਆ ਔਰ ਹਾਈ ਕੋਰਟ 'ਚ ਕਿਹਾ ਗਿਆ ਕਿ ਇਹ ਬੰਦੇ ਨੇ ਜਿਹੜੇ ਹੈਗੇ ਨੋਮੀਨੇਸ਼ਨ ਫਾਰਮ ਦੇ ਵਿੱਚ ਜਿਹੜੇ ਗਲਤ ਜਾਂ ਫਿਰ ਉਹ ਗਲਤ ਸਟੇਟਮੈਂਟਸ ਦਿੱਤੀਆਂ ਹੋਈਆਂ, ਜਾਂ ਫਿਰ ਇਹ ਕਹਿ ਦਿੱਤਾ ਕਿ ਇਹਨਾਂ ਨੇ ਬੂਥ ਕੈਪਚਰਿੰਗ ਕਰਕੇ ਜਿਹੜੇ ਸੀਗੇ ਉਹ ਚੋਣਾਂ ਜਿੱਤੀਆਂ ਨੇ। ਠੀਕ ਹੈ, ਇਸ ਕੇਸ ਦੇ ਵਿੱਚ ਹਾਈ ਕੋਰਟ ਨੇ ਵੀ ਕਹਿ ਦਿੱਤਾ ਹਾਂ ਕਿ ਇਹ ਬੰਦਾ ਹੈ ਗਲਤ ਤਰੀਕੇ ਨਾਲ ਜਿੱਤਿਆ ਹੈ, ਸੋ ਇਸ ਨੂੰ ਅਯੋਗ ਕਰਾਰ ਦਿੱਤਾ ਜਾਵੇ। ਸੋ ਜੇ ਉਹ ਜਿਹੜਾ ਬੰਦਾ ਜਿੱਤਿਆ ਹੋਇਆ MLA ਉਸ ਨੂੰ ਅਯੋਗ ਕਰਾਰ ਦੇ ਦਿੱਤਾ ਜਾਏਗਾ ਤਾਂ ਉਸ ਕੇਸ ਦੇ ਵਿੱਚ ਉਸ ਦੀ ਜੋ ਹੈ ਸੀਟ ਉਹ ਖਾਲੀ ਹੋ ਜਾਏਗੀ। ਸੀਟ ਖਾਲੀ ਹੋ ਗਈ, ਸੀਟ ਖਾਲੀ ਹੋਣ ਦੇ ਹਾਲਾਤਾਂ ਦੇ ਵਿੱਚ ਉੱਥੇ ਦੁਬਾਰਾ ਚੋਣ ਹੋਣਗੇ, ਉਹਨਾਂ ਨੂੰ ਜਿਮਨੀ ਚੋਣਾਂ ਕਿਹਾ ਜਾਂਦਾ ਹੈ, ਬਾਈਪੋਲਸ ਕਿਹਾ ਜਾਂਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਅਗਲਾ ਜਿਹੜਾ ਹੈ ਉਹ ਹੈ ਰਾਜਨੀਤਿਕ ਦਲ। ਠੀਕ ਹੈ ਜੀ, ਕਹਿੰਦਾ ਕਿ ਜਿਹੜੇ ਰਾਜਨੀਤਿਕ ਦਲ ਨੇ ਨਾ ਉਹ ਜੇ ਤਾਂ ਲੋਕਤੰਤਰ ਪ੍ਰਣਾਲੀ ਇੱਕ ਗੱਡੀ ਹੈ ਤਾਂ ਰਾਜਨੀਤਿਕ ਦਲ ਉਹਦੇ ਕੀ ਨੇ, ਉਹਦੇ ਪਹੀਏ ਨੇ। ਠੀਕ ਹੈ ਜੀ, ਉਹਦੇ ਪਹੀਏ ਨੇ। ਠੀਕ ਹੈ, ਓਕੇ ਜੀ, ਮੇਰੀ ਡਰਾਇੰਗ ਬਹੁਤ ਮਾੜੀ ਹੈ ਸੋ ਪਲੀਜ਼ ਬੀਅਰ ਕਰ ਲਓ। ਕਹਿੰਦਾ ਉਹਦੇ ਪਹੀਏ ਨੇ, ਗੱਲ ਤਾਂ ਬਿਲਕੁਲ ਠੀਕ ਕਹਿ ਰਿਹਾ ਕਿਉਂਕਿ ਆਪਾਂ ਸ਼ੁਰੂ ਤੋਂ ਗੱਲ ਕਰਨੀ ਸ਼ੁਰੂ ਕੀਤੀ ਹੈ ਚੋਣਾਂ ਦੀ, ਜਦ ਦੀ ਗੱਲ ਕੀਤੀ ਹੈ ਅਸੀਂ ਇਹ ਹਮੇਸ਼ਾ ਕਿਹਾ ਹੈ ਕਿ ਭਾਰਤ ਦੇ ਵਿੱਚ ਜਿਹੜੀ ਹੈ ਬਹੁਦਲੀ ਲੋਕ ਪ੍ਰਣਾਲੀ ਪਾਈ ਜਾ ਰਹੀ ਹੈ। ਠੀਕ ਹੈ, ਤੇ ਰਾਜਨੀਤਿਕ ਦਲ ਨਹੀਂ ਹੋਣਗੇ ਤਾਂ ਲੋਕਤੰਤਰ ਨਹੀਂ ਚੱਲ ਸਕਦਾ ਕਿਉਂਕਿ ਲੋਕਤੰਤਰ ਵਿੱਚ ਜੇ ਚੋਣਾਂ ਦਾ ਮਹੱਤਵ ਦੇਖੋਗੇ ਰਾਜਨੀਤਿਕ ਦਲ ਹੀ ਹੈ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਜਿਹੜੀ ਹੈ ਰਾਜਨੀਤਿਕ ਸਿੱਖਿਆ ਪੈਦਾ ਕੀਤੀ ਹੈ। ਜਿਵੇਂ ਕਿ ਮੈਂ ਦੱਸਿਆ ਸੀ ਕਿ ਜਿਹੜੀ ਓਪੋਜੀਸ਼ਨ ਪਾਰਟੀਆਂ ਹੁੰਦੀਆਂ ਉਹਨਾਂ ਵੱਲੋਂ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਦੀ ਤੇ ਉਹਦੇ ਨੁਮਾਇੰਦਿਆਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਦੀ ਆਲੋਚਨਾ ਕੀਤੀ ਜਾਂਦੀ ਹੈ, ਜਿਹਦੇ ਨਾਲ ਲੋਕਾਂ ਦੇ ਵਿੱਚ ਰਾਜਨੀਤਿਕ ਸਮਝ ਜੋ ਹੈ ਉਹ ਪੈਦਾ ਹੁੰਦੀ ਹੈ। ਠੀਕ ਹੈ, ਭਾਰਤ ਦੇ ਵਿੱਚ ਬਹੁਦਲੀ ਪ੍ਰਣਾਲੀ ਹੈ। 1989 ਤੱਕ ਜਿਹੜੀ ਹੈ ਉਹ ਸਿਰਫ ਇੱਕੋ ਪਾਰਟੀ ਯਾਨੀ ਕਿ INC, ਇੰਡੀਅਨ ਨੈਸ਼ਨਲ ਕਾਂਗਰਸ, ਯਾਨੀ ਕਿ ਜਿਹਨੂੰ ਭਾਰਤੀ ਰਾਸ਼ਟਰੀ ਕਾਂਗਰਸ ਕਿਹਾ ਜਾਂਦਾ, ਉਹਦਾ ਏਕਾਧਿਕਾਰ ਰਿਹਾ ਹੈ। ਇਹਦਾ ਕੀ ਮਤਲਬ ਹੈ, ਹੁਣ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ। ਕਹਿਣ ਦਾ ਭਾਵ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ, ਜਦੋਂ ਤੁਸੀਂ ਮਾਡਰਨ ਹਿਸਟਰੀ ਪੜ੍ਹੋਗੇ 10ਵੀਂ ਦੀ, ਉਹਦੇ ਵਿੱਚ ਦੇਖੋਗੇ ਕਿ ਕਾਂਗਰਸ ਨੇ, ਇਹ ਕਿਹਾ ਜਾਂਦਾ ਹੈ ਕਿ ਕਾਂਗਰਸ ਨੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਸੋ ਉਹਦਾ ਕੈਡਰ ਜਿਹੜਾ ਹੈ ਉਹ ਬਹੁਤ ਵੱਡਾ, ਉਹਦੇ ਵਰਕਰਸ ਪੂਰੇ ਇੰਡੀਆ ਦੇ ਵਿੱਚ ਫੈਲੇ ਹੋਏ, ਉਹਨਾਂ ਦਾ ਆਰਗੇਨਾਈਜੇਸ਼ਨਲ ਜਿਹੜਾ ਸਟਰਕਚਰ ਹੈ ਉਹ ਬਹੁਤ ਵੱਡਾ ਹੈ। ਹਰ ਬੂਥ ਪੱਧਰ ਤੇ ਵੀ ਉਹਨਾਂ ਦੇ ਜਿਹੜੇ ਹੈਗੇ ਆ ਉਹ ਕਾਰਕੁਨ ਜਿਹੜੇ ਹੈ, ਵਰਕਰ ਹੈ, ਉਹ ਪਾਏ ਜਾਂਦੇ ਨੇ। ਠੀਕ ਹੈ, ਸੋ ਇੱਕ ਇੰਨੀ ਵੱਡੀ ਪਾਰਟੀ ਜਦੋਂ ਇਲੈਕਸ਼ਨਸ ਹੋਏ, ਪਹਿਲੇ ਇਲੈਕਸ਼ਨਸ ਹੋਏ 1952, ਉਦੋਂ ਤੋਂ ਲੈ ਕੇ ਔਰ 1989 ਤੱਕ ਜਿਹੜਾ ਹੈ ਇਸ ਪਾਰਟੀ ਨੇ ਲਗਾਤਾਰ, ਚਾਹੇ ਉਹ ਨੈਸ਼ਨਲ ਲੈਵਲ ਲੋਕ ਸਭਾ ਦੇ ਇਲੈਕਸ਼ਨਸ ਹੋਣ, ਚਾਹੇ ਉਹ ਵਿਧਾਨ ਸਭਾ, ਕਿਸੇ ਸਟੇਟ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੋਣ, ਉੱਥੇ ਹਮੇਸ਼ਾ ਜ਼ਿਆਦਾਤਰ ਜਿੱਤ ਹੀ ਹਾਸਿਲ ਕੀਤੀ ਹੈ। ਕਿਤੇ ਨਾ ਕਿਤੇ ਇਹਨਾਂ ਦਾ ਰਾਜ ਜਿਹੜਾ ਹੈ ਲਗਾਤਾਰ ਲੋਕ ਸਭਾ ਤੇ ਪੂਰੇ ਇੰਡੀਆ ਦੀ ਵਿਧਾਨ ਸਭਾਵਾਂ ਤੇ ਰਿਹਾ ਹੈ, ਜਿਸ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਚਾਹੇ ਭਾਰਤ ਦੇ ਵਿੱਚ ਬਹੁਦਲੀ ਪ੍ਰਣਾਲੀ ਪਾਈ ਜਾਂਦੀ ਹੈ ਲੇਕਿਨ 1989 ਤੱਕ ਤਾਂ ਇਹਨਾਂ ਦਾ ਏਕਾਧਿਕਾਰ ਹੀ ਰਿਹਾ, ਮਤਲਬ ਸਿਰਫ ਇਹਨਾਂ ਦਾ ਹੀ ਅਧਿਕਾਰ ਸੀਗਾ। ਜ਼ਿਆਦਾਤਰ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਇਹਨਾਂ ਦੇ ਹੀ ਮੈਂਬਰ ਜਿਹੜੇ ਹੈ ਉਹ ਚੁਣੇ ਜਾ ਰਹੇ ਸੀ। ਠੀਕ ਹੈ ਜੀ, ਲੇਕਿਨ 89 ਤੋਂ ਬਾਅਦ ਖੇਤਰੀ ਦਲਾਂ ਦੀ ਸਥਿਤੀ ਵੀ ਮਜ਼ਬੂਤ ਹੋਈ ਕਿਉਂਕਿ ਕਾਂਗਰਸ ਜਦੋਂ ਕਮਜ਼ੋਰ ਹੋਣੀ ਸ਼ੁਰੂ ਹੋਈ 89 ਤੋਂ ਬਾਅਦ ਨੈਸ਼ਨਲ ਲੈਵਲ ਤੇ, ਉਦੋਂ ਖੇਤਰੀ ਦਲਾਂ ਨੇ ਰਲ ਮਿਲ ਕੇ ਸਰਕਾਰ ਬਣਵਾਉਣੀ ਸ਼ੁਰੂ ਕੀਤੀ। ਹੁਣ ਇਹ ਪੂਰਾ ਕਨਸੈਪਟ ਜਿਹੜਾ ਹੈ ਉਹ ਸਮਝਣ ਵਾਲਾ ਹੈ ਕਿਉਂਕਿ ਇਹ ਆਪਾਂ ਨੂੰ ਹੈਲਪ ਕਰੇਗਾ ਜਦੋਂ ਅਸੀਂ ਚੈਪਟਰ ਨੰਬਰ 12 ਕਰਾਂਗੇ, ਉੱਥੇ ਬਹੁਤ ਈਜ਼ੀਲੀ ਆਪਾਂ ਨੂੰ ਸਾਰੀਆਂ ਚੀਜ਼ਾਂ ਆਉਂਦੀਆਂ ਹੋਣਗੀਆਂ ਪਹਿਲਾਂ ਤੋਂ ਹੀ। ਠੀਕ ਹੈ, ਮੈਂ ਤੁਹਾਨੂੰ ਸਮਝਾਇਆ ਸੀ। ਆਪਾਂ ਲੋਕ ਸਭਾ ਦਾ ਐਗਜ਼ਾਮਪਲ ਲੈਂਦੇ ਹਾਂ, ਆਪਾਂ ਸ਼ੁਰੂਆਤ ਹੀ ਲੋਕ ਸਭਾ ਦੇ ਐਗਜ਼ਾਮਪਲ ਤੋਂ ਕਰਦੇ ਹਾਂ। ਠੀਕ ਹੈ ਜੀ, ਲੋਕ ਸਭਾ ਬਿਲਕੁਲ ਠੀਕ, ਇਹਦੇ ਵਿੱਚ 545 ਜਾਂ 543 ਮੈਂਬਰ ਜਿਹੜੇ ਹੈ ਉਹ ਚੁਣ ਕੇ ਭੇਜਣੇ ਆ। ਮੈਂ ਦੱਸਿਆ ਸੀ ਕਿ ਜੇ ਕਿਸੇ ਪਾਰਟੀ ਨੂੰ 272+ ਸੀਟਾਂ ਮਿਲ ਗਈਆਂ, ਠੀਕ ਹੈ, ਤਾਂ ਉਹਨਾਂ ਦਾ PM ਬਣ ਜਾਏਗਾ। ਉਹਨਾਂ ਦੇ ਜਿਹੜੇ ਹੈਗੇ ਆ ਮੈਂਬਰ, ਉਸ ਪਾਰਟੀ ਦੇ ਜਿੱਤੇ ਹੋਏ ਜਿਹੜੇ MP ਹੋਣਗੇ, ਉਹਨਾਂ ਨੂੰ ਜਿਹੜਾ ਹੈ ਉਹ ਕਾਉਂਸਲ ਆਫ ਮਿਨਿਸਟਰ ਦੇ ਵਿੱਚ ਯਾਨੀ ਕਿ ਮੰਤਰੀ ਬਣਾ ਦਿੱਤਾ ਜਾਏਗਾ।
ਹੁਣ ਸਪੋਜ਼ ਕਰ ਲਓ ਕਿ ਬੀਜੇਪੀ, ਠੀਕ ਹੈ, ਬੀਜੇਪੀ ਕੱਲੀ ਆਪ ਮਤਲਬ ਬਿਨਾਂ ਕਿਸੇ ਹੋਰ ਪਾਰਟੀ ਦੀ ਸਪੋਰਟ ਲਏ ਹੋਏ ਆਪ ਜਿਹੜਾ ਹੈ ਸਿਰਫ 172 ਸੀਟਾਂ ਹੀ ਅਰੇਂਜ ਕਰ ਸਕੀ, 172 ਸੀਟਾਂ ਹੀ ਇਹਨਾਂ ਕੋਲ ਆਈਆਂ। ਲੇਕਿਨ ਜੇ ਉਹਨਾਂ ਨੂੰ ਮੈਜਿਕ ਫਿਗਰ ਤੱਕ ਪਹੁੰਚਣਾ ਹੈ, ਯਾਨੀ ਕਿ 272 ਤੱਕ ਪਹੁੰਚਣਾ ਹੈ, ਤਾਂ ਉਹਨਾਂ ਨੂੰ ਕਿਸੇ ਹੋਰ ਪਾਰਟੀ ਦੀ, ਜਿਹੜੀਆਂ ਹੋਰ ਛੋਟੇ ਛੋਟੇ ਰਾਜਨੀਤਿਕ ਦਲ ਹੋਣਗੇ, ਉਹਨਾਂ ਦੀ ਮਦਦ ਲੈਣੀ ਪਏਗੀ। ਜਿਵੇਂ ਗਠਬੰਧਨ ਚੱਲ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਠੀਕ ਹੈ, ਉਹਨਾਂ ਨੇ ਇਹੋ ਜਿਹੀਆਂ 100 ਸੀਟਾਂ ਇਕੱਠੀਆਂ ਕੀਤੀਆਂ। ਮਤਲਬ ਇਹੋ ਜਿਹੇ ਸਪੋਜ਼ ਕਰ ਲਓ ਕਿ ਛੋਟੇ ਛੋਟੇ 50 ਦਲ ਹੈ, ਔਰ ਹਰ ਦਲ ਦੇ ਨਾਲ ਸਪੋਜ਼ ਕਰ ਲਓ ਕਿ 2 ਹੀ ਮੈਂਬਰ ਜਿਹੜੇ ਸੀਗੇ ਉਹ MP ਬਣੇ ਸੀਗੇ, ਔਰ MP ਬਣ ਕੇ ਜਿਹੜਾ ਲੋਕ ਸਭਾ 'ਚ ਪਹੁੰਚੇ ਸੀਗੇ। ਸੋ ਇਹਨਾਂ 50 ਦਲਾਂ ਦੇ ਨਾਲ ਰਲ ਕੇ ਬੀਜੇਪੀ ਨੇ ਕੀ ਬਣਾਇਆ, ਇਹਨਾਂ ਨੇ ਬਣਾ ਲਿਆ NDA, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ। ਹੁਣ ਕਾਂਗਰਸ ਵੀ ਤਾਂ ਘੱਟ ਨਹੀਂ ਹੈਗੀ, INC, ਉਹਨੇ ਵੀ ਬਹੁਤ ਸਾਰੇ ਜਿਹੜੇ ਰੀਜਨਲ ਤੁਹਾਡੀਆਂ ਪਾਰਟੀਆਂ ਨੇ ਉਹਨਾਂ ਨਾਲ ਰਲ ਕੇ ਕੀ ਬਣਾਇਆ, ਉਹਨਾਂ ਨੇ ਬਣਾਇਆ ਹੋਇਆ UPA, ਯਾਨੀ ਕਿ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ, ਯਾਨੀ ਕਿ ਇਹਨਾਂ ਨੇ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਬਣਾਇਆ ਹੋਇਆ, ਇਹਨਾਂ ਨੇ UPA ਬਣਾਇਆ ਹੋਇਆ ਹੈ, ਠੀਕ ਹੈ। ਸੋ ਇਸ ਕਰਕੇ ਜਿਹੜੇ ਇਹ ਛੋਟੇ ਛੋਟੇ ਰਾਜਨੀਤਿਕ ਦਲ ਨੇ, ਇਹਨਾਂ ਦੀ ਭੂਮਿਕਾ ਦੇ ਵਿੱਚ ਜਿਹੜਾ ਹੈ ਉਹ ਵਾਧਾ ਦੇਖਿਆ ਗਿਆ। ਹੁਣ ਵਾਪਸ ਆਪਾਂ ਆਪਣੇ ਪੈਰੇ ਤੇ ਆਉਂਦੇ ਹਾਂ, ਤੁਹਾਨੂੰ ਸਾਰੀ ਗੱਲ ਬਿਲਕੁਲ ਈਜ਼ੀਲੀ ਸਮਝ ਆ ਜਾਏਗੀ ਜੋ ਮੈਂ ਤੁਹਾਨੂੰ ਸਮਝਾ ਕੇ ਹਟਿਆ ਵਾਂ, ਠੀਕ ਹੈ ਜੀ। 1989 ਤੋਂ ਬਾਅਦ ਕਾਂਗਰਸ ਸਟਰੋਂਗ ਨਹੀਂ ਰਹੀ, ਠੀਕ ਹੈ ਜੀ, ਤਾਂ ਕੇਂਦਰੀ ਸਰਕਾਰ ਦੇ ਵਿੱਚ ਇਹ ਜਿਹੜੇ ਛੋਟੇ ਛੋਟੇ ਰਾਜਨੀਤਿਕ ਦਲ ਸੀਗੇ, ਜਿਹੜੇ ਰੀਜਨਲ ਲੈਵਲ ਤੇ ਸੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਲੈਵਲ ਤੇ ਹੈ, DMK ਹੈ, ਉਹ ਤੁਹਾਡੇ ਸਾਊਥ ਦੇ ਵਿੱਚ ਹੋਏਗਾ, ਤਾਮਿਲਨਾਡੂ ਲੈਵਲ ਤੇ, TMC ਹੈ, ਯਾਨੀ ਕਿ ਤ੍ਰਿਣਮੂਲ ਕਾਂਗਰਸ ਹੈ, ਔਰ ਬੰਗਾਲ ਦੇ ਵਿੱਚ ਸਟਰੋਂਗ ਹੈ, ਠੀਕ ਹੈ। ਸੋ ਇੱਦਾਂ ਦੇ ਛੋਟੇ ਛੋਟੇ ਜੋ ਦਲ ਨੇ, ਰੀਜਨਲ ਜੋ ਦਲ ਨੇ, ਉਹ ਉਹਨਾਂ ਦੀ ਮਦਦ ਦੇ ਨਾਲ ਜੋ ਹੈ ਉਹ ਕੇਂਦਰ ਦੇ ਵਿੱਚ ਸਰਕਾਰ ਜੋ ਹੈ ਬਣਾਈ ਜਾਣ ਲੱਗ ਪਈ। ਭਾਈਵਾਲ ਮਤਲਬ ਅਲਾਇੰਸ, ਜੋ ਮੈਂ ਹੁਣੇ ਦੱਸ ਕੇ ਨਾ। 89 ਤੋਂ ਬਾਅਦ ਗਠਬੰਧਨ ਸਰਕਾਰਾਂ ਬਣਨੀਆਂ ਸ਼ੁਰੂ ਹੋਈਆਂ। ਗਠਬੰਧਨ ਸਰਕਾਰਾਂ ਦਾ ਮਤਲਬ ਇਹੀ ਹੈ ਕਿ ਅਲਾਇੰਸ ਕਰ ਕਰਕੇ ਸਰਕਾਰਾਂ ਨੂੰ ਬਣਾ ਰਹੇ ਹੋ, ਠੀਕ ਹੈ। ਬੰਧਨ ਹੋ ਗਿਆ, ਗੱਠ ਕੇ ਬੰਧਨ ਕੀਤਾ ਗਿਆ, ਠੀਕ ਹੈ, ਯਾਨੀ ਕਿ ਬੀਜੇਪੀ ਨੇ ਆਪਣੇ ਨਾਲ 25 30 50 ਪਾਰਟੀਆਂ ਦਾ ਜਿਹੜਾ ਹੈ ਸਮਰਥਨ ਲਿਆ ਹੋਇਆ ਹੈ, ਠੀਕ ਹੈ, ਜਿਹਦੇ ਨਾਲ ਉਹ ਰਲ ਕੇ ਸਰਕਾਰ ਬਣਾ ਰਹੇ ਹੈ। ਔਰ ਉਹਨਾਂ ਜਿਹੜੀਆਂ ਪਾਰਟੀਆਂ, ਉਹਨਾਂ ਨੂੰ ਵਾਅਦਾ ਕੀਤਾ ਜਾਂਦਾ ਹੈ ਕਿ ਤੁਹਾਨੂੰ ਤੁਹਾਡੇ ਜਿਹੜੇ MP ਚੁਣੇ ਗਏ ਆ, ਉਹਨਾਂ 'ਚੋਂ ਇੱਕ ਨੂੰ ਅਸੀਂ ਰੇਲਵੇ ਮਿਨਿਸਟਰ ਬਣਾ ਦਾਂਗੇ, ਠੀਕ ਹੈ, ਕਿਸੇ ਨੂੰ ਕੋਈ ਹੋਰ ਮਿਨਿਸਟਰ ਬਣਾ ਦਾਂਗੇ। ਸੋ ਇੱਦਾਂ ਦੇ ਵਾਅਦੇ ਕੀਤੇ ਜਾਂਦੇ ਹੈ, ਜਾਂ ਕੋਈ ਹੋਰ ਅੱਛੀ ਪੋਸਟ ਜਿਹੜੀ ਹੈ ਕਿਤੇ ਚੇਅਰਮੈਨ ਲਗਾ ਦਾਂਗੇ ਕਿਸੇ ਕਮਿਸ਼ਨ ਦੇ ਵਿੱਚ। ਸੋ ਇਹ ਸਾਰੀਆਂ ਜਿਹੜੇ ਉਹਨਾਂ ਨੂੰ ਵਾਅਦੇ ਕੀਤੇ ਜਾਂਦੇ ਨੇ, ਠੀਕ ਹੈ ਜੀ। 14ਵੀਂ ਤੇ 15ਵੀਂ ਲੋਕ ਸਭਾ ਦੇ ਵਿੱਚ UPA ਨੂੰ ਸੱਤਾ ਹਾਸਲ ਹੋਈ ਸੀਗੀ, ਠੀਕ ਹੈ ਜੀ। 14ਵੀਂ ਤੇ 15ਵੀਂ 2004 ਤੇ 2009 ਦੀਆਂ ਇਲੈਕਸ਼ਨ ਦੀਆਂ ਗੱਲ ਹੋ ਰਹੀ ਹੈ, 2004 ਤੇ 2009 ਦੀਆਂ ਇਲੈਕਸ਼ਨ। ਲੇਕਿਨ ਮਈ 2014 ਵਿੱਚ ਕਿਹਨੂੰ ਮਿਲਿਆ, ਯਾਨੀ ਕਿ ਜਦੋਂ 16ਵੀਂ ਲੋਕ ਸਭਾ ਦੀ ਇਲੈਕਸ਼ਨ ਹੋਏ ਤਾਂ ਉਦੋਂ NDA, ਯਾਨੀ ਕਿ ਜਿਹੜੀ ਭਾਜਪਾ ਦਾ ਗਠਬੰਧਨ ਸੀਗਾ NDA, ਉਹਨੂੰ ਪੂਰਨ ਬਹੁਮਤ ਪ੍ਰਾਪਤ ਹੋਇਆ, 272 ਤੋਂ ਜ਼ਿਆਦਾ ਸੀਟਾਂ ਪ੍ਰਾਪਤ ਹੋਈਆਂ। ਭਾਰਤ ਵਿੱਚ 2 ਤਰ੍ਹਾਂ ਦੇ ਰਾਜਨੀਤਿਕ ਦਲ ਪਾਏ ਜਾਂਦੇ ਆ, ਇੱਕ ਰਾਸ਼ਟਰੀ ਲੈਵਲ ਦੇ ਹੁੰਦੇ ਆ, ਇੱਕ ਰਾਜ ਪੱਧਰ ਤੇ ਹੁੰਦੇ ਆ ਖੇਤਰੀ ਦਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਇਹ ਮਾਨਤਾ ਕੌਣ ਦੇਗਾ, ਰਾਸ਼ਟਰੀ ਕੋਈ ਦਲ ਹੈ ਜਾਂ ਖੇਤਰੀ ਦਲ ਹੈ? ਇਹ ਮਾਨਤਾ ਦਿੱਤੀ ਜਾਂਦੀ ਹੈ ਚੋਣ ਕਮਿਸ਼ਨ ਵੱਲੋਂ। ਕੁਝ ਸ਼ਰਤਾਂ ਹੁੰਦੀਆਂ ਵੈ, ਠੀਕ ਹੈ ਜੀ, ਕਿਉਂਕਿ ਦਲ ਜਿਹੜੇ ਉਹ ਆਪਣੇ ਆਪ ਨੂੰ ਰਜਿਸਟਰ ਕਿਹਦੇ ਕੋਲ ਕਰਵਾਉਂਦੇ ਆ, ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾਉਂਦੇ ਆ। ਮੈਂ ਜਦੋਂ ਚੋਣ ਕਮਿਸ਼ਨ ਦੇ ਫੰਕਸ਼ਨਸ ਦੀ ਗੱਲ ਕੀਤੀ ਸੀ ਉਦੋਂ ਮੈਂ ਦੱਸਿਆ ਸੀ ਕਿ ਚੋਣ ਕਮਿਸ਼ਨ ਕੋਲ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਜਾਂਦਾ ਹੈ, ਠੀਕ ਹੈ ਜੀ। ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਰਤਾਂ ਹੁੰਦੀਆਂ ਕੁਝ, ਜਿਵੇਂ ਹੁਣ ਸਪੋਜ਼ ਕਰੋ ਕਿ ਕੋਈ ਦਲ ਇਹ ਕਹਿਣਾ ਚਾਹੁੰਦਾ ਕਿ ਮੈਂ ਨੈਸ਼ਨਲ ਪਾਰਟੀ ਬਣਨਾ ਚਾਹੁੰਦਾ, ਜਿਵੇਂ ਆਮ ਆਦਮੀ ਪਾਰਟੀ ਹੈ, ਉਹ ਕਹਿਣਾ ਚਾਹੁੰਦੀ ਹੈ ਕਿ ਮੈਂ ਰਾਸ਼ਟਰੀ ਦਲ ਬਣਨਾ ਚਾਹੁੰਦੀ ਹਾਂ, ਤਾਂ ਕੁਝ ਇੱਦਾਂ ਦੀਆਂ ਸ਼ਰਤਾਂ ਨੇ। ਜਿਵੇਂ ਮੈਂ ਇੱਕ ਸ਼ਰਤ ਦਾ ਮੈਂ ਤੁਹਾਨੂੰ ਐਗਜ਼ਾਮਪਲ ਵੀ ਦੇ ਦਿੰਦਾ ਕਿ ਉਸ ਨੂੰ ਜਦੋਂ ਆਮ ਚੁਣਾਵ ਹੋਏ ਹੋਣ 2019 ਦੇ ਜਾਂ 2014 ਦੇ, ਜਿਹੜੇ ਵੀ ਪਿਛਲੇ ਆਮ ਚੁਣਾਵ ਹੋਏ ਆ, ਉਹਨਾਂ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ 4% ਵੋਟਾਂ ਪਈਆਂ ਹੋਣੀਆਂ ਚਾਹੀਦੀਆਂ ਤੇ ਉਹਨਾਂ ਦੇ 4 MP ਚੁਣ ਕੇ ਗਏ ਹੋਣੇ ਚਾਹੀਦੇ ਆ। ਉਸ ਕੇਸ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਨੂੰ ਰਾਸ਼ਟਰੀ ਜੋ ਹੈ ਰਾਸ਼ਟਰੀ ਦਲ ਹੈ ਉਹ ਮੰਨਿਆ ਜਾਊਗਾ, ਨਹੀਂ ਤਾਂ ਉਹ ਖੇਤਰੀ ਦਲ ਹੀ ਰਹਿ ਜਾਣਗੇ, ਜਿਵੇਂ ਹੁਣ ਉਹ ਖੇਤਰੀ ਦਲ ਹੀ ਹੈ, ਠੀਕ ਹੈ। ਇਹ ਮਾਨਤਾ ਕੌਣ ਦੇ ਰਿਹਾ, ਉਹ ECI ਵੱਲੋਂ ਦਿੱਤੀ ਜਾ ਰਹੀ ਹੈ, ਠੀਕ ਹੈ ਜੀ। ਤੇ ਜਦੋਂ ਹੁਣ ਇਹ ਰਾਸ਼ਟਰੀ ਤੇ ਖੇਤਰੀ ਦਲ ਬਣਨ ਦਾ ਫਾਇਦਾ ਕੀ ਹੈ, ਇਹਨਾਂ ਨੂੰ ਇੱਕ ਪੱਕਾ ਚੋਣ ਨਿਸ਼ਾਨ ਅਲੋਟ ਹੋ ਜਾਂਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਚੋਣ ਨਿਸ਼ਾਨ ਕੀ ਲੈਣਾ ਚਾਹੁੰਦਾ ਸੀ, ਪੰਜਾ, ਲੇਕਿਨ ਉਹਨਾਂ ਨੇ ਕਿਹਾ ਕਿ ਇਹ ਤਾਂ ਪੰਜਾ ਤਾਂ ਆਲਰੇਡੀ ਜਿਹੜਾ ਹੈ ਚੋਣ ਨਿਸ਼ਾਨ ਕਿਹਨੂੰ ਅਲੋਟ ਕੀਤਾ ਗਿਆ, ਕਾਂਗਰਸ ਨੂੰ। ਕਾਂਗਰਸ ਇੱਕ ਰਾਸ਼ਟਰੀ ਦਲ ਹੈ, ਔਰ ਜਦੋਂ ਤੁਸੀਂ ਰਾਸ਼ਟਰੀ ਦਲ ਬਣ ਜਾਓਗੇ ਤਾਂ ਤੁਹਾਨੂੰ ਇੱਕ ਚੋਣ ਨਿਸ਼ਾਨ ਜਿਹੜਾ ਹੈ ਅਲੋਟ ਕੀਤਾ ਜਾਏਗਾ, ਜਿਵੇਂ BJP ਨੂੰ ਕਮਲ ਦਾ ਫੁੱਲ ਦਿੱਤਾ ਗਿਆ ਹੈ, ਠੀਕ ਹੈ। ਭਾਰਤ ਵਿੱਚ ਕੁਝ ਰਾਸ਼ਟਰੀ ਦਲ ਜਿਹੜੇ ਪਤਾ ਹੋਣੇ ਚਾਹੀਦੇ, ਜਿਵੇਂ ਆਪਣੇ ਕੁਐਸਚਨ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ 'ਚ ਪੁੱਛਿਆ ਹੋਇਆ ਹੈ, ਉਹਦੇ ਵਿੱਚ ਕਿਹਾ ਗਿਆ ਕਿ 4 ਜਿਹੜੇ ਰਾਸ਼ਟਰੀ ਦਲ ਦੱਸੋ, ਤਾਂ ਪਹਿਲਾ ਹੋਏਗਾ ਕਾਂਗਰਸ, ਤੇ ਕਾਂਗਰਸ ਨੂੰ ਕੱਲਾ ਕਾਂਗਰਸ ਨਹੀਂ ਲਿਖਣਾ, ਤੁਸੀਂ ਲਿਖਣਾ ਭਾਰਤੀ ਰਾਸ਼ਟਰੀ ਕਾਂਗਰਸ ਯਾਨੀ ਕਿ INC। ਦੂਜਾ ਹੈ ਭਾਰਤੀ ਜਨਤਾ ਪਾਰਟੀ। ਤੀਜੀ ਹੈ ਬਹੁਜਨ ਸਮਾਜ ਪਾਰਟੀ, ਜੋ ਕਿ ਮਾਇਆਵਤੀ ਜੀ ਦੀ ਪਾਰਟੀ ਹੈ। ਆਈ ਥਿੰਕ ਹੁਣ ਇਹ ਪਾਰਟੀ ਨਹੀਂ ਰਹੀ, ਇਹ ਰਾਸ਼ਟਰੀ ਪਾਰਟੀ ਨਹੀਂ ਰਹੀ, ਸੋ ਇਹਦਾ ਨਾਮ ਨਾ ਲਿਖਿਓ ਤੁਸੀਂ ਪੇਪਰ 'ਚ ਪਲੀਜ਼, ਠੀਕ ਹੈ। ਨਵੀਂ ਪਾਰਟੀ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹ ਰਾਸ਼ਟਰੀ ਪਾਰਟੀ ਹੁਣੇ ਰੀਸੈਂਟ 'ਚ ਬਣੀ ਹੈ। ਸੋ ਬਹੁਜਨ ਸਮਾਜ ਪਾਰਟੀ ਤੇ ਆਪਣਾ ਡਾਊਟ ਆ ਰਿਹਾ, ਇਸ ਲਈ ਨਾ ਲਿਖਿਓ। CPI ਕਮਿਊਨਿਸਟ ਪਾਰਟੀ ਆਫ ਇੰਡੀਆ, ਤੁਸੀਂ ਲਿਖ ਲੈਣਾ ਹੈ ਕਮਿਊਨਿਸਟ ਪਾਰਟੀ ਆਫ ਇੰਡੀਆ, ਠੀਕ ਹੈ ਜੀ। ਉਸ ਤੋਂ ਬਾਅਦ 4 ਪਾਰਟੀਆਂ ਪੂਰੀਆਂ ਕਰਨੀਆਂ ਸੀ ਨਾ, ਇੱਕ ਹੋ ਗਈ
दूजी होगी, तीजी होगी और चौथी होगी CPI। ठीक है जी, ये सारे याद कर सकते हो। TMC ਜਿਹੜੀ ਹੈ ਬੰਗਾਲ ਦੇ ਵਿੱਚ ਜਿਹੜੀ ਮਮਤਾ ਬੈਨਰਜੀ ਦੀ ਪਾਰਟੀ ਹੈ ਉਸ ਨੂੰ TMC ਕਿਹਾ ਜਾਂਦਾ। ਤਾਂ ਇਦਾਂ 6 ਜਾਂ 7 ਜਿਹੜੇ ਰਾਸ਼ਟਰੀ ਪੱਧਰ ਦੇ ਉੱਤੇ ਪਾਰਟੀਆਂ ਹੈ, ਆਈ ਥਿੰਕ 6 ਰਹਿ ਗਈਆਂ, ਹੁਣ 7 ਨਹੀਂ ਹੈਗੀਆਂ। ਠੀਕ ਹੈ ਜੀ, ਕਿਉਂਕਿ ਬਹੁਜਨ ਸਮਾਜ ਪਾਰਟੀ ਰਾਸ਼ਟਰੀ ਪਾਰਟੀ ਨਹੀਂ ਰਹੀ ਹੈ। ਓਕੇ, ਸੋ ਜੋ ਸ਼ਰਤਾਂ ਉਹਨਾਂ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਹੈ ਰਾਸ਼ਟਰੀ ਪਾਰਟੀ ਬਣਨ ਦੇ ਲਈ, ਉਹ ਪੂਰੀਆਂ ਨਹੀਂ ਕਰ ਪਾ ਰਹੇ। ਉਸ ਤੋਂ ਬਾਅਦ ਖੇਤਰੀ ਦਲਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ, ਇੱਕ ਨਾਮ ਯਾਦ ਕਰ ਲਓ। ਉਸ ਤੋਂ ਬਾਅਦ RJD ਜਿਹੜੀ ਕਿ ਲਾਲੂ ਪ੍ਰਸਾਦ ਯਾਦਵ ਜੀ ਦੀ ਪਾਰਟੀ ਹੈ ਬਿਹਾਰ ਦੇ ਵਿੱਚ, ਉਸਦਾ ਨਾਮ ਹੈ ਰਾਸ਼ਟਰੀ ਜਨਤਾ ਦਲ। ਠੀਕ ਹੈ ਜੀ, ਇੱਕ ਪਾਰਟੀ ਇਹ ਯਾਦ ਕਰ ਸਕਦੇ ਹੋ। ਨੈਸ਼ਨਲ ਕਾਨਫਰੰਸ ਜਿਹੜੀ ਹੈ ਜੰਮੂ ਕਸ਼ਮੀਰ ਦੇ ਵਿੱਚ ਉਮਰ ਅਬਦੁੱਲਾ ਦੀ ਜਿਹੜੀ ਪਾਰਟੀ ਹੈ ਉਸਦਾ ਨਾਮ ਹੈ ਨੈਸ਼ਨਲ ਕਾਨਫਰੰਸ। ਇਹਦਾ ਨਾਮ ਯਾਦ ਕਰਨਾ ਚਾਹੋ ਤਾਂ ਇਹ ਵੀ ਕਰ ਸਕਦੇ ਹੋ। ਓਕੇ, ਇਹ ਹੁਣ ਇਹ ਰੱਟਾ ਮਾਰਨ ਵਾਲੇ ਨੇ, ਇਹਨਾਂ ਦੇ ਵਿੱਚ ਮੈਂ ਤੁਹਾਡੀ ਕੋਈ ਖਾਸ ਮਦਦ ਨਹੀਂ ਕਰ ਪਾਊਂਗਾ। ਜੋ ਸਮਝਾਉਣ ਵਾਲਾ ਪਾਰਟ ਹੈ ਉਹ ਮੈਂ ਜ਼ਰੂਰ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਹੈ ਉਹ ਕਲੀਅਰ ਕਰਦਾ ਰਿਹਾ ਹਾਂ। ਠੀਕ ਹੈ ਜੀ, ਸੋ ਮਾਰਕਿੰਗ ਕਰ ਲੈਂਦੇ ਹਾਂ ਦੁਬਾਰਾ ਇਹ, ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਇੱਕ ਪਾਰਟੀ ਹੈ ਸ਼ਿਵ ਸੈਨਾ, ਇਹ ਸੌਖਾ ਯਾਦ ਕਰਨਾ, ਇੱਕ ਇਹ ਨਾਮ ਰੱਖ ਸਕਦੇ ਹੋ। ਉਸ ਤੋਂ ਬਾਅਦ ਇੱਕ ਪਾਰਟੀ ਦਾ ਨਾਮ ਤੁਸੀਂ PDP, ਇਹ ਵੀ ਸੌਖੇ। ਜੰਮੂ ਕਸ਼ਮੀਰ ਦੇ ਵਿੱਚ ਜੋ ਤੁਹਾਡੀ ਮੁਫਤੀ ਮੁਹੰਮਦ ਦੀ ਜਿਹੜੀ ਪਾਰਟੀ ਸੀ ਉਸਦਾ ਨਾਮ ਜਿਹੜਾ ਹੈ ਉਹ PDP ਹੈ। ਠੀਕ ਹੈ ਜੀ, ਤੇਲਗੂ ਦੇਸ਼ਮ ਪਾਰਟੀ, ਇੱਕ ਆ ਨਾਮ ਯਾਦ ਕਰ ਸਕਦੇ, ਤੇਲੰਗਾਨਾ ਦੇ ਵਿੱਚ ਪਾਈ ਜਾਂਦੀ ਹੈ। ਓਕੇ, ਸੋ ਅਗਲੀ ਲਾਈਨ ਜਿਹੜੀ ਇਹ ਕਹਿ ਰਿਹਾ ਹੈ ਭਾਰਤ ਵਿੱਚ ਰਾਜਨੀਤਿਕ ਦਲਾਂ ਵਿੱਚ ਸਪਸ਼ਟ ਵਿਚਾਰਧਾਰਾ ਦੀ ਘਾਟ ਪਾਈ ਜਾਂਦੀ ਹੈ। ਇਹਦਾ ਮਤਲਬ ਕੀ ਹੈ? ਇਹ 3-4 ਲਾਈਨਾਂ ਦਾ ਮਤਲਬ ਮੈਂ ਤੁਹਾਨੂੰ ਜ਼ਰੂਰ ਸਮਝਾਉਣਾ ਚਾਹੂੰਗਾ। ਕੀ ਹੁੰਦਾ ਵੈ ਕਿ ਮੈਂ ਹੁਣ ਸਪੋਜ਼ ਕਰੋ ਮੈਂ ਨਾ ਆਪਣੇ ਏਰੀਆ ਦੇ ਵਿੱਚ ਇੱਕ ਮੁਹੱਤਬਰ ਬੰਦਾ ਹਾਂ ਔਰ ਮੈਂ ਇਲੈਕਸ਼ਨ ਦੇ ਵਿੱਚ ਜੇ ਖੜਾ ਹੋ ਜਾਵਾਂ ਤਾਂ ਮੈਂ ਇਲੈਕਸ਼ਨ ਜਿੱਤ ਸਕਦਾ ਹਾਂ, ਲੇਕਿਨ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੈਂ ਕਿਹੜੀ ਪਾਰਟੀ ਨੂੰ ਜੁਆਇਨ ਕਰਾਂ। ਔਰ ਮੈਂ ਦੇਖਿਆ ਕਿ ਇਸ ਸਮੇਂ ਜਿਹੜੀ ਹੈ ਮੋਦੀ ਜੀ ਦੀ ਹਵਾ ਚੱਲ ਰਹੀ ਹੈ, ਲੋਕੀ ਮੋਦੀ ਜੀ ਨੂੰ ਬਹੁਤ ਲਾਈਕ ਕਰ ਰਹੇ ਨੇ। ਠੀਕ ਹੈ, ਜਾਂ ਫਿਰ ਲੋਕੀ ਕੇਜਰੀਵਾਲ ਨੂੰ ਬਹੁਤ ਲਾਈਕ ਕਰ ਰਹੇ ਨੇ, ਸਪੋਜ਼ ਕਰ ਲਓ। ਠੀਕ ਹੈ, ਸੋ ਮੈਨੂੰ ਜੇ ਮੋਦੀ ਜੀ ਦੀ ਪਾਰਟੀ 'ਚ ਮੈਂ ਜਾਣਾ ਚਾਹੁੰਦਾ, ਮੈਨੂੰ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨਾਲ ਮੇਰੀ ਕੋਈ ਸਹਿਮਤੀ ਨਹੀਂ ਹੈ, ਕਿਉਂਕਿ ਸ਼ਾਇਦ ਉਹ ਹਿੰਦੂ ਬਹੁਲਤਾਵਾਦ ਨੂੰ ਜਿਹੜਾ ਹੈ ਉਹ ਜ਼ਿਆਦਾ ਪ੍ਰਚਾਰਦੇ ਨੇ, ਹਿੰਦੂਵਾਦ ਨੂੰ ਜਿਹੜਾ ਹੈ ਜ਼ਿਆਦਾ ਮਹੱਤਵ ਦਿੰਦੇ ਹੈ। ਔਰ ਮੈਂ ਮੁਸਲਿਮ ਕਮਿਊਨਿਟੀ ਤੋਂ ਜਾਂ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦਾ ਹਾਂ। ਠੀਕ ਹੈ, ਤਾਂ ਮੇਰੀ ਉਹਨਾਂ ਨਾਲ ਕੋਈ ਸਪਸ਼ਟ ਵਿਚਾਰਧਾਰਾ ਨਹੀਂ ਹੈਗੀ ਰਾਜਨੀਤਿਕ ਦਲ ਨਾਲ, ਲੇਕਿਨ ਮੋਦੀ ਜੀ ਕਰਕੇ ਜਿਹੜਾ ਹੈ ਮੈਂ ਉਸ ਪਾਰਟੀ ਨੂੰ ਜੁਆਇਨ ਕਰ ਰਿਹਾ। ਔਰ ਜਦੋਂ ਮੈਂ MP ਬਣ ਕੇ ਲੋਕ ਸਭਾ ਦੇ ਵਿੱਚ ਜਾ ਵੀ ਰਿਹਾ ਤਾਂ ਫਿਰ ਉੱਥੇ ਜਾ ਕੇ ਮੈਨੂੰ ਇੱਕ ਘੁਟੰਜੀ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ, ਤੇ ਉਸ ਕੇਸ ਦੇ ਵਿੱਚ ਜਿਹੜਾ ਹੈ ਮੇਰੇ ਵਿੱਚ ਅਨੁਸ਼ਾਸਨਹੀਣਤਾ ਆ ਜਾਏਗੀ। ਮੈਂ ਉਸ ਪਾਰਟੀ ਦੇ ਜਿਹੜੇ ਵੀ ਨਿਰਣੇ ਹੋਏਗੇ ਉਹਨਾਂ ਨਾਲ ਜ਼ਿਆਦਾਤਰ ਅਸਹਿਮਤੀ ਪ੍ਰਗਟ ਕਰਨੀ ਸ਼ੁਰੂ ਕਰ ਦਾਂਗਾ। ਇਹ ਸਾਰੀਆਂ ਗੱਲਾਂ ਇਹ ਕਹਿ ਰਹੇ ਹੈ ਕਿ ਭਾਰਤ ਵਿੱਚ ਰਾਜਨੀਤਿਕ ਦਲਾਂ ਵਿੱਚ ਸਪਸ਼ਟ ਵਿਚਾਰਧਾਰਾ ਦੀ ਜਿਹੜੀ ਹੈ ਉਹ ਘਾਟ ਪਾਈ ਜਾਂਦੀ ਹੈ, ਕਿਉਂਕਿ ਮੌਕਾ ਦੇਖ ਕੇ ਹਰ ਕੋਈ ਜਿਹੜਾ ਹੈ ਉਹ ਚੌਕਾ ਮਾਰ ਲੈਂਦਾ। ਸਾਰੇ ਓਪਰਚੁਨਿਟੀਜ਼ ਨੇ, ਅਵਸਰਵਾਦੀ ਨੇ, ਹਰ ਕੋਈ ਆਪਣਾ ਪਰਸਨਲ ਹਿੱਤ ਨੂੰ ਜਿਹੜਾ ਹੈ ਉੱਪਰ ਰੱਖਦਾ, ਦੇਸ਼ ਦੇ ਹਿੱਤਾਂ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਨਤੀਜੇ ਵਜੋਂ ਪਾਰਟੀ ਦੇ ਮੈਂਬਰਾਂ ਵਿੱਚ ਅਨੁਸ਼ਾਸਨਹੀਣਤਾ ਪਾਈ ਜਾਂਦੀ ਹੈ। ਜਿਵੇਂ ਕਿ ਮੈਂ ਦੱਸ ਚੁੱਕਿਆ ਹਾਂ, ਮੈਂਬਰਾਂ ਵਿੱਚ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੀ ਜਾਣ ਦਾ ਰੁਝਾਨ ਬਣਿਆ ਰਹਿੰਦਾ। ਜਦੋਂ ਮੇਰੀ ਇਸ ਪਾਰਟੀ ਦੇ ਵਿੱਚ ਜੇ ਕੋਈ ਬੁੱਕਤ ਹੀ ਨਹੀਂ ਪਏਗੀ, ਜੇ ਮੇਰੀ ਕੋਈ ਗੱਲ ਸੁਣੀ ਹੀ ਨਹੀਂ ਜਾਏਗੀ ਔਰ ਮੈਨੂੰ ਇਹ ਬਾਅਦ 'ਚ ਫੀਲ ਹੋਣ ਲੱਗ ਜਾਏਗਾ ਕਿ ਮੇਰੀ ਇਹ ਬਹੁਤ ਵੱਡੀ ਗਲਤੀ ਸੀ, ਮੇਰੀ ਇਹਨਾਂ ਨਾਲ ਵਿਚਾਰਧਾਰਾ ਹੀ ਨਹੀਂ ਮਿਲ ਰਹੀ ਹੈ। ਠੀਕ ਹੈ, ਸੋ ਉਸ ਕੇਸ ਦੇ ਵਿੱਚ ਮੈਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਚਲ ਜਾਵਾਂਗਾ, ਜਿਹਨੂੰ ਦਲ ਬਦਲੀ ਵੀ ਕਿਹਾ ਜਾਂਦਾ ਹੈ। ਜਦੋਂ ਜਿੱਤ ਕੇ ਅਸੀਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਚਲ ਜਾਂਦੇ, ਇਵਨ ਦਲ ਬਦਲੀ ਤਾਂ ਉਸ ਤੋਂ ਪਹਿਲਾਂ ਵੀ ਹੋ ਜਾਂਦੀ ਹੈ, ਜੋ ਮੈਂ ਆਲਰੇਡੀ ਸਮਝਾ ਚੁੱਕਿਆ ਹਾਂ। ਠੀਕ ਹੈ, ਸੋ ਜ਼ਿਆਦਾਤਰ ਜਿਹੜੇ ਦਲ ਨੇ ਉਹ ਵਿਚਾਰਧਾਰਾ ਦੀ ਥਾਂ ਤੇ ਸ਼ਖਸੀਅਤ ਤੇ ਆਧਾਰਿਤ ਦਲ ਨੇ। ਜਿਵੇਂ ਹੁਣ BJP ਜੇ ਚੱਲ ਰਹੀ ਹੈ ਤਾਂ ਸਿਰਫ ਮੋਦੀ ਜੀ ਦੇ ਨਾਮ ਤੇ ਚੱਲ ਰਹੀ ਹੈ, ਜਾਂ TMC ਦੀ ਜੇ ਗੱਲ ਕਰੀਏ, ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹ ਸਿਰਫ ਮਮਤਾ ਬੈਨਰਜੀ ਕਰਕੇ ਚੱਲ ਰਹੀ ਹੈ। ਜਾਂ ਫਿਰ ਜਿਵੇਂ BSP ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹ ਕਿਹਦੇ ਸਿਰ ਤੇ ਚੱਲ ਰਹੀ ਸੀ? ਉਹ ਮਾਇਆਵਤੀ ਜੀ ਦੇ ਸਿਰ ਤੇ ਚੱਲ ਰਹੀ ਸੀ। ਜਦੋਂ ਉਹਨਾਂ ਦਾ ਚਾਮ ਘਟਿਆ ਹੋਇਆ ਉਦੋਂ ਦੀ ਉਹ ਪਾਰਟੀ ਜਿਹੜੀ ਹੈ ਡਾਊਨ ਆਣੀ ਸ਼ੁਰੂ ਹੋ ਗਈ ਹੈ। ਸ਼ਿਵ ਸੈਨਾ ਦੀ ਜੇ ਗੱਲ ਕਰੀਏ ਤਾਂ ਸ਼ਿਵ ਸੈਨਾ ਨੋ ਡਾਊਟ ਮਹਾਰਾਸ਼ਟਰ ਦੇ ਵਿੱਚ ਸਰਕਾਰ ਚਲਾ ਰਹੀ ਹੈ, ਲੇਕਿਨ ਜਦੋਂ ਦੇ ਬਾਲ ਠਾਕਰੇ ਜੀ ਗਏ ਨੇ ਤੇ ਉਸ ਪਾਰਟੀ ਦਾ ਪ੍ਰਭਾਵ ਕਿਸੇ ਹੱਦ ਤੱਕ ਜਿਹੜਾ ਹੈ ਉਹ ਘਟਿਆ ਹੈ। ਸੋ ਅੱਜ ਅਸੀਂ ਇਹ ਚੈਪਟਰ ਖਤਮ ਕਰ ਦਿੱਤਾ ਹੈ, ਚੈਪਟਰ 13, ਔਰ ਮੈਂ ਤੁਹਾਨੂੰ ਇਹ ਗਾਰੰਟੀ ਦਿੰਦਾ ਹਾਂ ਕਿ ਅਸੀਂ ਸਾਰੇ ਪ੍ਰਸ਼ਨ ਵੀ ਕਰ ਲਏ ਨੇ, ਕੋਈ ਪ੍ਰਸ਼ਨ ਨਹੀਂ ਰਹਿ ਗਿਆ। ਠੀਕ ਹੈ ਜੀ, ਮੈਂ ਸਾਰੇ ਪ੍ਰਸ਼ਨ ਹੁਣ ਨਾਲ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਵੀ ਕਵਰ ਅਪ ਕਰਤਾ ਹੈ। ਠੀਕ ਹੈ, ਸੋ ਹੁਣ ਮੈਂ ਤੁਹਾਨੂੰ ਇਹ ਗਾਰੰਟੀ ਦਿੰਦਾ ਹਾਂ ਕਿ ਜਦੋਂ ਅਸੀਂ ਇਸ ਤੋਂ ਪਹਿਲਾਂ ਵਾਲੇ ਜਿਹੜੇ ਚੈਪਟਰ, ਜਿਹੜੇ ਥਿਓਰੈਟੀਕਲ ਚੈਪਟਰ ਮੈਂ ਤੁਹਾਨੂੰ ਕਹਿ ਰਿਹਾ ਸੀਗਾ, ਸੋ ਉਹਨਾਂ ਚੈਪਟਰ ਨੂੰ ਜਦੋਂ ਹੁਣ ਤੁਸੀਂ ਦੇਖਾਂਗੇ ਤਾਂ ਉਹ ਸਾਡੇ ਲਈ ਹੋਰ ਈਜ਼ੀ ਹੋ ਜਾਣਗੇ, ਕਿਉਂਕਿ ਮੈਂ ਤੁਹਾਨੂੰ ਜ਼ਿਆਦਾਤਰ ਕਨਸੈਪਚੁਅਲ ਪਾਰਟ ਇੱਥੇ ਕਲੀਅਰ ਕਰਦਾ ਗਿਆ। ਜਿਹੜਾ ਡੈਮੋਕ੍ਰੇਸੀ ਵਾਲਾ ਚੈਪਟਰ ਉਹ ਤਾਂ ਆਲਮੋਸਟ ਤੁਹਾਡਾ ਹੋ ਚੁੱਕਿਆ ਹੈ, ਤੁਹਾਨੂੰ ਆਪ ਨੂੰ ਪਤਾ ਵੀ ਨਹੀਂ ਲੱਗਿਆ ਹੋਏਗਾ, ਉਹ ਤੁਹਾਡਾ ਚੈਪਟਰ ਖਤਮ ਹੋ ਚੁੱਕਿਆ ਹੈ, ਲੇਕਿਨ ਮੈਂ ਫਿਰ ਵੀ ਉਹਨੂੰ ਕਵਰ ਅਪ ਜਿਹੜਾ ਹੈ ਕਰਵਾਊਂਗਾ। ਸੋ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਹਾਨੂੰ ਚੰਗਾ ਲੱਗ ਰਿਹਾ, ਮੇਰੀ ਵੀਡੀਓਜ਼ ਅੱਛੀਆਂ ਲੱਗ ਰਹੀਆਂ। ਔਰ ਜਿਹੜੇ ਤੁਹਾਡੇ ਪ੍ਰਸ਼ਨ ਨੇ, ਜੇ ਕੋਈ ਤੁਹਾਡੇ ਪ੍ਰਸ਼ਨ ਜਿਹੜੇ ਤੁਹਾਨੂੰ ਸਕੂਲ ਦੇ ਵਿੱਚ ਜਾਂ ਕਲਾਸ ਦੇ ਵਿੱਚ ਕਰਾਏ ਜਾ ਰਹੇ ਤੁਹਾਡੇ ਕੋਲੋਂ ਸੋਲਵ ਨਹੀਂ ਹੋ ਰਹੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ, ਮੈਂ ਉਹਨਾਂ ਦੇ ਉੱਤਰ ਜ਼ਰੂਰ ਕਰਾਂਗਾ। ਥੈਂਕ ਯੂ।